ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਕੈਂਪ ਵਿੱਚ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ। ਅੱਜ ਦੀ ਜਾਪ ਸੇਵਾ ਲੈ ਰਹੇ ਨੇ ਜੀ ਪ੍ਰਭਪ੍ਰੀਤ ਕੌਰ ਜੀ, ਈਪੀਪੀ ਨੰਬਰ 16200 ਜ਼ੋਨ ਮੱਖੂ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਵਧੀਆ ਸੇਵਾ ਨਿਭਾਈ। ਆਪਾਂ ਇੱਕ ਓਮਕਾਰ ਨਹੀਂ ਕਹਿਣਾ, ਇੱਕ ਓਮਕਾਰ ਕਹਿਣਾ ਅਤੇ ਗੁਰਪ੍ਰਸਾਦ ਨਹੀਂ ਗੁਰਪ੍ਰਸਾਦ ਕਹਿਣਾ। ਸੋ ਆਪਣੀ ਕੀਰਤਨ ਸੇਵਾ ਲੈ ਰਹੇ ਨੇ ਜੀ ਸੰਤ ਸਿੰਘ ਜੀ, ਈਪੀਪੀ ਨੰਬਰ 1611 ਜ਼ੋਨ ਸ਼ੇਰਪੁਰ ਤੋਂ ਜੀ। ਜੇਕਰ ਉਹ ਇਸ ਮੀਟਿੰਗ ਵਿੱਚ ਨਹੀਂ ਹੈਗੇ ਤਾਂ ਕੋਈ ਆਪਣਾ ਹੋਰ ਹੈਂਡ ਰੇਜ਼ ਕਰ ਲਵੋ ਕੀਰਤਨ ਸੇਵਾ ਵਾਸਤੇ। ਹਾਂਜੀ ਨਵਨੀਤ ਕੌਰ ਜੀ, ਤੁਹਾਡਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਤੁਰ ਦਿਸਾ तीनों बल अपना सिर ऊपर कर तारियो। कृपा कटा के अवलोकन कीनो दास का दुख बिदारियो। जो मांगे ठाकुर अपने ते सोई सोई देवै। नानक दास मुख ते जो बोले इहाँ उहाँ सच होवै। नानक दास मुख ते जो बोले इहाँ उहाँ सच होवै। हर जन राखे गुर गोविंद राखे गुर गोविंद। कंठ लाए अवगुण सब मेटै दयाल पुरख बख्शंद। जो मांगे ठाकुर अपने ते सोई सोई देवै। नानक दास मुख ते जो बोले इहाँ उहाँ सच होवै। जो मांगे ठाकुर अपने ते सोई सोई देवै। सोई सोई देवै। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਹੀ ਸੁਰੀਲੀ ਅਤੇ ਮਿੱਠੀ ਆਵਾਜ਼ ਵਿੱਚ ਕੀਰਤਨ ਦੀ ਸੇਵਾ ਨਿਭਾਈ। ਸੋ ਸਾਡਾ ਪਹਿਲਾ ਸੈਸ਼ਨ ਲੈ ਰਹੇ ਨੇ ਜੀ ਸਰਦਾਰ ਇੰਦਰਜੀਤ ਸਿੰਘ ਜੀ ਗੁਰਾਇਆ ਤੋਂ। ਇਹਨਾਂ ਦਾ ਵਿਸ਼ਾ ਹੈਗਾ ਜੀ ਸ਼ਬਦ ਵਿਚਾਰ ਸ਼ਲੋਕ ਮਹੱਲਾ 9ਵਾਂ 49 ਤੋਂ 57 ਜੀ। ਤੁਸੀਂ ਆਪਣਾ ਹੈਂਡ ਰੇਜ਼ ਕਰ ਲਵੋ ਜੀ। ਵੀਰ ਜੀ ਰੈਡਮੀ 2 ਦੇ ਨਾਮ ਨਾਲ ਰੈਡਮੀ 8 ਦੇ ਨਾਮ ਨਾਲ ਇੱਕ ਹੈਂਡ ਰੇਜ਼ ਆ ਰਿਹਾ ਜੀ। ਵੀਰ ਜੀ ਜੇਕਰ ਤੁਸੀਂ ਜੁੜ ਚੁੱਕੇ ਹੋ ਤਾਂ ਆਪਣਾ ਹੈਂਡ ਰੇਜ਼ ਕਰ ਲਵੋ ਜੀ।
ਵੀਰ ਜੀ Redmi 8 ਦੇ ਨਾਮ ਦੇ ਨਾਲ ਹੈਂਡ ਰੇਜ਼ ਆ ਰਿਹਾ ਜੀ, ਉਹਨਾਂ ਨੂੰ ਪਲੀਜ਼ ਅਨਮਿਊਟ ਕਰ ਦਿਓ। ਵੀਰ ਜੀ ਜੇਕਰ ਤੁਸੀਂ ਜੁੜ ਚੁੱਕੇ ਹੋ ਤਾਂ ਆਪਣਾ ਹੈਂਡ ਰੇਜ਼ ਕਰ ਲਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਉਹ ਨਹੀਂ ਵਾਹਿਗੁਰੂ ਜੁੜਦੇ ਤਾਂ ਤਦ ਤੱਕ ਕੋਈ ਹੋਰ ਵਾਇਸ ਹੀ ਕੰਟੀਨਿਊ ਕਰ ਲਓ ਜੀ। ਜਦੋਂ ਜੁੜ ਗਏ ਤਾਂ ਆਪਾਂ ਅੱਗੇ ਕੰਟੀਨਿਊ ਕਰ ਲਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣੇ ਮੈਨੂੰ ਪਤਾ ਲੱਗਿਆ ਵੀ ਸ਼ਲੋਕਾਂ ਦੀ ਜਿਹੜੀ ਵਿਆਖਿਆ ਹੈ ਉਹ ਕੁਲਵੀਰ ਕੌਰ ਜੀ ਨੇ ਕਿਹਾ ਹੈਗਾ। ਸੋ ਹਾਂਜੀ। 55ਵੇਂ ਸ਼ਲੋਕ ਦੀ ਆਪਾਂ ਵਿਆਖਿਆ ਦੀ ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਬਹੁਤ ਧੰਨਵਾਦ। ਸਮੂਹ ਬੱਚਿਆਂ ਨੂੰ, ਉਹਨਾਂ ਦੇ ਨਾਲ ਜੁੜੇ ਹੋਏ ਵਾਈਸ ਜੀ, ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੇਟਾ ਜੀ, ਸ਼ੁਰੂ ਕਰ ਦੀ ਜੀ। ਹਾਂਜੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਜਿਹੜਾ 49ਵਾਂ ਸ਼ਲੋਕ ਹੈ, ਜਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ, ਕਹ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਇਹਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਦੱਸਦੇ ਨੇ ਕਿ ਜਿਸ ਤਰ੍ਹਾਂ ਅਸੀਂ ਇਸ ਜਗਤ ਦੇ ਵਿੱਚ ਆ ਕੇ ਇਸ ਜਗਤ ਨੂੰ ਅਸੀਂ ਸੱਚਾ ਮੰਨ ਲੈਂਦੇ ਹਾਂ ਵੀ ਅਸੀਂ ਇਸ ਜਗਤ ਦੇ ਵਿੱਚ ਪਤਾ ਨਹੀਂ ਹਮੇਸ਼ਾ ਹੀ ਰਹਿਣਾ ਹੈ, ਠੀਕ ਹੈ ਨਾ। ਇੱਕ ਮਿੱਤਰ ਦੀ ਨਿਆਈ ਸਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਨੇ, ਇਹ ਜਗਤ ਦੇ ਵਿੱਚੋਂ ਇੱਕ ਨਾ ਇੱਕ ਦਿਨ ਆਪਾਂ ਨੇ ਚਲੇ ਜਾਣਾ ਹੈ, ਇਸ ਸੰਸਾਰ ਨੇ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਤੇ ਸਾਹਿਬ ਕਹਿੰਦੇ ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤਾ। ਬਾਲੂ ਕਹਿੰਦੇ ਨੇ ਰੇਤੇ ਨੂੰ, ਭਾਵ ਗਾਰਾ। ਗਾਰੇ ਦੀ ਜਿਵੇਂ ਇੱਕ ਕੰਧ ਹੁੰਦੀ ਆ, ਰੇਤੇ ਦੀ ਕੱਚੀ ਕੰਧ ਆ, ਸਮਾਂ ਪਾ ਕੇ ਉਹ ਖਤਮ ਹੋ ਜਾਂਦੀ ਹੈ, ਸਹਿਜੇ ਸਹਿਜੇ ਖਤਮ ਹੁੰਦੀ ਹੈ, ਫਿਰ ਇੱਕ ਦਿਨ ਖਤਮ ਹੋ ਜਾਂਦੀ ਹੈ ਬਿਲਕੁਲ। ਇਸ ਤਰ੍ਹਾਂ ਇਹ ਜੱਗ ਹੈ ਜਿਹੜਾ ਇਹ ਬਿਨਸਨਹਾਰ ਹੈ ਤੇ ਆਪਾਂ ਵੀ ਬਿਨਸਨਹਾਰ ਆ ਤੇ ਆਪਣੀ ਜਿਹੜੀ ਆਰਜ ਹੈ ਉਹ ਘਟਦੀ ਜਾ ਰਹੀ ਹੈਗੀ। ਸੋ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈਗਾ। ਸੋ ਅਗਲਾ ਸ਼ਲੋਕ ਆ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਿਛ ਨਹੀਂ ਕਛ ਨਹੀਂ ਸੁਪਨੇ ਜਿਉ ਸੰਸਾਰ। ਅਸੀਂ ਕਈ ਵਾਰ ਸੋਚ ਲੈਂਦੇ ਹਾਂ ਵੀ ਜਿਹੜੇ ਜ਼ਿਆਦਾਤਰ ਆਪਾਂ ਕਹਿ ਦਈਏ ਵੀ ਜਿਹਨਾਂ ਨੂੰ ਦੇਵਤੇ ਮੰਨਿਆ ਗਿਆ ਨਾ, ਜਿਵੇਂ ਰਾਮ ਤ੍ਰੇਤਾ ਯੁੱਗ ਦਾ ਜਿਹੜਾ ਅਵਤਾਰ ਮੰਨਿਆ ਗਿਆ, ਇੱਕ ਪਾਸੇ ਰਾਵਣ ਹੈ ਜਿਹਦੇ ਕੋਲ ਕਹਿੰਦੇ ਵੀ ਸਾਹਿਬ ਕਹਿੰਦੇ ਨੇ ਵੀ ਬੜਾ ਜਿਹੜਾ ਸੋਨੇ ਦੀ ਲੰਕਾ ਸੀ, ਇਹਨਾਂ ਦੇ ਬਹੁਤ ਵੱਡੇ ਕੁਟੁੰਬ ਸੀ, ਭਾਵ ਉਹ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਇੱਕ ਨਾ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਹੈਗਾ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਿਸ ਤਰ੍ਹਾਂ ਆਪਾਂ ਸੁਪਨਾ ਵੇਖਦੇ ਹਾਂ ਨਾ ਰਾਤਰੀ ਨੂੰ ਕੋਈ, ਤੇ ਸਵੇਰੇ ਅੱਖ ਖੁੱਲਦੀ ਹੈ ਤੇ ਉਹ ਸੁਪਨਾ ਜਿਹੜਾ ਚਲਾ ਜਾਂਦਾ ਹੈਗਾ, ਖਤਮ ਹੋ ਜਾਂਦਾ ਸਾਰਾ ਕੁਝ। ਸੁਪਨੇ 'ਚ ਭਾਵੇਂ ਅਸੀਂ ਬਹੁਤ ਕੁਝ ਵੇਖ ਲਿਆ ਹੋਵੇਗਾ, ਪਰ ਉਹ ਚਿਰਸਥਾਈ ਨਹੀਂ ਹੁੰਦਾ, ਉਹ ਅਸਲ ਦੇ ਵਿੱਚ ਨਹੀਂ ਹੁੰਦਾ, ਉਹ ਹਕੀਕਤ 'ਚ ਨਹੀਂ ਹੁੰਦਾ ਹੈਗਾ, ਠੀਕ ਹੈ ਜੀ। ਤੇ ਇਸ ਸੰਸਾਰ ਨੂੰ ਇੱਕ ਸੁਪਨੇ ਦੀ ਨਹੀਂ ਸਮਝੀਏ, ਇੱਕ ਨਾ ਇੱਕ ਦਿਨ ਅਸੀਂ ਵੀ ਇਸ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ। ਰਾਮ ਵਰਗੇ ਰਾਵਣ ਵਰਗੇ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਨੇ। ਇੰਦਰਜੀਤ ਸਿੰਘ ਨੇ। ਸੋ ਵੀਰ ਜੀ ਬਹੁਤ ਬਹੁਤ ਧੰਨਵਾਦ, ਤੁਹਾਡੀ ਗੈਰ ਹਾਜ਼ਰੀ 'ਚ 2 ਸ਼ਲੋਕਾਂ ਦੀ ਮੈਂ ਵਿਆਖਿਆ ਕੀਤੀ ਆਪਣੀ ਬੁੱਧੀ ਅਨੁਸਾਰ। ਸੋ ਅੱਗੇ ਦੀ ਸੇਵਾ ਤੁਸੀਂ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਕਦੇ ਵਾਹਿਗੁਰੂ ਨੇ ਕਿਰਪਾ ਕੀਤੀ, ਸਮਾਂ ਬਖਸ਼ਿਸ਼ ਕੀਤਾ, ਆਪ ਸੰਗਤ ਦੇ ਦਰਸ਼ਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਹੁਣ ਇੰਦਰਜੀਤ ਸਿੰਘ ਜੀ ਜੁੜ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਜੋ ਤੁਸੀਂ ਹੁਣੇ ਸ਼ਲੋਕ ਸੁਣ ਰਹੇ ਹੋ ਇਹ ਨੇ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ। ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਸਾਰਿਆਂ ਨੂੰ? ਹਾਂਜੀ ਵਾਹਿਗੁਰੂ ਜੀ ਆ ਰਹੀ ਹੈ। ਠੀਕ ਹੈ। ਤੋ 51ਵਾਂ ਸ਼ਲੋਕ ਜਿਹੜਾ ਹੈ, ਅਗਲਾ ਸ਼ਲੋਕ, ਉਹ ਹੈ ਰਾਮ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਅੱਛਾ, ਚਿੰਤਾ ਕਿਸ ਚੀਜ਼ ਦੀ ਹੁੰਦੀ ਹੈ ਭਲਾ? ਚਿੰਤਾ ਸਾਨੂੰ ਕਦੋਂ ਹੁੰਦੀ ਹੈ? ਵਾਈ ਆਰ ਵੀ ਵਰੀਡ? ਅਸੀਂ ਵਰੀਜ਼ ਕਦੋਂ ਕਰਦੇ ਹਾਂ? ਬਿਕੋਜ਼ ਅਸੀਂ ਸੋਚਦੇ ਹਾਂ ਕਿ ਏਦਾਂ ਹੋਵੇ, ਤੇ ਜਦੋਂ ਅਸੀਂ ਦੇਖਦੇ ਹਾਂ ਕਿ ਓਦਾਂ ਨਹੀਂ ਹੋ ਰਿਹਾ ਤਾਂ ਸਾਨੂੰ ਚਿੰਤਾ ਹੁੰਦੀ ਹੈ। ਜਦੋਂ ਸਾਡੀ ਕੁਝ ਐਕਸਪੈਕਟੇਸ਼ਨਸ ਹੁੰਦੀਆਂ, ਵੈਨ ਵੀ ਐਕਸਪੈਕਟ ਸਮਥਿੰਗ ਕਿਸੇ ਬੰਦੇ ਕੋਲੋਂ, ਕਿਸੇ ਵਿਅਕਤੀ ਤੋਂ ਜਾਂ ਕਿਸੇ ਕੰਮ ਤੋਂ, ਅਸੀਂ ਐਫਰਟਸ ਲਾਏ ਸੀ ਜਾਂ ਕੁਝ ਵੀ ਜੋ ਸਾਡੇ ਕੋਲ ਹੈਗਾ ਆ, ਉਹਦੇ ਤੋਂ ਕੁਝ ਅਸੀਂ ਐਕਸਪੈਕਟੇਸ਼ਨ ਰੱਖਦੇ ਹਾਂ ਕਿ ਏਦਾਂ ਹੋਣਾ ਚਾਹੀਦਾ ਆ, ਤੇ ਫਿਰ ਉਹਦੀ ਸਾਨੂੰ ਕਨਸਟੈਂਟਲੀ ਚਿੰਤਾ ਬਣੀ ਰਹਿੰਦੀ ਹੈ ਕਿ ਏਦਾਂ ਨਾ ਹੋਇਆ ਤੇ ਕੀ ਹੋਏਗਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਬੜੀ ਸੋਹਣੀ ਗੱਲ ਬੜੀ ਸਿੰਪਲੀ ਸਮਝਾਉਂਦੇ ਨੇ ਕਿ ਚਿੰਤਾ ਤੇ ਅਸੀਂ ਤਾਂ ਕਰੀਏ ਕਿ ਜੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਝ ਹੋਣਾ ਆ, ਹਨਾ। ਜਦੋਂ, ਕਿਉਂਕਿ ਅਸੀਂ ਸਾਰੇ ਸਿੱਖ ਹਨ, ਵੀ ਆਲ ਲਿਸਨ ਟੂ ਗੁਰੂ ਨਾਨਕ ਇਨ ਦ ਮਾਰਨਿੰਗ। ਗੁਰੂ ਨਾਨਕ ਨੂੰ ਅਸੀਂ ਸਵੇਰੇ ਸਵੇਰੇ ਸੁਣਦੇ ਹਾਂ। ਗੁਰੂ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ ਭਲਾ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੇ ਅੰਦਰ ਸਭ ਕੋ। ਕਿ ਜੋ ਜੀਵਨ ਹੈ ਨਾ, ਉਸ ਪਰਮਾਤਮਾ ਦਾ ਇੱਕ ਹੁਕਮ ਦੇ ਵਿੱਚ ਹੈ, ਤੇ ਉਹ ਜਿਹੜਾ ਹੁਕਮ ਹੈ, ਜਿਹਨੂੰ ਅਸੀਂ ਲਾਅ ਆਫ ਲਾਈਫ ਵੀ ਕਹਿ ਸਕਦੇ ਹਾਂ, ਲਾਅ ਆਫ ਕ੍ਰੀਏਸ਼ਨ ਜਾਂ ਲਾਅ ਆਫ ਯੂਨੀਵਰਸ, ਜੋ ਕਰਤੇ ਦਾ ਹੁਕਮ ਹੈ, ਜੋ ਜੀਵਨ ਦਾ ਨਿਯਮ ਹੈ, ਜ਼ਿੰਦਗੀ ਦਾ ਨੇਮ ਹੈ, ਜਿਹੜਾ ਉਸ ਤੋਂ ਬਿਨਾਂ ਕੁਝ ਨਹੀਂ ਹੈਗਾ ਨਾ। ਸਾਰਾ ਕੁਝ ਉਹਦੇ ਅੰਦਰ ਹੀ ਹੈ, ਤੇ ਸਾਰਿਆਂ ਦੇ ਜੀਵਨ ਵਿੱਚ ਉਹ ਸਭ ਕੁਝ ਉਦਾਂ ਹੀ ਲਾਗੂ ਹੁੰਦਾ ਹੈ। ਇਸ ਕਰਕੇ ਚਿੰਤਾ ਤੇ ਅਸੀਂ ਤਾਂ ਕਰੀਏ ਜੇ ਕੁਝ ਐਸਾ ਹੋਣਾ ਹੈ ਜੋ ਮਤਲਬ ਉਸ ਹੁਕਮ ਤੋਂ ਬਾਹਰ ਹੋਣਾ ਹੈ। ਸਿੰਪਲ ਟਰਮਸ ਦੇ ਵਿੱਚ ਜੇ ਅਸੀਂ ਇਹਨੂੰ ਦੇਖੀਏ ਨਾ ਬੇਟਾ, ਤੁਸੀਂ ਸਾਰੇ ਬੱਚੇ ਪੜ੍ਹਦੇ ਹੋ, ਸਿੰਪਲ ਟਰਮਸ ਦੇ ਵਿੱਚ ਦੇਖੀਏ ਤਾਂ ਜੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ, ਜੇ ਅਸੀਂ ਇੱਕ ਓੰਕਾਰ ਤੇ ਕਰਤਾ ਪੁਰਖ ਨੂੰ ਮੰਨਦੇ ਹਾਂ ਕਿ ਉਹ ਕ੍ਰੀਏਟਰ ਹੈ, ਉਹ ਪਰਮਾਤਮਾ ਹੈ, ਫਿਰ ਸਾਨੂੰ ਚਿੰਤਾ ਹੋਣੀ ਨਹੀਂ ਚਾਹੀਦੀ। ਤੇ ਜੇ ਅਸੀਂ ਚਿੰਤਾ ਕਰਦੇ ਹਾਂ, ਇਹਦਾ ਮਤਲਬ ਕਿ ਅਸੀਂ ਪਰਮਾਤਮਾ ਨੂੰ ਨਹੀਂ ਮੰਨਦੇ, ਅਸੀਂ ਉਹਦੇ ਹੁਕਮ ਨੂੰ ਨਹੀਂ ਮੰਨਦੇ। ਸਾਨੂੰ ਲੱਗਦਾ ਕਿ ਜੋ ਅਸੀਂ ਸੋਚਿਆ ਹੈ ਉਹ ਬੈਟਰ ਹੈ, ਤੇ ਪਰਮਾਤਮਾ ਨੂੰ ਸਾਨੂੰ ਸਮਝਾਉਣਾ ਪਏਗਾ ਕਿ ਮੈਨੂੰ ਚਿੰਤਾ ਪਈ ਹੋਈ ਹੈ ਕਿ ਏਦਾਂ ਕਰਦੇ। ਦੈਟਸ ਵਾਈ ਅਸੀਂ ਡਿਫਰੈਂਟ ਕਾਈਂਡ ਆਫ ਅਰਦਾਸਾਂ ਸਾਡੀਆਂ ਹੋ ਜਾਂਦੀਆਂ ਐਜ਼ ਇਫ ਪਰਮਾਤਮਾ ਨੂੰ ਕੁਝ ਨਹੀਂ ਪਤਾ, ਬਟ ਵੀ ਹੈਵ ਟੂ ਟੈਲ ਹਿਮ। ਸਾਨੂੰ ਦੱਸਣਾ ਪਏਗਾ ਕਿ ਏਦਾਂ ਕਰ, ਇਹ ਠੀਕ ਹੈ ਮੇਰੇ ਲਈ। ਤਾਂ ਜਦੋਂ ਤੱਕ ਅਸੀਂ ਆਪਣੇ ਅੰਦਰ ਇਹ ਸੋਚੀ ਬੈਠਦੇ ਆ, ਐਕਸਪੈਕਟ ਕਰਦੇ ਆ ਕਿਸੇ ਚੀਜ਼ ਤੋਂ, ਉਦੋਂ ਤੱਕ ਸਾਨੂੰ ਚਿੰਤਾਵਾਂ ਰਹਿੰਦੀਆਂ ਨੇ। ਗੁਰੂ ਜੀ ਇੱਥੇ ਫਰਮਾਨ ਕਰਦੇ ਨੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਯਾਦ ਰੱਖੋ, ਇਸ ਸੰਸਾਰ ਦੇ ਵਿੱਚ ਕੋਈ ਵੀ ਸਦਾ ਥਿਰ ਨਹੀਂ ਰਹਿੰਦਾ। ਹੁਣ ਇਹਦੇ ਦੋ ਮਾਇਨੇ ਨੇ ਇਸ ਲਾਈਨ ਦੇ। ਇੱਕ ਤਾਂ ਹੈਗਾ ਆ ਜੋ ਸਾਡੀ ਲਾਈਫ ਦੀ ਜਿਹੜੀ ਜਰਨੀ ਹੈ ਇਸ ਧਰਤੀ ਦੇ ਉੱਤੇ, ਅਸੀਂ ਸਾਰੇ ਆਉਂਦੇ ਆ ਤੇ ਇੱਕ ਦਿਨ ਚਲੇ ਜਾਂਦੇ ਆ, ਹਨਾ। ਬਰਥ ਤੇ ਡੈਥ ਦੀ ਗੱਲ ਆ ਇੱਕ। ਦੂਜਾ ਦੇਖੋ, ਧਿਆਨ ਵਾਲੇ ਵਰਡ ਨੂੰ ਦੇਖੋ, ਇਹ ਮਾਰਗ ਸੰਸਾਰ ਕੋ, ਇਹ ਦੁਨੀਆ ਦਾ ਜਿਹੜਾ ਰਸਤਾ ਆ ਨਾ, ਭਾਵ ਜੋ ਜੀਵਨ ਦਾ ਰਸਤਾ ਆ, ਨਾਨਕ ਥਿਰ ਨਹੀਂ ਕੋਏ। ਇਸ ਜੀਵਨ ਦੇ ਰਸਤੇ ਵਿੱਚ ਕੁਝ ਵੀ ਜਿਹੜਾ ਹੈ ਉਹ ਪਰਮਾਨੈਂਟ ਨਹੀਂ ਹੈ। ਥਿਰ ਮੀਨਸ ਸਥਿਰ, ਸਥਿਰ ਹੁੰਦਾ ਰੁਕਿਆ ਹੋਇਆ, ਪਰਮਾਨੈਂਟ। ਦੈਟ ਮੀਨਸ ਇਸ ਲਾਈਫ ਦੇ ਵਿੱਚ ਜੋ ਕੁਝ ਵੀ ਹੈ ਉਹ ਸਭ ਕੁਝ ਚੇਂਜ ਹੁੰਦਾ ਹੈ, ਵੈਦਰ ਇਟਸ ਗੁੱਡ ਔਰ ਬੈਡ। ਜਿੱਦਾਂ ਹੁਣ ਵੀ ਆਰ ਲਿਵਿੰਗ ਇਨ ਕੋਰੋਨਾ ਟਾਈਮਸ, ਅਸੀਂ ਕੋਵਿਡ ਦੇ ਟਾਈਮ 'ਚ ਰਹਿ ਰਹੇ ਹਾਂ ਨਾ, ਕਿੰਨਾ ਔਖਾ ਆ। ਹੁਣ ਵੀ ਤੁਸੀਂ ਨਿਊਜ਼ ਵਗੈਰਾ ਦੇਖੋਗੇ, ਪੜੋਗੇ, ਤੇ ਕਿੰਨਾ ਦਿੱਲੀ, ਯੂਪੀ ਵਗੈਰਾ 'ਚ ਕਿੰਨਾ ਬੁਰਾ ਹਾਲ ਹੈ। ਤੋ ਇਹ ਭਾਵੇਂ ਦੁੱਖ ਦਾ ਟਾਈਮ ਵੀ ਹੈ, ਪਰ ਇਹ ਵੀ ਥਿਰ ਨਹੀਂ ਹੈ, ਇਹ ਵੀ ਪਰਮਾਨੈਂਟ ਨਹੀਂ ਹੈ, ਇਹਨੇ ਵੀ ਚੇਂਜ ਹੋ ਜਾਣਾ ਹੈ। ਇਸੇ ਤਰ੍ਹਾਂ ਸੁੱਖ ਜਿਹੜਾ ਆ, ਜਿਹਦੀ ਅਸੀਂ ਚਿੰਤਾ ਪਾ ਲੈਂਦੇ ਕਿ ਮੇਰੇ ਕੋਲ ਇੰਨਾ ਕੁਛ ਹੈ ਕਿਤੇ ਇਹ ਚਲਾ ਨਾ ਜਾਏ, ਜਾਂ ਦੁੱਖ ਆ ਗਿਆ ਤੇ ਸਾਨੂੰ ਚਿੰਤਾ ਪੈ ਗਈ ਕਿ ਪਤਾ ਨਹੀਂ ਹੁਣ ਇਹ ਕਦ ਕੀ ਹੋਏਗਾ। ਤਾਂ ਗੁਰੂ ਜੀ ਉਹੀ ਸਮਝਾ ਰਹੇ ਨੇ, ਚਿੰਤਾ ਤਾਂ ਕਰੋ ਕਿ ਜੇ ਜੋ ਹੋਣਾ ਆ ਪ੍ਰਮਾਤਮਾ ਦੇ ਹੁਕਮ ਤੋਂ ਤੁਸੀਂ ਬਾਹਰੇ ਹੋ ਕੇ ਜੀਣਾ ਚਾਹੁੰਦੇ ਹੋ। ਇਹ ਮਾਰਗ ਸੰਸਾਰ ਕੋ, ਇਸ ਲਾਈਫ ਦੇ ਵਿੱਚ, ਇਸ ਪਾਥ ਆਫ ਲਾਈਫ ਜੋ ਮਾਰਗ ਹੈ ਸਾਡਾ ਦੁਨੀਆ ਦੇ ਵਿੱਚ, ਇੱਥੇ ਕੁਝ ਵੀ ਥਿਰ ਨਹੀਂ ਹੁੰਦਾ। ਨਥਿੰਗ ਇਜ਼ ਪਰਮਾਨੈਂਟ ਹੇਅਰ, ਐਵਰੀਥਿੰਗ ਇਜ਼ ਐਫੇਮਰਲ। ਐਫੇਮਰਲ ਹੁੰਦਾ ਹੈ ਥੋੜ ਚਿਰਾ, ਹਨਾ। ਜਿੱਦਾਂ ਪਿੱਛੇ ਤੁਸੀਂ ਸੁਣਿਆ ਹੋਣਾ ਆ ਕਿ ਜੈਸੇ ਜਲ ਤੇ ਬੁੱਧ ਬੁੱਧਾ, ਜਿਵੇਂ ਪਾਣੀ ਦੇ ਉੱਤੇ ਬੁਲਬੁਲਾ ਬਣਦਾ ਹੈ, ਹਨਾ। ਜਦੋਂ ਮੀਂਹ ਪੈਂਦਾ ਆ, ਉਂਝ ਵੀ ਤੁਸੀਂ ਦੇਖਿਆ ਆ, ਹਵਾ ਟਰੈਪ ਹੁੰਦੀ ਹੈ ਤੇ ਉਹ ਪਾਣੀ ਦਾ ਬੁਲਬੁਲਾ ਬਣ ਜਾਂਦਾ ਹੈ।
ਤੇ ਫਿਰ ਥੋੜੀ ਦੇਰ ਬਾਅਦ ਉਹ ਖਤਮ ਹੋ ਜਾਂਦਾ, ਫਿਰ ਪਾਣੀ ਪਾਣੀ ਚ ਰਲ ਜਾਂਦਾ ਹੈ। ਸੋ ਅਸੀਂ ਇਹ ਜਾਣਨਾ ਕਿ ਨਥਿੰਗ ਇਜ਼ ਪਰਮਾਨੈਂਟ ਇਨ ਦਿਸ ਲਾਈਫ। ਇਸ ਲਾਈਫ ਦੇ ਵਿੱਚ ਇਹ ਮਾਰਗ ਸੰਸਾਰ ਦੇ ਵਿੱਚ ਸਾਡਾ ਜੀਵਨ ਹੈ, ਸਾਡੀ ਲਾਈਫ ਹੈ। ਇਸ ਲਾਈਫ ਦੇ ਵਿੱਚ ਇੰਕਲੂਡਿੰਗ ਲਾਈਫ ਇਟਸੈਲਫ, ਸਾਡਾ ਜੀਵਨ ਵੀ ਇਹ ਸਦਾ ਥਿਰ ਨਹੀਂ ਹੈ। ਉਹ ਹਰ ਚੀਜ਼ ਜਿਹੜੀ ਆ ਉਹ ਚੇਂਜ ਹੁੰਦੀ ਹੈ। ਇਸ ਕਰਕੇ ਚਿੰਤਾ ਨਾ ਕਰੋ। ਜੇ ਦੁੱਖ ਹੈ ਤਾਂ ਸੁੱਖ ਵੀ ਆਉਣਗੇ, ਤੇ ਜੇ ਸੁੱਖ ਹੈ ਉਹਦੀ ਵੀ ਚਿੰਤਾ ਲੋਕੀ ਪਾ ਲੈਂਦੇ ਆ ਨਾ, ਕਿ ਪਤਾ ਨਹੀਂ ਇਹ ਚਲਾ ਨਾ ਜਾਵੇ। ਇਹ ਹਮੇਸ਼ਾ ਯਾਦ ਰੱਖਣਾ, ਗੁਰੂ ਜੀ ਸਾਨੂੰ ਸਿਖਾਉਂਦੇ ਨੇ ਕਿ ਇੱਥੇ ਥਿਰ ਕੁਛ ਨਹੀਂ ਹੈ। ਜਿਹੜੇ ਸੁੱਖ ਪਿੱਛੇ ਮੈਂ ਟੈਨਸ਼ਨਾਂ ਲੈ ਕੇ ਬੈਠਾ ਉਹਨੇ ਵੀ ਚਲੇ ਜਾਣਾ, ਤੇ ਜੇ ਮੈਂ ਦੁੱਖ ਦੀ ਟੈਨਸ਼ਨ ਲਈ ਹੋਈ ਹੈ, ਚਿੰਤਾ ਵਰੀਜ਼ ਕਰ ਰਿਹਾ, ਤੇ ਉਹਨੇ ਵੀ ਚਲੇ ਜਾਣਾ। ਇਸ ਚੀਜ਼ ਨੂੰ ਹਮੇਸ਼ਾ ਚੇਤੇ ਰੱਖਣ ਨਾਲ ਸਾਡੀ ਚਿੰਤਾ ਜਿਹੜੀ ਹੈ ਉਹ ਜਾਵੇਗੀ। ਅਗਲਾ ਸ਼ਲੋਕ ਜਿਹੜਾ ਹੈ ਉਹ ਵੀ ਇਸੇ ਹੀ ਆਸ਼ੇ ਨਾਲ, ਇਸੇ ਹੀ ਥੀਮ ਦੇ ਨਾਲ ਮੇਲ ਖਾਂਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਹੁਣ ਜਿਹੜਾ ਪਿੱਛੇ ਥੀਮ ਲਿਆ ਸੀ ਉਹਦੀ ਸੋਲੂਸ਼ਨ ਵੀ ਦਿੱਤੀ ਹੈ ਇੱਥੇ, ਕਿ ਜੇ ਚਿੰਤਾ ਨਾ ਕਰੀਏ ਤੇ ਕੀ ਕਰੀਏ ਫਿਰ, ਹਨਾ। ਕਿਉਂਕਿ ਸਾਨੂੰ ਲੱਗ ਰਿਹਾ ਕਿ ਜੋ ਮੈਨੂੰ ਮਿਲਿਆ ਇਹ ਕਿਤੇ ਚਲਾ ਨਾ ਜਾਵੇ, ਜੋ ਮੇਰੇ ਆਲੇ ਦੁਆਲੇ ਸਭ ਕੁਝ ਹੈਗਾ, ਮੈਨੂੰ ਸੁੱਖ ਮਿਲ ਗਏ ਆ, ਅਚੀਵਮੈਂਟਸ ਮਿਲ ਗਈਆਂ, ਸਕਸੈਸ ਮਿਲ ਗਈ ਹੈ, ਉਸ ਚੀਜ਼ ਦੀ ਵੀ ਚਿੰਤਾ ਹੋ ਜਾਂਦੀ ਹੈ। ਤਾਂ ਗੁਰੂ ਜੀ ਸੇਜ਼ ਕਿ ਜੋ ਉਪਜਿਓ, ਜੋ ਵੀ ਚੀਜ਼ ਪੈਦਾ ਹੋਈ ਹੈ ਉਹਨੇ ਖਤਮ ਹੋਣਾ ਹੈ, ਹਨਾ। ਜੇ ਅਸੀਂ ਗੌਰ ਨਾਲ ਦੇਖੀਏ, ਐਨੀਥਿੰਗ ਵਿਚ ਇਜ਼ ਬੋਰਨ ਹੈਜ਼ ਟੂ ਡਾਈ। ਜਿੰਨੇ ਵੀ ਜਨਮ ਲਿਆ ਹੈ ਉਹਨੇ ਮੁੱਕਣਾ ਆ, ਜਿਹਨੇ ਜਨਮ ਨਹੀਂ ਲਿਆ ਉਹਨੇ ਮੁੱਕਣਾ ਵੀ ਨਹੀਂ। ਤੋ ਜਦੋਂ ਅਸੀਂ ਜਨਮ ਲੈਂਦੇ ਆ, ਜਾਂ ਜਦੋਂ ਵੀ ਕੋਈ ਚੀਜ਼ ਇਸ ਦੁਨੀਆ ਵਿੱਚ ਆਉਂਦੀ ਹੈ ਜਾਂ ਬਣਦੀ ਹੈ ਜਾਂ ਸਾਡੀ ਲਾਈਫ ਵਿੱਚ ਆਉਂਦੀ ਹੈ, ਜੋ ਉਪਜਿਓ ਸੋ ਬਿਨਸ ਹੈ, ਉਹਦਾ ਵਿਨਾਸ਼ ਵੀ ਹੋਣਾ। ਜੋ ਵੀ ਫਿਜ਼ੀਕਲ ਵਰਲਡ ਦੇ ਵਿੱਚ ਆਲੇ ਦੁਆਲੇ ਜੋ ਕੁਝ ਵੀ ਹੈ, ਉਹ ਭਾਵੇਂ ਸਾਨੂੰ ਪੇਨ ਦੇ ਰਿਹਾ ਹੈ ਜਾਂ ਸੁੱਖ ਦੇ ਰਿਹਾ ਹੈ, ਉਹਨੇ ਖਤਮ ਹੋਣਾ ਹੈ। ਪਰ ਉਹ ਆਜ ਕੇ ਕਾਲ, ਇਹ ਜਾਣ ਲਓ ਅੱਜ ਨਹੀਂ ਤੇ ਕੱਲ ਉਹਨੇ ਖਤਮ ਹੋ ਜਾਣਾ। ਪਰ ਉਹ ਹੁੰਦਾ ਪੜ ਜਾਣਾ, ਡਿੱਗ ਜਾਣਾ, ਹਨਾ। ਹੁਣ ਕੀ ਕਰੀਏ ਜੇ ਚਿੰਤਾ ਨਾ ਕਰੀਏ? ਹੁਣ ਸਾਨੂੰ ਫਿਕਰ ਹੈ ਕਿ ਜੋ ਮੈਨੂੰ ਮਿਲਿਆ ਇਹ ਨਾ ਚਲਾ ਜਾਵੇ, ਉਸ ਗੱਲ ਦੀ ਵੀ ਫਿਕਰ ਹੈ। ਦੁੱਖ ਆ ਗਏ ਨੇ ਉਹਦੀ ਵੀ ਫਿਕਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਭਾਈ ਇੱਥੇ ਕੋਈ ਵੀ ਚੀਜ਼ ਸਦਾ ਨਹੀਂ ਹੈ। ਜਿੱਦਾਂ ਮੰਨ ਲਓ ਕਿ ਕਿਸੇ ਵਿਅਕਤੀ ਨੂੰ ਇਹ ਪਤਾ ਹੋਵੇ ਕਿ ਮੈਂ 2 ਹਫ਼ਤੇ ਰਹਿਣਾ ਆ ਦੁਨੀਆ ਵਿੱਚ, ਹਨਾ, ਉਹਦੇ ਬਾਅਦ ਮੈਂ ਚਲੇ ਜਾਣਾ। ਜੇ ਕਿਸੇ ਕੋਈ ਸਿਆਣਾ ਹੋਵੇਗਾ, ਜੇ ਉਹਨੂੰ ਸਮਝ ਹੋਵੇਗੀ, ਤੇ ਉਹ ਚਿੰਤਾ ਨਹੀਂ ਕਰੇਗਾ, ਹਨਾ। ਉਹ ਕੀ ਕਰੇਗਾ? ਸਾਰਿਆਂ ਨੂੰ ਮਿਲੇਗਾ, ਨਫ਼ਰਤ ਨਹੀਂ ਕਰੇਗਾ, ਲੜਾਈ ਝਗੜੇ ਨਹੀਂ ਕਰੇਗਾ, won't fight with anyone, envy, jealousy, ਨਫ਼ਰਤ, hatred, ਈਰਖਾ, ਇਹ ਸਭ ਨਹੀਂ ਕਰੇਗਾ। ਲਾਲਚ ਵੀ ਨਹੀਂ ਕਰੇਗਾ। ਉਹਨੂੰ ਪਤਾ ਹੀ ਹੈ 2 ਹਫ਼ਤੇ ਬਾਅਦ ਚਲੇ ਜਾਣਾ। I won't live here, ਮੈਂ ਇੱਥੇ ਬੈਠਣਾ ਨਹੀਂ, ਮੇਰੇ ਤਾਂ 2 ਹੀ ਹਫ਼ਤੇ ਰਹਿ ਗਏ। ਉਹਨੂੰ ਚਿੰਤਾ ਨਹੀਂ ਹੋਏਗੀ, ਹਨਾ। ਚਿੰਤਾ ਕਰਕੇ ਕਰਨਾ ਕੀ ਹੈ, ਹੁਣ ਜਾਣਾ ਹੀ ਹੈ। ਤਾਂ ਜੇ ਸਾਨੂੰ ਇਹ ਸਮਝ ਹੋਵੇ ਕਿ ਅਸੀਂ ਆਏ ਆ ਤੇ ਅਸੀਂ ਚਲੇ ਵੀ ਜਾਣਾ ਆ, ਐਂਡ ਵੀ ਡੋਂਟ ਨੋ, ਸਾਨੂੰ ਪਤਾ ਨਹੀਂ ਹੈ ਕਿਹੜੇ ਵੇਲੇ ਚਲੇ ਜਾਣਾ ਹੈ, ਹਨਾ। ਸਭ ਤੋਂ ਵੱਡੀ ਹੈਰਤ ਵਾਲੀ ਗੱਲ ਤਾਂ ਇਹ ਹੈ। ਇਸੇ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਆ, ਸਤਿਗੁਰੂ ਸਾਨੂੰ ਕੀ ਸਿਖਾਉਂਦੇ ਨੇ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਤਾਂ ਕਈ ਵਾਰੀ ਜਿਹੜੇ ਆ ਸ਼ਲੋਕ ਆਪਾਂ ਪੜ੍ਹ ਰਹੇ ਆ ਨਾ ਬੇਟਾ, ਇਹਨੂੰ ਅਸੀਂ ਕਹਿ ਦਿੰਦੇ ਆ ਜੀ ਬੜੇ ਬੈਰਾਗਮਈ ਸ਼ਲੋਕ ਨੇ, ਬਿਕੋਜ਼ ਵੀ ਥਿੰਕ ਦੈਟ ਇਫ ਸਮਵਨ ਇਜ਼ ਟਾਕਿੰਗ ਅਬਾਊਟ ਡੈਥ, ਜੇ ਕੋਈ ਮੌਤ ਦੀ ਗੱਲ ਕਰਦਾ, ਮਰਨ ਦੀ ਗੱਲ ਕਰਦਾ, ਤਾਂ ਬੜੀ ਬੈਰਾਗ ਵਾਲੀ ਗੱਲ ਹੈ। ਪਰ ਜੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹਨਾਂ ਸ਼ਲੋਕਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਉਹ ਸਾਨੂੰ ਜ਼ਿੰਦਗੀ ਸਿਖਾ ਰਹੇ ਨੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਨੂੰ ਦੱਸਦਾ ਸੀ ਕਿ ਪਹਿਲਾਂ ਮਰਨ ਕਬੂਲ। ਜੇ ਤੁਸੀਂ ਮੌਤ ਨੂੰ ਕਬੂਲ ਕਰ ਲੈਂਦੇ ਹੋ, ਫਿਰ ਤੁਹਾਨੂੰ ਜ਼ਿੰਦਗੀ ਜਿਉਣੀ ਆ ਜਾਂਦੀ ਹੈ ਨਾ। ਜਿਹਨੂੰ ਪਤਾ ਹੋਵੇ ਕਿ ਮੈਂ ਚਲੇ ਜਾਣਾ, ਇੱਥੇ ਬੈਠੇ ਨਹੀਂ ਰਹਿਣਾ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਬਾਬਾ ਫਰੀਦ ਜੀ ਦਾ ਬਚਨ ਹੈ। ਜੇ ਸਾਨੂੰ ਪਤਾ ਹੋਵੇ ਕਿ ਅਸੀਂ ਇੱਥੇ ਨਹੀਂ ਰਹਿਣਾ ਤੇ ਅਸੀਂ ਚਲੇ ਹੀ ਜਾਣਾ, ਫਿਰ ਇੰਨੇ ਝਗੜੇ ਨਹੀਂ ਨਾ ਹੋਣਗੇ, ਇੰਨੀਆਂ ਚਿੰਤਾਵਾਂ ਵੀ ਨਹੀਂ ਹੋਣਗੀਆਂ। ਦੇਖੋ, ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਗੱਲ ਦੱਸਦਾ ਹਾਂ ਕਿ ਚਿੰਤਾ ਅਸੀਂ ਪਾ ਕੇ ਬਹਿ ਜਾਂਦੇ ਹਾਂ ਕਿ ਹਾਂ ਏਦਾਂ ਹੋ ਜਾਏਗਾ, ਏਦਾਂ ਹੋ ਜਾਏਗਾ। ਕੋਈ ਵੀ ਪ੍ਰੋਬਲਮ ਜਿਹੜੀ ਆਈ ਹੈ ਲਾਈਫ ਦੇ ਵਿੱਚ, ਉਹਨੇ ਸੋਲਵ ਤਾਂ ਹੋ ਹੀ ਜਾਣਾ। 2 ਹੀ ਤਰੀਕੇ ਨੇ, ਜਾਂ ਤਾਂ ਉਹ ਸੋਲਵ ਹੋ ਜਾਏਗੀ ਜਾਂ ਉਹ ਅਸੀਂ ਖਤਮ ਹੋ ਜਾਾਂਗੇ, ਨਹੀਂ ਰਹਾਂਗੇ, ਹਨਾ। ਜੋ ਅਸੀਂ ਲਾਈਫ ਦੇ ਵਿੱਚ ਦੇਖ ਰਹੇ, ਜੋ ਇੱਥੇ ਸਤਿਗੁਰੂ ਦੱਸ ਰਹੇ, ਜੋ ਉਪਜਿਓ ਸੋ ਬਿਨਸ ਹੈ, ਇੱਕ ਟਾਈਮ ਅਸੀਂ ਵੀ ਇੱਥੋਂ ਚਲੇ ਜਾਣਾ ਹੈ। ਜਦੋਂ ਤੱਕ ਸਾਡੇ ਕੋਲੇ ਲਾਈਫ ਹੈਗੀ ਹੈ, ਜਦੋਂ ਤੱਕ ਅਸੀਂ ਜਿਉਂਦੇ ਆ, ਜਦੋਂ ਤੱਕ ਅਸੀਂ ਸਾਹ ਲੈ ਰਹੇ ਹਾਂ, ਜੋ ਤੁਸੀਂ ਪਿੱਛੇ ਵੀ ਸੁਣ ਆਏ ਹੋ, ਜਗ ਰਚਨਾ ਸਭ ਝੂਠ ਹੈ ਵਿੱਚ, ਹਨਾ, ਕਿ ਜਦੋਂ ਤੱਕ ਅਸੀਂ ਇੱਥੇ ਜੀ ਰਹੇ ਹਾਂ, ਜੋ ਵੀ ਲਾਈਫ ਦੇ ਵਿੱਚ ਹੈਗਾ ਆ, ਉਹ ਉਪਜਦਾ ਬਿਨਸਦਾ ਹੈ, ਖਤਮ ਹੁੰਦਾ ਆ, ਬਣਦਾ ਹੈ, ਨਵਾਂ ਬਣ ਜਾਂਦਾ ਹੈ, ਤੇ ਉਹ ਪਰਮਾਨੈਂਟ ਨਹੀਂ ਹੈ, ਜਿਹੜਾ ਪਿਛਲੇ ਸ਼ਲੋਕ ਵਿੱਚ ਵੀ ਅਸੀਂ ਸੁਣਿਆ। ਇਸ ਕਰਕੇ ਉਹਦੇ ਨਾਲ ਜੁੜੀ ਹੋਈ ਚਿੰਤਾ ਵੀ ਪਰਮਾਨੈਂਟ ਨਹੀਂ ਹੋਣੀ ਚਾਹੀਦੀ। ਅਸੀਂ ਪਰਮਾਨੈਂਟ ਬਣਾ ਲਈ ਚਿੰਤਾ। ਤਾਂ ਸਤਿਗੁਰੂ ਸਾਨੂੰ ਦੱਸਦੇ ਨੇ ਕਿ ਉਹ ਫਿਕਰ ਵਿੱਚ ਨਾ ਪਵੋ,
ਪਹਿਲਾ ਮਰਨ ਕਬੂਲ। ਜੇ ਅਸੀਂ ਮਰਨ ਨੂੰ ਕਬੂਲ ਕਰ ਲਈਏ, ਜੇ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰ ਲਈਏ ਕਿ ਜੋ ਉਪਜਿਓ ਸੋ ਬਿਨਤ ਹੈ, ਇੰਕਲੂਡਿੰਗ ਮੀ, ਮੈਂ ਵੀ ਪੈਦਾ ਹੋਇਆ ਤੇ ਮੈਂ ਵੀ ਸਦਾ ਨਹੀਂ ਰਹਿਣਾ, ਤੇ ਜੋ ਕੁਝ ਵੀ ਮੇਰੀ ਲਾਈਫ ਦੇ ਵਿੱਚ ਮੈਨੂੰ ਮਿਲ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਇਹ ਵੀ ਸਦਾ ਨਹੀਂ ਰਹਿਣਾ, ਹਨਾ। ਤੇ ਇਸ ਕਰਕੇ ਇਹ ਚਿੰਤਾ ਨੂੰ ਕਰਨ ਦੀ ਲੋੜ ਨਹੀਂ। ਤੇ ਹੁਣ ਸਤਿਗੁਰੂ ਇੱਥੇ ਨਾ ਸੋਲੂਸ਼ਨ ਦੱਸ ਰਹੇ ਕਿ ਚਿੰਤਾ ਤੋਂ ਬਚੀਏ ਕਿਵੇਂ। ਉਹ ਫਰਮਾਨ ਕਰਦੇ ਨੇ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੰਜਾਲ ਕੀ ਹੈ? ਹੁਣ ਸਾਨੂੰ ਲੱਗਦਾ ਹੈ ਕਿ ਜੰਜਾਲ ਹੈਗਾ ਆ ਕਿ ਦੇਖੋ ਜੋਗੀ ਜਿਹੜੇ ਸੀ ਨਾ, ਉਹਨਾਂ ਬਾਰੇ ਵੀ ਬਾਣੀ ਚਾਹੁੰਦਾ, ਉਹਨਾਂ ਨੂੰ ਲੱਗਦਾ ਸੀ ਕਿ ਪਰਿਵਾਰ ਵਿੱਚ, ਫੈਮਿਲੀ ਲਾਈਫ ਵਿੱਚ ਰਹਿਣਾ ਇਹ ਜੰਜਾਲ ਹੈ। ਕਈ ਵਾਰੀ ਕਈ ਲੋਕ ਇਹ ਕਹਿ ਦਿੰਦੇ ਨੇ ਕਿ ਪੈਸਾ ਜੰਜਾਲ ਪਾਉਂਦਾ ਆ, ਹਨਾ। ਗੁਰੂ ਜੀ ਕਹਿੰਦੇ ਇਹ ਜੰਜਾਲ ਨਹੀਂ। ਜੰਜਾਲ ਹੈਗਾ ਜੋ ਅਸੀਂ ਚਿੰਤਾ ਦਾ ਡਰ ਫਿਕਰ ਜੋ ਅਸੀਂ ਮਨ ਵਿੱਚ ਪਾਲ ਲਏ ਨਾ, ਕਿ ਇਹ ਵੀ ਮੇਰਾ, ਇਹ ਵੀ ਮੇਰਾ, ਜੋ ਮੈਂ ਆਪਣੇ ਕਰਕੇ ਪਾਲ ਲਿਆ, ਇਹ ਜੰਜਾਲ ਛੱਡ, ਔਗਣ ਛੱਡ, ਤੇ ਚਿੰਤਾਵਾਂ ਨੂੰ, ਡਰ ਫਿਕਰਾਂ ਨੂੰ ਦਰਕਿਨਾਰ ਕਰਕੇ ਇਹ ਕਰ ਕਿ ਹਰ ਗੁਣ ਗਾਏ ਲੈ। ਹਰੀ ਦੇ ਗੁਣ ਗਾ। ਅੱਛਾ, ਹਰੀ ਕੌਣ ਹੁੰਦਾ ਆ? ਹਰੀ ਨਾਮ ਪ੍ਰਮਾਤਮਾ ਦਾ ਆ, ਹਨਾ। ਨਾਮ ਅਸੀਂ ਰੱਖੇ ਆ ਨਾ ਪ੍ਰਮਾਤਮਾ ਦੇ, ਉਹਨੇ ਤਾਂ ਨਹੀਂ ਰੱਖੇ ਆਪੇ। ਤੋਂ ਅਸੀਂ ਜੋ ਨਾਮ ਰੱਖੇ ਹੈ ਉਹਦੇ ਵਿੱਚ ਇੱਕ ਨਾਮ ਪ੍ਰਮਾਤਮਾ ਦਾ ਹਰੀ ਵੀ ਹੈ। ਹਰੀ ਮੀਨਸ ਜਿਹੜਾ ਹਰੇਕ ਨੂੰ ਹਰਿਆ ਭਰਿਆ ਕਰ ਰਿਹਾ, ਹਰੇਕ ਨੂੰ ਹਰਿਆ ਭਰਿਆ। ਹਰਿਆ ਭਰਿਆ ਕੀ ਹੁੰਦਾ? ਜਿਹੜਾ ਰੁੱਖ ਹਰਿਆ ਭਰਿਆ ਹੁੰਦਾ, ਅਸੀਂ ਕਹਿੰਦੇ ਇਹਦੇ ਚ ਲਾਈਫ ਹੈਗੀ ਆ। ਜਿਹੜਾ ਸੁੱਕ ਗਿਆ ਉਹ ਹਰਿਆ ਭਰਿਆ ਨਹੀਂ ਹੁੰਦਾ ਨਾ, ਖਤਮ ਹੋ ਗਿਆ। ਤੋ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਉਹਦਾ ਨਾਮ ਹੈ ਹਰੀ, ਉਹਦਾ ਨਾਮ ਹੈ ਪ੍ਰਮਾਤਮਾ। ਦੈਟ ਮੀਨਸ ਕਿ ਉਹ ਸਾਨੂੰ ਲਾਈਫ ਦੇ ਰਿਹਾ। ਜੇ ਅਸੀਂ ਹੱਸ ਖੇਡ ਰਹੇ ਹਾਂ, ਬੋਲ ਰਹੇ ਹਾਂ, ਤੁਰਦੇ ਫਿਰਦੇ ਹਾਂ, ਤਾਂ ਸਾਡੇ ਅੰਦਰ ਲਾਈਫ ਹੈਗੀ ਹੈ। ਇਹ ਲਾਈਫ ਕਿਹਨੇ ਦਿੱਤੀ ਹੈ? ਹਰੀ ਪ੍ਰਮਾਤਮਾ ਨੇ, ਵਾਹਿਗੁਰੂ ਨੇ ਦਿੱਤੀ ਹੈ। ਹੁਣ ਉਹਦਾ ਗੁਣ ਕੀ ਹੈ? ਹਰੀ ਦਾ ਗੁਣ ਕਿਹੜਾ ਹੋਇਆ? ਉਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਤੋ ਹਰ ਗੁਣ ਗਾਏ ਲੈ ਮੀਨਸ ਕਿ ਅਸੀਂ ਧੰਨਵਾਦੀ ਹੋਈਏ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇਹ ਜੀਵਨ ਦਿੱਤਾ ਆ ਜੋ ਕਿ ਸਭ ਤੋਂ ਕੀਮਤੀ ਹੈ। ਜੇ ਅਸੀਂ ਇਸ ਚੀਜ਼ ਦਾ ਧੰਨਵਾਦ ਕਰਨ ਲੱਗ ਜਾਵਾਂਗੇ, ਹਰ ਗੁਣ ਗਾਏ ਲੈ ਉਸ ਹਰੀ ਪ੍ਰਮਾਤਮਾ ਦਾ, ਜਿੱਥੇ ਵੀ ਹਰੀ ਆਵੇ ਨਾ, ਜੇ ਉੱਥੇ ਤੁਸੀਂ ਇਸ ਚੀਜ਼ ਨੂੰ ਮੰਨ ਕੇ ਚੱਲੋ ਕਿ ਹਰੀ ਲਫ਼ਜ਼ ਜਿੱਥੇ ਆਇਆ ਪ੍ਰਮਾਤਮਾ ਦੇ ਨਾਮ ਵਾਸਤੇ, ਅਸੀਂ ਉੱਥੇ ਆਪਣੇ ਜੀਵਨ ਦੇ ਪ੍ਰਤੀ ਦੇਖਣਾ ਕਿ ਸਾਨੂੰ ਜ਼ਿੰਦਗੀ ਦੇਣ ਵਾਲਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਉਹਦੀ ਜੋਤ ਹੈ ਨਾ ਸਾਡੇ ਅੰਦਰ, ਤਾਂ ਅਸੀਂ ਰੋਸ਼ਨ ਹਾਂ, ਤਾਂ ਅਸੀਂ ਹੱਸਦੇ ਖੇਡਦੇ, ਤਾਂ ਅਸੀਂ ਹਰੇ ਭਰੇ ਹਾਂ। ਤਾਂ ਉਹਨੇ ਸਾਨੂੰ ਜੀਵਨ ਦਿੱਤਾ ਆ, ਉਹਦਾ ਸ਼ੁਕਰਾਨਾ ਕਰਨਾ ਹੀ ਉਹਦਾ ਸਭ ਤੋਂ ਵੱਡਾ ਗੁਣ। ਦੇਖੋ ਕੀ ਹੈ? ਉਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਜੇ ਨਾ ਹੋਵੇ ਤਾਂ ਅਸੀਂ ਕੁਝ ਬੋਲ ਸਕਦੇ ਹਾਂ, ਅਸੀਂ ਕੁਝ ਗਾ ਸਕਦੇ ਹਾਂ। ਤੇ ਉਹਦਾ ਗੁਣ ਗਾਉਣਾ, ਉਹਦਾ ਧੰਨਵਾਦ ਕਰਨਾ ਜਿਨਨੇ ਸਾਰਾ ਕੁਝ ਦਿੱਤਾ ਹੈ। ਛਾੜ ਸਗਲ ਜੰਜਾਲ। ਜੇ ਅਸੀਂ ਥੈਂਕਫੁਲ ਹੋ ਜਾਈਏ, ਜੇ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਨ ਲੱਗ ਜਾਈਏ, ਰੋਜ਼ ਸਵੇਰੇ ਉੱਠ ਕੇ ਜਦੋਂ ਸਾਨੂੰ ਜਾਗ ਆਵੇ, ਅਸੀਂ 2 ਘੜੀ ਵਾਹਿਗੁਰੂ ਤੇਰਾ ਸ਼ੁਕਰ ਹੈ, ਆਈ ਐਮ ਸਟਿਲ ਬਰੀਥਿੰਗ, ਮੈਨੂੰ ਸਾਹ ਆ ਰਿਹਾ ਹੈ, ਤੇ ਸਭ ਤੋਂ ਕੀਮਤੀ ਚੀਜ਼ ਇਹੀ ਹੈ ਨਾ। ਤੁਸੀਂ ਅੱਜ ਕੱਲ੍ਹ ਦੇਖ ਰਹੇ ਹੋ ਨਾ ਕਿ ਜਿਹੜੀ ਬਿਮਾਰੀ ਚੱਲ ਰਹੀ ਹੈ, ਲੋਕਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ, ਉਹਨਾਂ ਨੂੰ ਸਾਹ ਨਹੀਂ ਆਉਂਦਾ। ਉਦੋਂ ਪਤਾ ਲੱਗਦਾ ਨਾ ਕਿ ਸਾਹ ਕਿੰਨਾ ਕੀਮਤੀ ਹੈ ਨਾ। ਉਹਦੇ ਲਈ ਅਸੀਂ ਸਭ ਕੁਝ ਕਰ ਸਕਦੇ। ਤਾਂ ਸਾਡੀ ਲਾਈਫ ਜਿਹੜੀ ਹੈ ਉਹ ਸਾਹ ਤੇ ਡਿਪੈਂਡੈਂਟ ਹੈ। ਜੇ ਸਾਨੂੰ ਸਾਹ ਆਉਂਦਾ ਤੇ ਅਸੀਂ ਜੀ ਰਹੇ, ਜੇ ਅਸੀਂ ਸਾਹ ਲੈ ਰਹੇ ਹਾਂ, ਦੈਟ ਮੀਨਸ ਸਭ ਤੋਂ ਮਹਿੰਗੀ ਤੇ ਸਭ ਤੋਂ ਕੀਮਤੀ ਚੀਜ਼ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ। ਬਾਕੀ ਜੋ ਵੀ ਹੈ, ਜੋ ਵੀ ਅਸੀਂ ਇੱਥੇ ਹੁਣੇ ਪੜਿਆ, ਜੋ ਬਿਜ਼ਨਸ ਹੈ, ਬਾਕੀ ਅਸੀਂ ਜੋ ਵੀ ਆਲੇ ਦੁਆਲੇ ਦੇਖ ਰਹੇ, ਇਹ ਆਉਂਦਾ ਜਾਂਦਾ ਰਹਿੰਦਾ ਆ। ਜਦੋਂ ਤੱਕ ਸਾਡੇ ਕੋਲ ਸਾਹ ਹੈਗਾ, ਸਾਨੂੰ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ। ਤੇ ਜੇ ਅਸੀਂ ਸੱਚੀ ਇਹ ਫੀਲਿੰਗ ਲੈ ਆਵਾਂਗੇ ਕਿ ਸਾਨੂੰ ਉਸ ਪ੍ਰਮਾਤਮਾ ਨੇ ਬੜੀ ਸੋਹਣੀ ਲਾਈਫ ਦਿੱਤੀ ਹੋਈ ਹੈ, ਤੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਫਿਰ ਆਪਣੇ ਆਪ ਚਿੰਤਾ ਜਿਹੜੀ ਹੈ ਖਤਮ ਹੁੰਦੀ ਜਾਏਗੀ। ਤਾਂ ਉਹ ਜੰਜਾਲ ਛੱਡਣੇ, ਉਹ ਅੰਦਰੋਂ ਸ਼ਿਕਾਇਤਾਂ, ਕੰਪਲੇਂਟਸ ਕਰਨੀਆਂ, ਰੱਬਾ ਇੰਜ ਨਹੀਂ, ਇੰਜ ਹੋਣਾ ਚਾਹੀਦਾ ਸੀ, ਜਾਂ ਡਿਮਾਂਡਸ ਕਿ ਇੰਜ ਕਰਦੇ, ਉਹ ਜੰਜਾਲ ਛੱਡ ਕੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ। ਜਦੋਂ ਅਸੀਂ ਥੈਂਕਫੁਲਨੈਸ ਵਿੱਚ ਜੀਣ ਲੱਗ ਜਾਂਦੇ ਆ, ਫਿਰ ਸਾਡੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਮੁੱਕ ਜਾਂਦੀਆਂ ਨੇ। ਤਾਂ ਅਸੀਂ ਅਗਲਾ ਸ਼ਲੋਕ ਪੜ੍ਹਦੇ ਹਾਂ। ਅਗਲਾ ਜਿਹੜਾ ਸ਼ਲੋਕ ਹੈ ਉਹਦਾ ਟਾਈਟਲ ਦਿੱਤਾ ਹੋਇਆ ਦੋਹਰਾ। ਸ਼ਲੋਕ ਤੇ ਦੋਹਰਾ ਜਿਹੜਾ ਹੈ, ਇਹ ਦੋਨੋਂ ਪੋਇਟੀਕਲ ਐਲੀਮੈਂਟ, ਜਿਹੜੇ ਪੋਇਟਿਕ ਜਿਹੜੀ ਕੰਪੋਜੀਸ਼ਨ ਹੁੰਦੀ ਹੈ, ਇਹ ਉਹਦੇ ਟਾਈਪਸ ਨੇ। ਦੋਹਰੇ ਜਿਹੜੇ ਹੁੰਦੇ ਨੇ ਉਹ ਹਮੇਸ਼ਾ 2 ਲਾਈਨਾਂ ਦੇ ਹੁੰਦੇ ਨੇ, ਇਸੇ ਕਰਕੇ ਉਹਨਾਂ ਨੂੰ ਦੋਹਰਾ ਕਿਹਾ ਜਾਂਦਾ, ਜਾਂ ਹਿੰਦੀ ਲਿਟਰੇਚਰ ਵਿੱਚ ਉਹਨਾਂ ਨੂੰ ਦੋਹਾ ਵੀ ਕਿਹਾ ਜਾਂਦਾ। ਇੰਗਲਿਸ਼ ਵਿੱਚ ਆਪਾਂ ਕਹਿੰਦੇ ਕਪਲੇਟ, 2 ਲਾਈਨਸ ਹੈ ਨਾ, 2 ਲਾਈਨਾਂ ਦਾ ਬਣਿਆ। ਸ਼ਲੋਕ ਜਿਹੜੇ ਨੇ ਉਹ ਵੱਡੇ ਵੀ ਹੋ ਸਕਦੇ ਨੇ, ਆਲਦੋ ਜਿਹੜੇ ਤੁਸੀਂ ਪਿੱਛੇ ਸ਼ਲੋਕ ਪੜ੍ਹੇ ਗੁਰੂ ਤੇਗ ਬਹਾਦਰ ਸਾਹਿਬ ਦੇ, ਸਾਰੇ 2-2 ਪੰਕਤੀਆਂ ਦੇ ਆ। ਬਟ ਜਦੋਂ ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ ਜਾਂ ਹੋਰ ਵਾਰਾਂ ਵਿੱਚ ਸ਼ਲੋਕ ਪੜ੍ਹਦੇ ਹੋ,
ਉਹ ਕਈ ਸ਼ਲੋਕ ਜਿਹੜੇ 5 ਲਾਈਨਾਂ ਦੇ 6 ਲਾਈਨਾਂ ਦੇ ਸ਼ਲੋਕ ਵੱਡੇ ਵੀ ਹੋ ਸਕਦੇ ਨੇ, ਪਰ ਦੋਹਰੇ ਸਿਰਫ 2 ਲਾਈਨਾਂ ਦੇ ਹੁੰਦੇ ਨੇ। ਤੋ ਇਹ ਦੋਹਰਾ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਨੇ, ਬਲ ਛੁੱਟ ਕਿਉ। ਹੁਣ ਇੱਥੇ ਇੱਕ ਸਾਡੀ ਲਾਈਫ ਦਾ ਬੜਾ ਇੰਪੋਰਟੈਂਟ ਇਸ਼ੂ ਡਿਸਕਸ ਕਰਦੇ ਨੇ। ਜੇ ਮੈਂ ਇਹ ਗੱਲ ਕਹਾਂ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੰਨੀ ਵੀ ਬਾਣੀ ਹੈ, ਇੰਕਲੂਡਿੰਗ ਸ਼ਲੋਕ ਜਿਹੜੇ ਤੁਸੀਂ ਹੁਣ ਸੁਣ ਰਹੇ ਹੋ, ਉਹ ਸਾਡੀ ਲਾਈਫ ਦੇ ਆਲਮੋਸਟ ਸਾਰੇ ਕੁਐਸਚਨਸ ਦੇ ਆਨਸਰ ਨੇ। ਉਹਦੇ ਵਿੱਚ ਅਸੀਂ ਬੜੇ ਸੁਖੀ ਹੋ ਕੇ, ਬੜੇ ਖੁਸ਼ ਹੋ ਕੇ ਜੀ ਸਕਦੇ ਹਾਂ। ਵੀ ਕੈਨ ਲਿਵ ਇਨ ਪੀਸ, ਵੀ ਕੈਨ ਲਿਵ ਇਨ ਅੰਦਰਲੀ ਜਿਹੜੀ ਹੈਪੀਨੈਸ ਹੈ ਨਾ, ਜੋਏ ਵਿੱਚ ਜੀ ਸਕਦੇ ਜੇ ਸਮਝ ਲਈਏ। ਹੁਣ ਦੇਖੋ ਇਸ ਸ਼ਲੋਕ ਵਿੱਚ ਬੜੀ ਸੋਹਣੀ ਗੱਲ ਉਹਨਾਂ ਨੇ ਕੀਤੀ ਹੈ, ਤੇ ਉਹ ਸਾਨੂੰ ਦੱਸਦੇ ਨੇ, ਸਾਨੂੰ ਰਾਹ ਪਾਉਂਦੇ ਨੇ, ਸਿਖਾਉਂਦੇ ਨੇ। ਹੀ ਗਾਈਡਸ ਅਸ ਕਿ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਿ ਲਾਈਫ ਵਿੱਚ ਇਹੋ ਜਿਹੇ ਬੜੇ ਸਾਰੇ ਇਨਸਟੈਂਸ ਆਉਂਦੇ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕੋਈ ਤਾਕਤ ਨਹੀਂ ਰਹੀ। ਬਲ ਛੁੱਟ ਕਿਉ ਮੀਨਸ ਸਾਡਾ ਵੱਸ ਨਹੀਂ ਚੱਲ ਰਿਹਾ, ਹਨਾ। ਅਸੀਂ ਇਹ ਚੀਜ਼ ਹੁਣ ਕੁਝ ਕਰ ਨਹੀਂ ਪਾ ਰਹੇ। ਵੀ ਕੈਨ ਨਾਟ ਡੂ ਐਨੀਥਿੰਗ ਹੇਅਰ। ਸਾਡਾ ਬਲ, ਸਾਡੀ ਸ਼ਕਤੀ ਖਤਮ ਹੋ ਗਈ ਹੈ। ਅਸੀਂ ਇਸ ਚੀਜ਼ ਨੂੰ ਨਹੀਂ ਠੀਕ ਕਰ ਸਕਦੇ ਜਾਂ ਇਹ ਕੰਮ ਨਹੀਂ ਕਰ ਪਾ ਰਹੇ। ਬੰਧਨ ਪਰੇ, ਬੰਧਨ ਪੈ ਗਿਆ, ਅਸੀਂ ਵੱਜ ਗਏ ਕਿ ਇੱਥੇ ਅਸੀਂ ਸਟਕ ਹੋ ਗਏ ਆ, ਅਸੀਂ ਇਸ ਚੀਜ਼ ਚੋਂ ਨਿਕਲ ਨਹੀਂ ਪਾ ਰਹੇ ਜਾਂ ਅਸੀਂ ਇਸ ਚੀਜ਼ ਨੂੰ ਹੁਣ ਅੱਗੇ ਨਹੀਂ ਕਰ ਪਾ ਰਹੇ। ਕਛੂ ਨਾ ਹੋਤ ਉਪਾਏ, ਕੋਈ ਉਪਾਏ ਕੋਈ ਰਾਹ ਵੀ ਨਹੀਂ ਲੱਭ ਰਿਹਾ। ਤੋ ਲਾਈਫ ਵਿੱਚ ਬਹੁਤ ਸਾਰੇ ਮੂਮੈਂਟਸ ਇਹੋ ਜਿਹੇ ਆਉਂਦੇ ਜਿੱਥੇ ਅਸੀਂ ਸਟਕ ਹੋ ਜਾਂਦੇ ਆ। ਸਾਡੀ ਸਟਰੈਂਥ, ਅਸੀਂ ਆਪਣੇ ਆਪ ਨੂੰ ਵੀਕ ਮਹਿਸੂਸ ਕਰਨ ਲੱਗ ਜਾਂਦੇ, ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ। ਇੰਝ ਲੱਗਦਾ ਕਿ ਫਸ ਗਏ ਆ, ਬੰਧਨ ਪਰ ਗਏ ਆ। ਬੰਧਨ ਪਰੇ ਮੀਨਸ ਬੇੜੀਆਂ ਪੈ ਗਈਆਂ ਸਾਨੂੰ, ਕੋਈ ਉਪਾਏ, ਕੋਈ ਰਾਹ ਨਹੀਂ ਲੱਭ ਰਿਹਾ ਕਿ ਕਿੱਦਾਂ ਇਸ ਚੀਜ਼ ਤੋਂ ਬਾਹਰ ਆਈਏ। ਹੁੰਦਾ ਨਾ ਲਾਈਫ ਵਿੱਚ ਬੜੀ ਵਾਰੀ ਹੋ ਜਾਂਦਾ। ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹੋ ਜਿਹੀ ਸਿਚੁਏਸ਼ਨ 'ਚ ਤੁਸੀਂ ਕੀ ਕਰਨਾ ਆ। ਕਹ ਨਾਨਕ ਗੁਰੂ ਨਾਨਕ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਅਬ ਓਟ ਹਾਰ। ਉਸ ਵੇਲੇ ਜਦੋਂ ਤੁਸੀਂ ਲਾਈਫ ਵਿੱਚ ਸਟਕ ਮਹਿਸੂਸ ਕਰੋ, ਵੀਕ ਮਹਿਸੂਸ ਕਰੋ, ਕਮਜ਼ੋਰ, ਤੁਹਾਨੂੰ ਲੱਗੇ ਕਿ ਅਸੀਂ ਵੱਜ ਗਏ ਆ, ਬੰਧਨ ਪੈ ਗਏ, ਕੁਝ ਨਹੀਂ ਕਰ ਪਾ ਰਹੇ, ਕੋਈ ਉਪਾਏ, ਕੋਈ ਰਾਹ ਨਹੀਂ ਲੱਭ ਰਿਹਾ ਲਾਈਫ ਵਿੱਚ, ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਉਹ ਕੈਸੀ ਵੀ ਹੋ ਸਕਦੀ ਹੈ, ਹਨਾ। ਬੜੇ ਸਾਰੇ ਲਾਈਫ ਦੇ ਅਲੱਗ-ਅਲੱਗ ਸਿਚੁਏਸ਼ਨਸ ਇਹੋ ਜਿਹੀਆਂ ਆ ਜਾਂਦੀਆਂ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਬੜੇ ਵੀਕ ਆ, ਅਸੀਂ ਕੁਝ ਨਹੀਂ ਕਰ ਪਾ ਰਹੇ, ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ। ਗੁਰੂ ਜੀ ਕਹਿੰਦੇ ਨੇ ਉਸ ਵੇਲੇ ਤੁਸੀਂ ਓਟ ਹਰ ਮੀਨਸ ਹਰੀ ਪਰਮਾਤਮਾ ਜਿਹਨੇ ਲਾਈਫ ਦਿੱਤੀ ਹੈ, ਉਹਦਾ ਆਸਰਾ ਤੱਕੋ। ਕਿਵੇਂ ਤੱਕੋ? ਹੁਣ ਇੱਥੇ ਉਹ ਐਗਜ਼ਾਮਪਲ ਦਿੰਦੇ ਨੇ, ਗੱਜ ਜਿਉ ਹੋ ਸਹਾਇ। ਇਹ ਗੱਜ ਜਿਉ ਹੋ ਸਹਾਇ ਜਿਹੜਾ ਨਾ, ਇਹ ਬੜੀ ਵਾਰੀ ਗੁਰਬਾਣੀ 'ਚ ਸ਼ਬਦਾਂ ਦੇ ਵਿੱਚ, ਖਾਸ ਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਇਹ ਜਿਹੜਾ ਹੈ ਰੈਫਰੈਂਸ ਆਉਂਦਾ ਹੈ ਹਾਥੀ ਦਾ, ਹਨਾ। ਉਹ ਹਾਥੀ ਦਾ ਰੈਫਰੈਂਸ ਆਉਂਦਾ ਆ। ਉਹ ਕਹਾਣੀ ਹੈਗੀ ਹੈ, ਇੱਕ ਗ੍ਰੰਥ ਹੈ, ਉਹਦਾ ਨਾਮ ਹੈ ਸ਼੍ਰੀਮਦ ਭਾਗਵਤ ਪੁਰਾਣ। ਉਸ ਪੁਰਾਣ ਦੇ ਵਿੱਚ ਇਹ ਜਿਹੜੀ ਹੈ, ਇਹ ਗਾਥਾ ਇੱਕ ਕਹਾਣੀ ਹੈ। ਜਿੱਦਾਂ ਤੁਸੀਂ ਪੰਚਤੰਤਰ ਦੀਆਂ ਕਹਾਣੀਆਂ ਸੁਣੀਆਂ ਹੋਣੀਆਂ ਨਾ, ਕਿ ਅਲੱਗ-ਅਲੱਗ ਤਰੀਕੇ ਦੀਆਂ, ਜਾਂ ਉਂਝ ਵੀ ਕਹਾਣੀ ਸੁਣਦੇ ਹੋ, ਪਿਆਸਾ ਕਾਂ। ਉਹ ਹੁਣ ਕਾਂ ਜਿਹੜਾ ਆ, ਜਾਂ ਉਂਝ ਤੁਸੀਂ ਕਿਤੇ ਪੜ੍ਹ ਲੈਂਦੇ ਹੋ ਕਿ ਲਾਲਚੀ ਬਾਂਦਰ, ਉਹ ਬੋਲਦੇ ਨਹੀਂ, ਗੱਲਾਂ ਨਹੀਂ ਕਰਦੇ। ਉਹਨਾਂ ਨੂੰ ਅਸੀਂ ਕਹਿੰਦੇ ਫੇਬਲਸ, ਜਿਹੜੀਆਂ ਐਨੀਮਲਸ ਨਾਲ ਰਿਲੇਟਡ ਕਹਾਣੀਆਂ ਹੁੰਦੀਆਂ। ਉਹ ਹੁੰਦੀਆਂ ਕਾਹਦੇ ਲਈ? ਤਾਂ ਕਿ ਅਸੀਂ ਕੁਝ ਸਿੱਖਿਆ ਲੈ ਸਕੀਏ, ਕੋਈ ਸਿੱਖਿਆ ਲੈ ਸਕੀਏ, ਕੋਈ ਮੋਰਲ ਆਫ ਦਾ ਸਟੋਰੀ ਹੁੰਦਾ ਹੈ, ਹਨਾ। ਕਿ ਉਹ ਜਿੱਦਾਂ ਆਪਾਂ ਖਰਗੋਸ਼ ਦੀ ਕਹਾਣੀ ਪੜ੍ਹ ਲੈਂਦੇ ਕਿ ਉਹ ਖਰਗੋਸ਼ ਨੇ ਕਿੱਦਾਂ ਸ਼ੇਰ ਨੂੰ ਧੋਖਾ ਦੇ ਦਿੱਤਾ। ਉਹਨੂੰ ਕਹਿਤਾ ਉੱਥੇ ਇੱਕ ਹੋਰ ਸ਼ੇਰ ਹੈ, ਤੇ ਉੱਥੇ ਚਲਾ ਗਿਆ ਤੇ ਸ਼ੇਰ ਨੇ ਛਾਲ ਮਾਰ ਦਿੱਤੀ। ਆਪਾਂ ਇਹੋ ਜਿਹੀਆਂ ਬੜੀਆਂ ਕਹਾਣੀਆਂ ਪੜ੍ਹਦੇ ਹਾਂ, ਲਾਲਚੀ ਕੁੱਤਾ ਟਾਈਪ। ਉਹ ਕਹਾਣੀਆਂ ਕੀ ਹੁੰਦੀਆਂ? ਉਹਨਾਂ ਦਾ ਇੱਕ ਮੈਸੇਜ ਹੁੰਦਾ ਆ, ਹਨਾ। ਉਹ ਕੁਝ ਸਿਖਾਉਂਦੀਆਂ ਨੇ ਸਾਨੂੰ। ਉਸੇ ਤਰ੍ਹਾਂ ਹੀ ਸ਼੍ਰੀਮਦ ਭਾਗਵਤ ਪੁਰਾਣ ਇੱਕ ਹਿੰਦੂਆਂ ਦਾ ਗ੍ਰੰਥ ਹੈ, ਪੁਰਾਣ ਹੈ। ਉਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਇੱਕ ਰਿਸ਼ੀ ਇੱਕ ਰਾਜੇ ਨੂੰ ਸੁਣਾਉਂਦਾ ਆ, ਉਹਨੂੰ ਗਿਆਨ ਦੇਣ ਲਈ, ਉਹਨੂੰ ਸਮਝਾਉਣ ਲਈ ਜ਼ਿੰਦਗੀ ਬਾਰੇ, ਹਨਾ। ਉਹਦੇ ਵਿੱਚ ਹੀ ਧਰੂ ਦੀ ਕਹਾਣੀ ਹੈ, ਪ੍ਰਹਿਲਾਦ ਦੀ ਹੈ, ਹੋਰ ਬਹੁਤ ਸਾਰੀਆਂ। ਉਹਦੇ ਵਿੱਚ ਜਨਮੇਜਾ ਦੀ ਕਹਾਣੀ ਹੈ, ਉਹਦੇ ਵਿੱਚ ਅਜਾਮਲ ਦੀ ਕਹਾਣੀ ਆ, ਉਹਦੇ ਵਿੱਚ ਗਣਕਾ ਦੀ ਕਹਾਣੀ ਹੈ, ਉਹਦੇ ਵਿੱਚ ਹੀ ਇਹ ਗੱਜ ਦੀ ਕਹਾਣੀ ਹੈ, ਹਾਥੀ ਦੀ। ਤੋ ਇੱਥੇ ਗੁਰੂ ਸਾਹਿਬ ਰੈਫਰੈਂਸ ਇਸ ਕਰਕੇ ਲੈ ਰਹੇ ਨੇ ਕਿਉਂਕਿ ਗੁਰੂ ਜੀ ਉਹਨਾਂ ਲੋਕਾਂ 'ਚ ਬੈਠ ਕੇ ਉਹਨਾਂ ਨੂੰ ਸਮਝਾ ਰਹੇ ਜਿਨ੍ਹਾਂ ਨੂੰ ਉਹ ਕਹਾਣੀ ਪਹਿਲਾਂ ਤੋਂ ਪਤਾ ਹੈ। ਸੋ ਉਹਨਾਂ ਨੂੰ ਪੂਰੀ ਕਹਾਣੀ ਸੁਣਾਉਣ ਦੀ ਲੋੜ ਨਹੀਂ, ਉਹਨਾਂ ਨੂੰ ਸਿੱਧਾ ਦੱਸ ਦਿੱਤਾ ਕਿ ਤੁਸੀਂ ਉਹ ਕਹਾਣੀ ਸੁਣੀ ਹੈ ਨਾ ਹਾਥੀ ਵਾਲੀ, ਜਿੱਦਾਂ ਹਾਥੀ ਨੇ ਪ੍ਰਮਾਤਮਾ ਦਾ ਆਸਰਾ ਲਿਆ, ਤੁਸੀਂ ਵੀ ਜਦੋਂ ਆਪਣੀ ਲਾਈਫ ਵਿੱਚ ਸਟਕ ਮਹਿਸੂਸ ਕਰੋ, ਵੀਕ, ਕਮਜ਼ੋਰ ਮਹਿਸੂਸ ਕਰੋ, ਉਦੋਂ ਪ੍ਰਮਾਤਮਾ ਦਾ ਆਸਰਾ ਲਵੋ। ਹੁਣ ਮੈਂ ਤੁਹਾਨੂੰ ਉਹ ਜਿਹੜੀ ਸਟੋਰੀ ਆ, ਥੋੜੀ ਜਿਹੀ ਸੰਖੇਪ ਵਿੱਚ, ਸ਼ਾਰਟ ਵਿੱਚ ਦੱਸ ਦਿੰਦਾ ਆ, ਐਜ਼ ਜਿੱਦਾਂ ਉਹ ਸ਼੍ਰੀਮਦ ਭਾਗਵਤ ਪੁਰਾਣ 'ਚ ਆਉਂਦੀ। ਉਹ ਏਦਾਂ ਆ ਕਿ ਹਾਥੀ ਜਿਹੜਾ ਆ, ਇੱਕ ਹਾਥੀ ਪਾਣੀ ਪੀਣ ਲਈ ਇੱਕ ਟੋਬੇ ਜਾਂ ਪੌਂਡ ਦੇ ਲਾਗੇ ਗਿਆ, ਵਾਟਰ ਸੋਰਸ ਜਿਹੜਾ ਆ, ਉੱਥੇ ਪਾਣੀ ਪੀਣ ਲਈ ਗਿਆ, ਤੇ ਉਹਨੂੰ ਗਿਰਾ, ਜਾਂ ਬਹੁਤ ਸਾਰੇ ਜਿਹੜੇ ਹਿੰਦੂ ਗ੍ਰੰਥ ਨੇ ਉਹਨਾਂ ਵਿੱਚ ਕਿਹਾ ਕਿ ਉਹਨੂੰ
ਤੇਂਦੂਏ ਨੇ ਤੇ ਕਈ ਗ੍ਰੰਥਾਂ ਵਿੱਚ ਕਿਹਾ ਕਿ ਜਿਹੜਾ ਆਪਾਂ ਕਹਿੰਦੇ ਨਾ ਕ੍ਰੋਕੋਡਾਈਲ, ਮਗਰਮੱਛ, ਉਹਨੇ ਫੜ ਲਿਆ। ਉਹ ਜਿਹੜੀ ਸੁੰਡ ਨਾਲ ਪੀਂਦਾ ਹੈ ਨਾ, ਜਿਹਨੂੰ ਟਰੰਕ ਕਹਿੰਦੇ ਆ, ਉਹਦੀ ਸੁੰਡ ਨੂੰ ਉਸ ਮਗਰਮੱਛ ਨੇ ਫੜ ਲਿਆ। ਹੁਣ ਉਹ ਉੱਥੇ ਫਸ ਗਿਆ, ਜਿੱਦਾਂ ਇੱਥੇ ਸਿਚੁਏਸ਼ਨ ਹੈਗੀ ਆ। ਤਾਂ ਇਹੋ ਜਿਹੀ ਲਾਈਫ ਸਿਚੁਏਸ਼ਨ ਆ ਗਈ ਕਿ ਜਿਹੜਾ ਕ੍ਰੋਕੋਡਾਈਲ ਹੈਗਾ ਭਾਵੇਂ ਛੋਟਾ ਜਿਹਾ ਹੈ, ਪਰ ਉਹਦੀ ਪਕੜ ਬੜੀ ਮਜ਼ਬੂਤ ਹੈ ਹਨਾ, ਬੜੀ ਸਟਰੋਂਗ ਹੈ ਉਹਦਾ ਹੋਲਡ ਜਿਹੜਾ। ਉਹਨੇ ਉਸ ਹਾਥੀ ਨੂੰ ਫੜ ਲਿਆ, ਉਹਦੇ ਕੋਲ ਛੁੱਟਿਆ ਨਹੀਂ ਜਾ ਰਿਹਾ, ਉਹ ਜ਼ੋਰ ਲਾ ਰਿਹਾ ਆ, ਤੇ ਉਹ ਹਿੰਮਤ ਹਾਰਨ ਲੱਗ ਗਿਆ ਕਿ ਹੁਣ ਮੇਰੇ 'ਚ ਤਾਕਤ ਨਹੀਂ, ਮੈਂ ਕਿਵੇਂ ਇਹ ਤੋਂ ਛਡਾਵਾਂ, ਮੈਨੂੰ ਇਹਨੇ ਫੜ ਲਿਆ ਆ, ਕੋਈ ਉਪਾਅ ਨਹੀਂ ਲੱਭ ਰਿਹਾ। ਤੇ ਫਿਰ ਉੱਥੇ ਆਉਂਦਾ ਸ਼੍ਰੀਮਦ ਭਾਗਵਤ ਪੁਰਾਣ ਵਿੱਚ ਕਿ ਉਹਨੇ ਹਰੀ ਨੂੰ ਯਾਦ ਕੀਤਾ। ਹਰੀ ਨੂੰ ਯਾਦ ਕਰਨ ਦਾ ਕੀ ਮਤਲਬ ਸੀ, ਅਸੀਂ ਇਹ ਚੀਜ਼ ਨੂੰ ਸਮਝਣਾ ਹੈ। ਹੁਣ ਉਹ ਜਿਹੜੀ ਕਹਾਣੀ ਆ ਉੱਥੇ ਇੰਨੀ ਕੀ ਹੈ, ਤੇ ਉਹ ਕਹਾਣੀ ਦਾ ਇੱਕ ਮੀਨਿੰਗ ਹੁੰਦਾ, ਇੱਕ ਮੈਸੇਜ ਹੁੰਦਾ। ਮੈਸੇਜ ਇਹ ਸੀ ਕਿ ਉਸ ਹਾਥੀ ਨੇ ਹਰੀ ਨੂੰ ਚੇਤੇ ਕੀਤਾ। ਹਰੀ ਮੀਨਸ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ, ਦ ਸੋਰਸ ਆਫ ਆਵਰ ਲਾਈਫ, ਸਾਡੇ ਜੀਵਨ ਦਾ ਸਰੋਤ ਵਾਹਿਗੁਰੂ, ਉਹਨੂੰ ਚੇਤੇ ਕੀਤਾ। ਉਹਨੂੰ ਚੇਤੇ ਕਰਨ ਦਾ ਕੀ ਮਤਲਬ ਸੀ, ਜੋ ਪਿਛਲੇ ਸ਼ਲੋਕ ਵਿੱਚ ਵੀ ਅਸੀਂ ਸੁਣਿਆ ਸੀ ਨਾ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਪਿਛਲੇ ਸ਼ਲੋਕ 'ਚ ਗੱਲ ਕੀਤੀ ਕਿ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ, ਉਹ ਚਿੰਤਾ ਉਹ ਫਿਕਰ ਛੱਡ ਕੇ ਹਰੀ ਨੂੰ ਚੇਤੇ ਕਰ, ਧੰਨਵਾਦੀ ਹੋਣਾ। ਦੈਟ ਮੀਨਸ ਉਸ ਚੀਜ਼ ਨੂੰ ਯਾਦ ਕਰਨਾ ਜੋ ਵਾਹਿਗੁਰੂ ਨੇ ਦਿੱਤੀ ਹੈ, ਠੀਕ ਹੈ, ਉਹਦੇ ਨਾਲੇ ਉਹਨੂੰ ਯਾਦ ਕਰ ਪਾਵਾਂਗੇ ਨਾ। ਤੇ ਇਸ ਹਾਥੀ ਨੇ ਚੇਤੇ ਕੀਤਾ, ਸਮਝਿਆ, ਫੀਲ ਕੀਤਾ, ਯਾਦ ਕੀਤਾ ਕਿ ਮੈਨੂੰ ਤੇ ਪ੍ਰਮਾਤਮਾ ਨੇ ਐਡਾ ਵੱਡਾ ਸਰੀਰ ਦਿੱਤਾ ਹੈ ਹਨਾ। ਐਲੀਫੈਂਟ ਇਜ਼ ਦਾ ਬਿਗੇਸਟ ਲੈਂਡ ਐਨੀਮਲ ਹਨਾ, ਉਹ ਜ਼ਮੀਨ ਤੇ ਰਹਿਣ ਵਾਲਾ ਸਭ ਤੋਂ ਵੱਡਾ ਜਾਨਵਰ ਹੈ ਹਾਥੀ। ਕ੍ਰੋਕੋਡਾਈਲ ਉਹਦੇ ਸਾਹਮਣੇ ਕੁਝ ਵੀ ਨਹੀਂ ਹੈ। ਜਦੋਂ ਉਹਨੇ ਆਪਣੇ ਅੰਦਰ ਇਹ ਅਹਿਸਾਸ ਲਿਆਂਦਾ, ਯਾਦ ਕੀਤਾ ਕਿ ਮੈਨੂੰ ਤੇ ਵਾਹਿਗੁਰੂ ਨੇ, ਮੈਨੂੰ ਤੇ ਪ੍ਰਮਾਤਮਾ ਨੇ ਐਡਾ ਵੱਡਾ ਸਰੀਰ ਦਿੱਤਾ ਆ, ਉਹਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਮੈਂ ਤਾਂ ਹਾਥੀ ਹਾਂ, ਮੇਰਾ ਤਾਂ ਐਡਾ ਵੱਡਾ ਸਰੀਰ ਹੈ, ਦਿਸ ਇਜ਼ ਨਥਿੰਗ ਬਿਫੋਰ ਮੀ, ਇਹ ਜਿਹੜਾ ਕ੍ਰੋਕੋਡਾਈਲ ਹੈ ਤੇ ਕੁਝ ਵੀ ਨਹੀਂ ਹੈ ਮੇਰੇ ਸਾਹਮਣੇ, ਇਹ ਮਗਰਮੱਛ ਮੇਰੇ ਸਾਹਮਣੇ ਕੁਝ ਨਹੀਂ ਹੈ। ਫਿਰ ਉਹਨੇ ਆਪਣੀ ਪੂਰੀ ਸਮਰੱਥਾ ਜਿਹੜੀ ਹੈ, ਜੋ ਅੰਦਰ ਵਾਹਿਗੁਰੂ ਸਾਡੇ ਅੰਦਰ ਰਹਿੰਦਾ ਨਾ, ਪ੍ਰਮਾਤਮਾ ਬਾਹਰ ਥੋੜੀ ਰਹਿੰਦਾ ਕਿਤੇ, ਉਹਨੂੰ ਪੁਕਾਰਾਂਗੇ ਕਿੱਥੇ, ਆਪਣੇ ਅੰਦਰ, ਉਹਦੀ ਓਟ ਕਿੱਥੇ ਲਵਾਂਗੇ, ਆਪਣੇ ਅੰਦਰ। ਤਾਂ ਸਾਡੇ ਅੰਦਰ ਜਿਹੜਾ ਵਾਹਿਗੁਰੂ ਹਰੀ ਵਸਿਆ ਹੋਇਆ ਜੀਵਨ ਰੂਪ ਹਨਾ, ਜੋ ਸਾਡੇ ਅੰਦਰ ਹੈ, ਉਹਦਾ ਆਸਰਾ ਲੈਣਾ ਮੀਨਸ ਉਹਦੇ ਵੱਲ ਤੱਕਣਾ, ਉਹਦਾ ਆਸਰਾ ਲੈਣਾ। ਤੇ ਜਦੋਂ ਉਹਨੇ ਆਸਰਾ ਲਿਆ, ਉਹਨੇ ਜਾਣਿਆ ਮੈਂ ਤਾਂ ਹਾਥੀ ਹਾਂ, ਮੈਨੂੰ ਤੇ ਬੜੀ ਸਾਰੀ ਸਟਰੈਂਥ ਵਾਹਿਗੁਰੂ ਨੇ ਦਿੱਤੀ ਹੋਈ ਹੈ। ਤੇ ਉਹਨੇ ਆਪਣੀ ਪੂਰੀ ਸਟਰੈਂਥ ਜੋ ਅੰਦਰੋਂ ਉਹਦੇ ਵਾਹਿਗੁਰੂ ਨੇ, ਪ੍ਰਮਾਤਮਾ ਨੇ ਉਹਨੂੰ ਸਾਥ ਦਿੱਤਾ ਕਿ ਲੈ ਬਈ ਤੂੰ ਤੇ ਹਾਥੀ ਹੈ, ਉਹਨੇ ਜਦੋਂ ਪੂਰੀ ਲਗਾਈ ਤੇ ਉਸ ਹਾਥੀ, ਉਸ ਕ੍ਰੋਕੋਡਾਈਲ ਦੇ ਸ਼ਿਕੰਜੇ ਤੋਂ ਉਹ ਬਾਹਰ ਆ ਗਿਆ। ਗੱਜ ਗਰਾ ਤੇ ਛੂਟਾ ਬਾਣੀ ਚਾਹੁੰਦਾ ਹੈ। ਜਿਵੇਂ ਅੱਜ ਵੀ ਤੁਸੀਂ ਡਿਸਕਵਰੀ ਜਾਂ ਨੈਸ਼ਨਲ ਜੀਓਗ੍ਰਾਫੀ ਜਾਂ ਉਂਝ ਵੀ ਕਈ ਵਾਰੀ ਵੀਡੀਓਜ਼ ਦੇਖ ਲੈਂਦੇ ਨਾ YouTube ਤੇ, ਪਿੱਛੇ ਜੇ ਮੈਂ ਵੀ ਦੇਖੀ ਸੀ, ਉਹ ਇੱਕ ਮੱਝ ਹੈ, ਜੰਗਲੀ ਮੱਝ, ਉਹਨੂੰ ਸ਼ੇਰ ਨੇ ਫੜ ਲਿਆ, ਪਰ ਉਹ ਕਿਸੇ ਤਰ੍ਹਾਂ ਜ਼ੋਰ ਲਗਾ ਕੇ ਸ਼ੇਰ ਕੋਲੋਂ ਛੁੱਟ ਕੇ ਨਿਕਲ ਗਈ। ਜਦੋਂ ਉਹਨੂੰ ਅਹਿਸਾਸ ਹੋ ਗਿਆ, ਜੇ ਇੱਕ ਤਾਂ ਹਾਰ ਮੰਨ ਲਈ, ਦੇਖੋ ਬੇਟਾ, ਇੱਕ ਹੁੰਦਾ ਹੈ ਸਰੀਰ ਦਾ ਬਲ ਹਨਾ, ਸਰੀਰ ਦੀ ਤਾਕਤ। ਕਈ ਜਗ੍ਹਾ ਸਰੀਰ ਦੀ ਤਾਕਤ ਹੁੰਦਿਆਂ ਹੋਇਆਂ ਵੀ ਬੰਦਾ ਅੰਦਰੋਂ, ਆਪਣੇ ਅੰਦਰੋਂ ਜਦੋਂ ਆਤਮ ਬਲ ਹੁੰਦੀ ਹੈ, ਆਤਮਾ ਦਾ ਬਲ, ਜਿਹਨੂੰ ਮਨੋਬਲ ਵੀ ਕਿਹਾ ਜਾਂਦਾ, ਅੰਦਰ ਦੀ ਸ਼ਕਤੀ। ਕਈ ਬੰਦਿਆਂ 'ਚ ਅੰਦਰੋਂ ਤਾਕਤ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਕਹਿੰਦੇ ਬੁਝਦਿਲ, ਕਾਇਰ, ਡਰਪੋਕ ਹਨਾ। ਜਿਹੜਾ ਅੰਦਰੋਂ ਡਰਿਆ ਹੁੰਦਾ ਆ, ਜਿਹਦੇ 'ਚੋਂ ਆਤਮ ਬਲ ਨਾ ਹੋਵੇ, ਉਹਦਾ ਸਰੀਰ ਭਾਵੇਂ ਕਿੰਨਾ ਵੀ ਵੱਡਾ ਹੋਵੇ, ਉਹ ਬੰਦਾ ਹਾਰ ਜਾਂਦਾ ਆ ਹਨਾ, ਉਹ ਕੁਝ ਕਰ ਨਹੀਂ ਪਾਉਂਦਾ। ਹੁਣ ਜਦੋਂ ਅਸੀਂ ਆਪਣੇ ਹਿਸਟਰੀ 'ਚ ਦੇਖਦੇ ਹਾਂ, ਸਿੱਖ ਹਿਸਟਰੀ ਵਿੱਚ ਭਾਈ ਬਚਿੱਤਰ ਸਿੰਘ, ਭਾਵੇਂ ਸਰੀਰ ਬੜਾ ਉਹਨਾਂ ਦਾ, ਐਡਾ ਕੋਈ ਵੱਡਾ ਸਰੀਰ ਨਹੀਂ ਸੀ, ਪਰ ਉਹਨਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਕਿਉਂਕਿ ਉਹਨਾਂ ਨੇ ਜਾਣਿਆ, ਗੁਰੂ ਸਾਹਿਬ ਕੋਲ ਥਾਪੜਾ ਲਿਆ, ਅੰਦਰ ਵਾਹਿਗੁਰੂ ਦਾ ਚੇਤਾ ਆਇਆ, ਜਾਣਿਆ, ਅੰਦਰੋਂ ਗੁਰੂ ਨੇ ਆਤਮ ਬਲ ਦੇ ਦਿੱਤਾ। ਜਿਹਦੇ ਕੋਲ ਆਤਮ ਬਲ ਹੁੰਦਾ ਆ, ਉਹ ਬੰਦਾ ਸਭ ਕੁਝ ਕਰ ਜਾਂਦਾ ਹੈ। ਗੱਜ ਜਿਉਂ ਹੋ ਸਹਾਏ, ਹਾਥੀ ਜਿਹੜਾ ਉੱਥੋਂ ਨਿਕਲ ਆਇਆ, ਭਾਵੇਂ ਸਰੀਰ ਬੜਾ ਵੱਡਾ ਸੀ, ਪਰ ਡਰ ਗਿਆ ਅੰਦਰੋਂ। ਜੇ ਘਬਰਾ ਜਾਂਦਾ ਤਾਂ ਉੱਥੇ ਰਹਿ ਜਾਣਾ ਸੀ ਉਹਨੇ ਹਨਾ। ਐਡੇ ਛੋਟਾ ਸਾਈਜ਼ ਦਾ ਜਿਹੜਾ ਸ਼ੇਰ ਆ, ਉਹ ਵੱਡੇ ਵੱਡੇ ਜਾਨਵਰਾਂ ਨੂੰ ਖਾ ਜਾਂਦਾ, ਕਿਉਂਕਿ ਉਹਦੇ ਅੰਦਰ ਬੜੀ ਕਰੇਜ ਹੈ ਜਿਹੜਾ ਸ਼ੇਰ ਹੈ। ਪਰ ਜਿਹੜੇ ਵੱਡੇ ਜਾਨਵਰ ਉਹਨਾਂ 'ਚ ਜੇ ਕਰੇਜ ਨਹੀਂ ਹੋਏਗੀ ਤੇ ਫਿਰ ਉਹ ਫਸ ਜਾਂਦੇ ਨੇ। ਜਦੋਂ ਉਸ ਆਤਮ ਬਲ ਦਾ ਅਸੀਂ ਪ੍ਰਯੋਗ ਕਰਦੇ ਹਾਂ, ਆਤਮ ਬਲ ਕਿਹੜਾ, ਸਾਡੇ ਅੰਦਰ ਜਿਹੜੀ ਆਤਮਾ ਪਰਮਾਤਮਾ ਦਾ ਹਿੱਸਾ ਆ, ਉਹਦਾ ਓਟ ਲੈਣਾ ਕਿ ਨਹੀਂ, ਮੈਨੂੰ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ। ਦੇਖੋ, ਤੁਸੀਂ ਵੀ ਜਦੋਂ ਐਗਜ਼ਾਮ ਦਿੰਦੇ ਹੋ, ਕਈ ਬੱਚੇ ਨਰਵਸ ਹੋ ਜਾਂਦੇ, ਐਗਜ਼ਾਮ ਦੇਣ ਲੱਗਿਆ ਹੋ ਜਾਂਦੇ ਆ ਨਾ, ਆਲਦੋ ਪੜ੍ਹਿਆ ਬੜਾ ਸੀ, ਸਭ ਕੁਝ ਸੀ, ਬੜੇ ਖੁਸ਼ ਰਹਿੰਦੇ ਅਦਰਵਾਈਜ਼ ਵੀ, ਪਰ ਜਦੋਂ ਨਰਵਸ ਹੋ ਜਾਂਦੇ ਆ, ਅੰਦਰੋਂ ਆਤਮ ਬਲ ਘਟ ਜਾਂਦਾ ਆ। ਫਿਰ ਕੀ ਹੈ, ਡਰ ਕੇ ਬੰਦਾ ਜਿਹੜਾ ਆ, ਉਹ ਆਪਣਾ ਪੂਰੇ ਪੋਟੈਂਸ਼ੀਅਲ ਨਾਲ ਕੰਮ ਨਹੀਂ ਕਰ ਪਾਉਂਦਾ, ਜਿੰਨੀ ਤਾਕਤ ਨਾਲ ਉਹ ਕਰ ਸਕਦਾ ਸੀ ਨਹੀਂ ਕਰ ਪਾਉਂਦਾ। ਠੀਕ ਹੈ, ਉਂਝ ਤਾਂ ਕਹਾਣੀਆਂ ਮੈਂ ਹੋਰ ਵੀ ਸੁਣਾ ਸਕਦਾ, ਪਰ ਮੈਨੂੰ ਲੱਗਦਾ ਟਾਈਮ ਨਾ ਹੋ ਜੇ। ਤਾਂ ਅਸੀਂ ਆਪਣੇ ਸਰੀਰ ਤੋਂ ਵੀ ਵੱਧ, ਹੁਣ ਕੀੜੀ ਜਿਹੜੀ ਹੈ ਛੋਟੀ ਜਿਹੀ, ਪਰ ਆਪਣੇ ਸਰੀਰ ਦੀ ਤਾਕਤ, ਆਪਣੇ ਸਰੀਰ ਦੇ ਹਿਸਾਬ ਨਾਲ ਵੱਡੇ ਵੱਡੇ ਕੰਮ ਉਹ ਕਰ ਜਾਂਦੀ।
ਆਤਮ ਬਲ ਬੜਾ ਜ਼ਰੂਰੀ ਹੁੰਦਾ ਹੈ। ਜੰਗਾਂ ਉਹ ਲੋਕ ਜਿੱਤਦੇ ਨੇ, ਬੈਟਲ ਦੇ ਵਿਨ ਬੈਟਲਸ ਜਿਨ੍ਹਾਂ ਦੇ ਅੰਦਰ ਆਤਮ ਬਲ, ਜਿਹੜੇ ਡਰਪੋਕ ਹੁੰਦੇ ਆ ਭੱਜ ਜਾਂਦੇ। ਸੋ ਦੁਨੀ ਚੰਦ ਸੀ ਉਸ ਵੇਲੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਇਹ ਹਾਥੀ ਦਾ ਮੁਕਾਬਲਾ ਕਰੇਗਾ। ਉਹਦਾ ਸਰੀਰ ਬੜਾ ਵੱਡਾ ਸੀ ਤੇ ਉਹਦੇ ਕੋਲ ਹੋਰ ਵੀ ਬੜੇ, ਉਹ ਬੜੀ ਫੜਾ ਮਾਰਦਾ ਹੁੰਦਾ ਸੀ, ਹਨਾ, ਬੋਸਟ ਕਰਦਾ ਸੀ ਕਿ ਦੇਖੋ ਮੈਂ ਤਾਂ ਬੜਾ ਤਾਕਤਵਰ ਹਾਂ, ਮੇਰੇ ਨਾਲ ਇੰਨੇ ਸਾਰੇ ਮੇਰੇ ਸਾਥੀ ਜਿਹੜੇ ਨੇ, ਤੁਸੀਂ ਸਾਨੂੰ ਅੱਗੇ ਲੈ ਕੇ ਆਇਆ ਕਰੋ ਗੁਰੂ ਸਾਹਿਬ। ਤੇ ਜਦੋਂ ਉਹ ਪਾਗਲ ਹਾਥੀ ਜਦੋਂ ਮੁਗਲਾਂ ਨੇ, ਪਹਾੜੀ ਰਾਜਿਆਂ ਨੇ ਛੱਡਿਆ ਆਨੰਦਪੁਰ ਸਾਹਿਬ, ਹਨਾ, ਕਿਲੇ ਦਾ ਦਰਵਾਜ਼ਾ ਤੋੜਨ ਲਈ, ਤੇ ਗੁਰੂ ਸਾਹਿਬ ਨੂੰ ਸਿੰਘਾਂ ਨੇ ਆ ਕੇ ਦੱਸਿਆ ਕਿ ਹੁਣ ਕੀ ਕਰੀਏ। ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਸਾਡੇ ਕੋਲ ਬੜਾ ਤਾਕਤ ਵਾਲਾ, ਵੱਡੇ ਸਰੀਰ ਵਾਲਾ ਸਾਡੇ ਕੋਲ ਹੈਗਾ ਆ ਦੁਨੀ ਚੰਦ, ਇਹ ਮੁਕਾਬਲਾ ਕਰੇਗਾ। ਹੁਣ ਸਰੀਰ ਤੇ ਬੜਾ ਵੱਡਾ ਸੀ ਉਹਦਾ, ਪਰ ਅੰਦਰੋਂ ਆਤਮ ਬਲ ਜ਼ੀਰੋ ਹੋ ਗਿਆ, ਡਰ ਗਿਆ ਅੰਦਰੋਂ। ਉਹਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ, ਉਹਨੂੰ ਨਾ ਹੀ ਪ੍ਰਮਾਤਮਾ ਤੇ ਭਰੋਸਾ ਰਿਹਾ, ਹਨਾ, ਵਾਹਿਗੁਰੂ ਤੇ ਵੀ ਭਰੋਸਾ ਨਹੀਂ ਰਿਹਾ, ਟਰਸਟ ਨਹੀਂ ਸੀ। ਉਹ ਰਾਤੀ ਡਰ ਕੇ ਭੱਜ ਗਿਆ। ਤੇ ਅਗਲੇ ਦਿਨ ਜਦੋਂ ਦੱਸਿਆ ਗੁਰੂ ਨੇ, ਗੁਰੂ ਨੂੰ ਜਾ ਕੇ ਸਿੱਖਾਂ ਨੇ ਕਿ ਉਹ ਭੱਜ ਗਿਆ, ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਹੁਣ ਬਚਿੱਤਰ ਸਿੰਘ ਇਹ ਮੁਕਾਬਲਾ ਕਰੇ। ਤੋ ਆਤਮ ਬਲ, ਜਿਹੜੀ ਗੱਜ ਦੀ ਕਹਾਣੀ ਹੈ, ਹਾਥੀ ਦੀ ਕਹਾਣੀ ਹੈ ਕਿ ਉਹਨੇ ਵਾਹਿਗੁਰੂ ਦਾ ਆਸਰਾ ਲਿਆ, ਮੀਨਸ ਕਿ ਉਹਨੇ ਆਪਣੇ ਆਪ ਨੂੰ ਪਹਿਚਾਣਿਆ, ਉਹਨੇ ਆਪਣੇ ਅੰਦਰ ਵਾਹਿਗੁਰੂ, ਜੋ ਉਸਨੇ ਪ੍ਰਮਾਤਮਾ ਨੇ ਜੋ ਐਡਾ ਵੱਡਾ ਸਰੀਰ ਦਿੱਤਾ, ਇੰਨੀ ਤਾਕਤ ਦੀ, ਸਾਨੂੰ ਇੰਨੀ ਸੋਚਣ ਦੀ ਸ਼ਕਤੀ ਦਿੱਤੀ ਹੈ, ਅਸੀਂ ਉਹਦੇ ਵੱਲ ਦੇਖੀਏ। ਜਦੋਂ ਵੀ ਅਸੀਂ ਆਪਣੀ ਲਾਈਫ ਵਿੱਚ ਸਟਕ ਮਹਿਸੂਸ ਕਰਦੇ ਹਾਂ, ਬੰਧਨ ਪਰੇ, ਬਲ ਛੁੱਟ ਕੇ ਵੀਕ ਮਹਿਸੂਸ ਕਰਦੇ ਹਾਂ, ਕਮਜ਼ੋਰ, ਸਾਨੂੰ ਲੱਗਦਾ ਕੁਝ ਨਹੀਂ ਹੈ, ਉਸ ਵੇਲੇ ਵਾਹਿਗੁਰੂ ਵੱਲ ਧਿਆਨ ਕਰੋ, ਪ੍ਰਮਾਤਮਾ ਵੱਲ, ਕਿ ਪ੍ਰਮਾਤਮਾ ਤੁਸੀਂ ਮੈਨੂੰ ਬੜਾ ਸੋਹਣਾ ਸਰੀਰ ਦਿੱਤਾ ਹੈ, ਬੜਾ ਸੋਹਣਾ ਦਿਮਾਗ ਦਿੱਤਾ ਆ, ਕਿਰਪਾ ਕਰੋ ਮੈਨੂੰ ਰਾਹ ਲੱਭੇ। ਫਿਰ ਅਸੀਂ ਆਪਣੀ ਜਦੋਂ ਜਿਹੜੀ ਸਟਰੈਂਥਸ ਨੇ, ਜਦੋਂ ਅਸੀਂ ਉਹਨਾਂ ਤੇ ਵਰਕ ਕਰਦੇ ਆ, ਫਿਰ ਅਸੀਂ ਸੋਲਿਊਸ਼ਨਸ ਵੀ ਕੱਢ ਲੈਂਦੇ ਹਾਂ, ਨਿਕਲ ਜਾਂਦਾ ਹੈ ਉਹ। ਜਾਂ ਤਾਂ ਉਹ ਜੇ ਸਾਡੇ ਕੰਟਰੋਲ ਤੋਂ ਬਾਹਰ ਹੈ, ਫਿਰ ਵੀ ਅਸੀਂ ਧੰਨਵਾਦ ਕਰਨਾ, ਜਿੱਦਾਂ ਅਸੀਂ ਪਿੱਛੇ ਸੁਣਾ ਹੈ ਕਿ ਚਿੰਤਾ ਨਾ ਕਰੋ। ਤੇ ਜੇ ਸਾਡੇ ਅੰਦਰ ਉਹ ਸ਼ਕਤੀ ਹੈਗੀ ਹੈ, ਤੇ ਫਿਰ ਅਸੀਂ ਉਸ ਗੱਜ ਵਾਂਗ, ਉਸ ਹਾਥੀ ਵਾਂਗ ਪੂਰੀ ਸਮਰੱਥਾ ਦੇ ਨਾਲ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਵੱਲ ਧਿਆਨ ਕਰੀਏ, ਤੇ ਅਸੀਂ ਉੱਥੋਂ ਰਾਹ ਜ਼ਰੂਰ ਕੱਢ ਸਕਦੇ ਹਾਂ। ਹੁਣ ਅਗਲਾ ਜਿਹੜਾ ਸ਼ਲੋਕ ਹੈ, ਉਹ ਇਸ ਤੋਂ ਬਿਲਕੁਲ ਇੱਕ ਅਲੱਗ ਕਨਸੈਪਟ, ਜਿਹੜਾ ਲਾਈਫ ਵਿੱਚ ਇੱਕ ਅਲੱਗ ਸਿਚੁਏਸ਼ਨ ਆਉਂਦੀ, ਉਹਦੇ ਤੇ ਹੈ। ਉਹ ਕੀ ਹੈ? ਬਲ ਹੋਵਾ ਬੰਧਨ ਛੁਟੇ, ਸਭ ਕੁਝ ਹੋ ਤੋ ਪਾਏ। ਹੁਣ ਇੱਕ ਸਿਚੁਏਸ਼ਨ ਉਹ ਸੀ ਜਦੋਂ ਅਸੀਂ ਬਲ ਛੁੱਟ ਕੇ, ਜਦੋਂ ਸਾਡੀ ਲਾਈਫ ਅਸੀਂ ਵੀਕ ਮਹਿਸੂਸ ਕਰ ਰਹੇ ਸੀ, ਸਟਕ ਮਹਿਸੂਸ ਕਰ ਰਹੇ ਸੀ। ਇੱਕ ਸਿਚੁਏਸ਼ਨ ਉਹ ਹੈ ਜਦੋਂ ਸਾਡੇ ਕੋਲ ਸਭ ਕੁਝ ਹੈ, ਹੁਣ ਮੇਰੇ ਕੋਲ ਤਾਕਤ ਆ ਗਈ, ਮੇਰੇ ਕੋਲ ਪੈਸਾ ਆ ਗਿਆ, ਮੈਂ ਕੁਛ ਮੈਂ ਬਣ ਗਿਆ, ਕੋਈ ਮੰਤਰੀ ਸੰਤਰੀ ਬਣ ਗਿਆ, ਜਾਂ ਕਲਾਸ ਦਾ ਮੋਨੀਟਰ ਹੀ ਬਣ ਗਿਆ, ਹਨਾ, तो मेरे को ताकत आ गई, कोई बंधन भी नहीं है, किसी पासे बजे हुए नहीं है। ਤੇ ਉਸ ਵੇਲੇ ਕੀ ਕਰਨਾ, ਜਦੋਂ ਸਭ ਕੁਝ ਹੋ ਤੋਂ ਪਾਏ, ਜੋ ਸਾਡੇ ਕੋਲ ਸਾਰੇ ਉਪਾਏ ਹੈਗੇ ਆ, ਸਾਰੇ ਰਾਹ ਹੈਗੇ ਆ, ਸਾਡੇ ਕੋਲ ਤਾਕਤ ਵੀ ਹੈਗੀ ਆ, ਸਾਡੇ ਕੋਲ ਕੋਈ ਅਸੀਂ ਕਿਤੇ ਬੱਝੇ ਹੋਏ ਨਹੀਂ ਆ। ਦਿਸ ਇਜ਼ ਵੈਰੀ ਇੰਪੋਰਟੈਂਟ ਇਨ ਆਵਰ ਲਾਈਫ। ਇਹ ਯਾਦ ਰੱਖੋ ਕਿ ਸਾਡੀ ਜ਼ਿੰਦਗੀ 'ਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਅਸੀਂ ਦੁਖੀ ਹੁੰਨੇ, ਕਮਜ਼ੋਰ ਹੁੰਨੇ, ਉਦੋਂ ਤੇ ਅਸੀਂ ਜਾਣਨਾ ਹੀ ਹੈ ਕਿ ਅਸੀਂ ਉਸ ਵੇਲੇ ਵਾਹਿਗੁਰੂ ਦਾ ਆਸਰਾ ਲੈਣਾ ਹੈ, ਉਸ ਵੇਲੇ ਅਸੀਂ ਸਾਡੇ ਅੰਦਰ ਵਸਦੇ ਪ੍ਰਮਾਤਮਾ ਦਾ ਸਹਾਰਾ ਲੈਣਾ ਹੈ, ਚਿੰਤਾ ਨਹੀਂ ਕਰਨੀ। ਦੇਖੋ ਬੜਾ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ ਕਿ ਅਸੀਂ ਜਦੋਂ ਦੁਖੀ ਹੁੰਨੇ ਆ, ਜਦੋਂ ਕਮਜ਼ੋਰ ਮਹਿਸੂਸ ਕਰਦੇ ਆ, ਫਸ ਜਾਂਦੇ ਆ ਕਿਤੇ ਲਾਈਫ ਦੇ ਵਿੱਚ, ਸਟਕ ਹੋ ਜਾਂਦੇ ਆ, ਉਸ ਵੇਲੇ ਤੇ ਅਸੀਂ ਆਪਣੇ ਅੰਦਰ ਵਸਦੇ ਪ੍ਰਮਾਤਮਾ ਦਾ ਆਸਰਾ ਲੈਣਾ, ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨੀ, ਸਗੋਂ ਆਪਣੇ ਅੰਦਰ ਉਸ ਸਟਰੈਂਥ ਨੂੰ ਮਹਿਸੂਸ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ। ਪਰ ਇਸ ਤੋਂ ਉਲਟ ਜਦੋਂ ਲਾਈਫ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ, ਤਾਕਤ ਵੀ ਹੈਗੀ ਆ, ਕੋਈ ਬੰਧਨ ਨਹੀਂ, ਕਿਸੇ ਪਾਸੇ ਬੱਜੇ ਨਹੀਂ ਹੋਏ, ਉਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਆਪਣੇ ਆਪ ਨੂੰ ਕੰਟਰੋਲ ਕਰਨਾ। ਜਿਵੇਂ ਮੈਂ ਐਗਜ਼ਾਮਪਲ ਦਿੰਦਾ ਆ ਕਿ ਆਪਾਂ ਕਹਿ ਦਿੰਦੇ ਨਾ ਕਿ ਸਮਾਜ ਦੇ ਵਿੱਚ ਜਿਹੜੇ ਤਾਂ ਬੱਚੇ ਐਸੇ ਨੇ ਜਿਨ੍ਹਾਂ ਨੂੰ ਘਰ ਦੀ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਨੂੰ ਘਰ ਦਾ ਪਤਾ ਹੈ ਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਹੈ, ਜਾਂ ਮਾਇਆ ਪੱਖੋਂ, ਪੈਸੇ ਪੱਖੋਂ ਥੋੜੇ ਜਿਹੇ ਘੱਟ ਨੇ, ਹਨਾ, ਉਹ ਤਾਂ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਦੇ ਆ, ਹਨਾ, ਉਹ ਕੋਸ਼ਿਸ਼ ਕਰਦੇ ਕਿ ਨਾ ਤਾਂ ਅਸੀਂ ਵਾਧੂ ਖਰਚੇ ਕਰੀਏ ਤੇ ਨਾ ਹੀ ਅਸੀਂ ਕੋਈ ਗਲਤ ਕੰਮ ਕਰੀਏ। ਪਰ ਬਹੁਤਾਇਤ ਕੀ ਹੁੰਦਾ ਆ ਕਿ ਜਿਨ੍ਹਾਂ ਕੋਲ ਤਾਕਤ ਹੈਗੀ ਆ, ਜਿਨ੍ਹਾਂ ਕੋਲ ਪੈਸਾ ਹੈਗਾ, ਜਿਨ੍ਹਾਂ ਕੋਲ ਫੈਸਿਲਿਟੀਜ਼ ਹੈਗੀਆਂ, ਜਿਨ੍ਹਾਂ ਦੇ ਉੱਤੇ ਕੋਈ ਹੋਰ ਬੰਧਨ, ਕੋਈ ਜ਼ਿੰਮੇਵਾਰੀਆਂ ਨਹੀਂ, ਉਹ ਬੱਚੇ ਫਿਰ ਕੀ ਕਰਦੇ ਆ, ਉਹ ਆਪਾਂ ਕਹਿ ਦਿੰਦੇ ਨਾ ਕਿ ਹਾਂ ਇਹਨਾਂ ਨੂੰ ਕੋਈ ਜ਼ਿੰਮੇਵਾਰੀ, ਇਹਨਾਂ ਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਹੈ। ਫਿਰ ਉਹ ਜ਼ਿਆਦਾਤਰ ਉਹਨਾਂ ਵਿੱਚੋਂ ਕੀ ਹੁੰਦਾ, ਉਹ ਗਲਤ ਰਾਹੇ ਚੱਲ ਪੈਂਦੇ ਆ, ਨਸ਼ੇ ਕਰਨ ਲੱਗ ਜਾਂਦੇ ਆ, ਜਾਂ ਕੁਝ ਹੋਰ ਵੀ ਕਰਦੇ ਆ ਨਾ। ਜਾਂ ਕਈ ਵਾਰੀ ਮੰਨ ਲਓ ਤੁਸੀਂ, ਮੈਂ ਤੁਹਾਡੀ ਸਕੂਲ ਦਾ ਐਗਜ਼ਾਮਪਲ ਦਿੰਦਾ, ਸਕੂਲ 'ਚ ਬੈਠੇ ਹੋ, ਐਗਜ਼ਾਮੀਨੇਸ਼ਨ ਹਾਲ ਹੈ, ਠੀਕ ਹੈ, ਟੀਚਰ ਥੋੜੀ ਦੇਰ ਲਈ ਬਾਹਰ ਚਲਾ ਗਿਆ, ਹੁਣ ਤੁਹਾਡੇ ਕੋਲ ਬਲ ਹੈਗਾ, ਤਾਕਤ ਹੈਗੀ ਹੈ ਚੀਟਿੰਗ ਕਰਨ ਦੀ, ਕੋਈ ਬੰਧਨ ਵੀ ਨਹੀਂ, ਕੋਈ ਦੇਖ ਵੀ ਨਹੀਂ ਰਿਹਾ ਆ, ਤੁਹਾਡੇ ਕੋਲ ਉਪਾਅ ਵੀ ਹੈਗਾ ਕਿ ਹਾਂ ਲਾਗੇ ਬੱਚਾ ਹੈਗਾ, ਮੈਂ ਇਹਦੀ ਨਕਲ ਮਾਰ ਸਕਦਾ ਹੈਗਾ ਨਾ।
ਉਹ ਸਿਚੁਏਸ਼ਨਸ ਨੇ, ਮੈਂ ਸਿਰਫ ਐਗਜ਼ਾਮਪਲ ਦਿੱਤਾ। ਸਾਡੀ ਲਾਈਫ ਵਿੱਚ ਇਹੋ ਜਿਹੇ ਬਹੁਤ ਵਾਰੀ ਹਾਲਾਤ ਹੁੰਦੇ ਜੋ ਸਾਡੇ ਕੋਲ ਸਭ ਕੁਝ ਹੁੰਦਾ ਹੈ, ਵੀ ਹੈਵ ਐਵਰੀਥਿੰਗ, ਵੀ ਹੈਵ ਸਟਰੈਂਥ, ਕੋਈ ਬੌਂਡੇਜ ਨਹੀਂ ਹੈ, ਕੋਈ ਬੰਧਨ ਨਹੀਂ ਹੈ, ਸਾਰੇ ਉਪਾਏ ਹੈਗੇ, ਰਾਹ ਹੈਗੇ ਸਾਡੇ ਕੋਲ ਖੁੱਲੇ ਹੋਏ ਸਾਰੇ। ਉਸ ਵੇਲੇ ਬਹੁਤ ਜ਼ਰੂਰੀ ਹੋ ਜਾਂਦਾ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਇ। ਉਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਪ੍ਰਮਾਤਮਾ ਦਾ ਧਿਆਨ ਕਰਕੇ ਉਹਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਇਹ ਸਭ ਕੁਝ ਵੀ ਤੇਰਾ ਦਿੱਤਾ ਹੋਇਆ, ਤੁਮਰੇ ਹਾਥ ਮੈਂ, ਅਸੀਂ ਵੀ ਤੇਰੇ ਹੱਥ ਵਿੱਚ ਆ, ਤੇਰੇ ਕੰਟਰੋਲ ਵਿੱਚ ਆ। ਪ੍ਰਭ ਡੋਰੀ ਹਾਥ ਤੁਮਾਰੇ, ਉਹ ਕਰਾ ਜੋ ਤੈਨੂੰ ਭਾਉਂਦਾ, ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਛੂ ਨਾ ਆਵੇ। ਕਿ ਹੁਣ ਮੇਰੇ ਕੋਲ ਸਭ ਕੁਝ ਹੈਗਾ ਆ, ਪਰ ਸਭ ਕੁਝ ਤੁਮਰੇ ਹਾਥ ਮੈਂ। ਇਸੇ ਕਰਕੇ ਜਦੋਂ ਸਾਡੇ ਘਰ ਵਿੱਚ ਖੁਸ਼ੀਆਂ ਆਉਂਦੀਆਂ ਤੇ ਅਸੀਂ ਕੀ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾ ਕੇ ਉੱਥੇ ਜਾ ਕੇ ਅਰਦਾਸ ਕਰਾਉਂਦੇ ਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਠੀਕ ਹੈ, ਅਸੀਂ ਇਹ ਮੰਨਦੇ ਹਾਂ ਕਿ ਜੋ ਕੁਛ ਹੈਗਾ, ਹੁਣ ਮੈਨੂੰ ਬਲ ਵੀ ਹੈਗਾ, ਮੇਰੇ 'ਚ ਤਾਕਤ ਵੀ ਹੈਗੀ, ਕੋਈ ਬੰਧਨ ਵੀ ਨਹੀਂ ਹੈਗਾ, ਸਾਰੇ ਰਾਹ ਖੁੱਲੇ ਹੋਏ ਆ, ਪਰ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਬਲ ਵੀ ਤੇਰਾ ਦਿੱਤਾ ਹੋਇਆ, ਮੇਰੇ ਬੰਧਨ ਵੀ ਤੂੰ ਹੀ ਕੱਟੇ ਹੋਏ ਨੇ, ਤੇ ਇਹ ਰਸਤੇ ਵੀ ਤੂੰ ਹੀ ਦਿਖਾਏ ਹੋਏ ਨੇ। ਹੁਣ ਤੁਮ ਹੀ ਹੋਤ ਸਹਾਇ, ਤੁਸੀਂ ਸਹਾਇਤਾ ਕਰੋ, ਤੁਸੀਂ ਹੀ ਮੇਰੀ ਹੈਲਪ ਕਰੋ ਕਿ ਮੈਂ ਹੁਣ ਇਹ ਸਭ ਕੁਝ ਹੁੰਦਿਆਂ ਹੋਇਆਂ ਕਿਵੇਂ ਚੰਗੇ ਡਿਸੀਜਨਸ ਲਵਾਂ, ਕਿਵੇਂ ਸਹੀ ਫੈਸਲੇ ਲਵਾਂ। ਠੀਕ ਹੈ, ਇਹ ਚੀਜ਼ ਨੂੰ ਸਮਝਣਾ ਹੈ। ਦੋ ਸਿਚੁਏਸ਼ਨਸ ਨੇ ਲਾਈਫ ਦੀਆਂ। ਪਹਿਲੀਆਂ ਉਹ ਨੇ ਜਿੱਥੇ ਬਲ ਛੁੱਟ ਕੇ, ਜਿੱਥੇ ਕੋਈ ਸਾਡੇ ਕੋਲ ਤਾਕਤ ਨਹੀਂ ਰਹੀ, ਬੰਧਨ ਪੈ ਗਏ ਹੈ ਤੇ ਕੋਈ ਰਾਹ ਨਹੀਂ ਲੱਭ ਰਿਹਾ, ਉਸ ਵੇਲੇ ਤੇ ਅਸੀਂ ਵਾਹਿਗੁਰੂ ਦਾ ਓਟ ਆਸਰਾ ਤੱਕਣਾ ਹੀ ਹੈ। ਪਰ ਜਦੋਂ ਸਭ ਕੁਝ ਹੈਗਾ, ਉਸ ਵੇਲੇ ਵੀ ਵਾਹਿਗੁਰੂ ਦਾ ਧੰਨਵਾਦ ਕਰਕੇ ਇਹ ਅਰਦਾਸ ਕਰਨੀ ਕਿ ਸਤਿਗੁਰੂ ਜੀ ਮਿਹਰ ਕਰੋ, ਸਾਨੂੰ ਸਹਾਇਤਾ ਕਰੋ ਸਹੀ ਫੈਸਲੇ, ਸਹੀ ਡਿਸੀਜਨ ਲੈਣ ਬਾਰੇ। ਠੀਕ ਹੈ, ਇਹ ਦੋ ਦੋਹਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਅਗਲਾ ਜਿਹੜਾ ਸ਼ਲੋਕ ਅਸੀਂ ਪੜ੍ਹਦੇ ਹਾਂ, ਸੰਗ ਸਖਾ ਸਭ ਤਜ ਗਏ, ਕੋਊ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਹੁਣ ਜਿਹੜੇ ਥੱਲੇ ਅਰਥ ਆ ਰਹੇ ਨੇ, ਇਹਨਾਂ ਵੱਲ ਜੇ ਤੁਸੀਂ ਨਾ ਗੌਰ ਕਰੋਗੇ ਤਾਂ ਤੁਸੀਂ ਮੈਨੂੰ ਸੁਣ ਪਾਓਗੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚ ਥੋੜਾ ਜਿਹਾ ਕੁਝ ਕਰਨ ਵਾਲਾ ਹੈ। ਠੀਕ ਹੈ ਨਾ। ਸੋ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ, ਟੇਕ ਏਕ ਰਘੁਨਾਥ। ਰਘੁਨਾਥ ਇੱਥੇ ਫਿਰ ਵਾਹਿਗੁਰੂ ਨੂੰ ਕਿਹਾ, ਪ੍ਰਮਾਤਮਾ ਨੂੰ ਕਿਹਾ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ, ਉਹਨਾਂ ਨੇ ਲੰਬੀਆਂ ਯਾਤਰਾਵਾਂ ਕੀਤੀਆਂ, ਬਹੁਤ ਸਾਰਾ ਸਮਾਂ ਉਹਨਾਂ ਨੇ ਬਿਹਾਰ, ਬੰਗਾਲ ਤੇ ਅਸਾਮ ਵਾਲੇ ਪਾਸੇ ਲੰਬੇ ਦੌਰੇ ਕੀਤੇ, ਤੇ ਜ਼ਿਆਦਾਤਰ ਬਾਣੀ ਜਿਹੜੀ ਉਹਨਾਂ ਦੀ ਉਸੇ ਇਲਾਕੇ ਵਿੱਚ ਉਚਾਰਨ ਕੀਤੀ ਹੋਈ ਮਹਿਸੂਸ ਹੁੰਦੀ ਹੈ, ਬਿਕੋਜ਼ ਉਹਨਾਂ ਨੇ ਐਗਜ਼ਾਮਪਲਸ ਵੀ ਸਾਰੇ ਜਿਹੜੇ ਨੇ, ਜ਼ਿਆਦਾਤਰ ਮੈਕਸਿਮਮ ਐਗਜ਼ਾਮਪਲਸ ਜਿਹੜੇ ਨੇ, ਰੈਫਰੈਂਸਿਸ ਜਿਹੜੇ ਨੇ, ਉਹ ਹਿੰਦੂ ਗ੍ਰੰਥਾਂ ਦੇ ਲਏ ਆ, ਤੇ ਵਰਡਸ ਵੀ ਜ਼ਿਆਦਾ ਉਹੀ ਯੂਜ਼ ਕੀਤੇ ਆ। ਇਸ ਕਰਕੇ ਇਸ ਚੀਜ਼ ਨੂੰ ਅਸੀਂ ਸਮਝ ਲੈਣਾ ਪਹਿਲਾਂ। ਤਾਂ ਰਘੁਨਾਥ ਮੀਨਸ ਪ੍ਰਮਾਤਮਾ ਨੂੰ ਕਹਿੰਦੇ ਨੇ। ਸੰਗ ਸਖਾ ਸਭ ਤਜ ਗਏ, ਇੱਕ ਤਾਂ ਫਿਜ਼ੀਕਲ ਸੈਂਸ ਦੀ ਗੱਲ ਜੋ ਅਸੀਂ ਮੰਨ ਲੈਂਦੇ ਆ ਕਿ ਬਾਹਰੋਂ ਕੋਈ ਵੀ ਹੁਣ ਮੇਰੇ ਨਾਲ ਨਹੀਂ ਰਿਹਾ, ਕੋ ਨਾ ਨਿਭਿਓ ਸਾਥ, ਸਾਰੇ ਮੇਰਾ ਸਾਥ ਛੱਡ ਗਏ ਹੈ। ਕਹੋ ਨਾਨਕ ਇਹ ਵਿਪਤ ਮੈਂ, ਹੁਣ ਇੱਕ ਵਿਪੱਤੀ ਆ ਗਈ, ਵਿਪੱਤੀ ਹੁੰਦੀ ਹੈ ਮੁਸੀਬਤ ਆ ਗਈ ਹੈ, ਟੇਕ ਏਕ ਰਘੁਨਾਥ ਮੈਂ ਉਹਦਾ ਟੇਕ, ਉਹਦਾ ਆਸਰਾ ਲੈ ਲਵਾਂ। ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਯਾਦ ਰੱਖਣੀ ਕਿ ਬਾਣੀ ਦੇ ਵਿੱਚ ਸੰਗੀ ਸਾਥੀ ਉਹਨਾਂ ਨੂੰ ਵੀ ਕਿਹਾ ਜੋ ਸਾਡੇ ਅੰਦਰ ਨੇ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਕਿ ਸਾਡੇ ਸੰਗੀ ਸਾਥੀ ਅਸੀਂ ਕਿਹਨਾਂ ਨੂੰ ਬਣਾਇਆ ਹੋਇਆ ਸੀ, ਹਨਾ। ਜਿਹੜੇ ਸਾਡੇ ਅੰਦਰ ਵੀਕਨੈਸਸ, ਜਿਹੜੇ ਸਾਡੇ ਅੰਦਰ ਵਿਕਾਰ ਨੇ, ਬੁਰਾਈਆਂ ਨੇ, ਅਸੀਂ ਉਹਨਾਂ ਦਾ ਵੀ ਸੰਗ ਕਰ ਰਹੇ ਸੀ। ਜਦੋਂ ਵਿਪਤੀ ਆਉਂਦੀ ਹੈ, ਉਹ ਜਿਹੜੀ ਲਾਲਚ ਸੀ ਨਾ ਸਾਡੇ ਅੰਦਰ, ਹੁਣ ਮੰਨ ਲਓ ਆਪਾਂ ਜਿਹੜਾ ਚੀਟਿੰਗ ਵਾਲਾ ਐਗਜ਼ਾਮਪਲ ਲੈ ਰਹੇ ਸੀ, ਉਹੀ ਮੰਨ ਲੈਂਦੇ ਕਿ ਟੀਚਰ ਗਿਆ ਬਾਹਰ, ਸਾਨੂੰ ਮੌਕਾ ਮਿਲ ਗਿਆ, ਅਸੀਂ ਇੱਕ ਕੰਮ ਕਰ ਲਿਆ, ਅਸੀਂ ਚੀਟ ਕਰਨ ਲੱਗ ਗਏ। ਸਾਡੇ ਅੰਦਰ ਵੀਕਨੈਸ ਸੀ ਨਾ, ਸਾਡੇ ਅੰਦਰ ਇੱਕ ਚੋਰ ਬੈਠਾ ਸੀ, ਤੋ ਸਾਡਾ ਮਨ ਕੀਤਾ ਕਿ ਓਕੇ ਇਹ ਇੱਕ ਸੌਖਾ ਤਰੀਕਾ, ਸ਼ਾਰਟਕਟ ਮੈਂ ਮਾਰ ਲੈਣਾ। ਸਾਡੇ ਮਨ ਦੀ ਉਸ ਵੀਕਨੈਸ ਦਾ ਅਸੀਂ ਸੰਗ ਕਰ ਲਿਆ, ਅਸੀਂ ਉਹਨੂੰ ਦੋਸਤ ਬਣਾ ਲਿਆ, ਚਲਾਕੀ ਨੂੰ ਜਿਹੜੇ ਮੇਰੇ ਅੰਦਰ ਸੀ, ਹਨਾ, ਕਿ ਮੈਂ ਇਹ ਕਰ ਸਕਦਾ, ਮੈਂ ਇਹ ਗਲਤ ਕੰਮ ਕਰ ਸਕਦਾ। ਜਦੋਂ ਉਹਦਾ ਮੈਂ ਸਾਥ ਕੀਤਾ, ਜਦੋਂ ਮੈਂ ਆਪਣੇ ਅੰਦਰ ਦੇ ਉਸ ਵਿਕਾਰ ਦਾ, ਉਸ ਲਾਲਚ ਦਾ, ਜਾਂ ਉਸ ਅੰਦਰ ਦੀ ਠੱਗੀ ਦਾ ਸਾਥ ਕੀਤਾ, ਉਦੋਂ ਜਦੋਂ ਮੈਂ ਆਪਣਾ ਸੰਗੀ ਬਣਾਇਆ ਤੇ ਮੈਂ ਇੱਕ ਵਿਪੱਤੀ ਚ ਪੈ ਗਿਆ। ਮੈਂ ਕਰਨ ਲੱਗਾ ਚੀਟਿੰਗ, ਜਾਂ ਕਰ ਲਈ ਤੇ ਬਾਅਦ ਮੈਂ ਫੜਿਆ ਗਿਆ। ਹੁਣ ਮੁਸੀਬਤ ਆ ਗਈ। ਉਸ ਮੁਸੀਬਤ ਵਿੱਚ ਉਹ ਜਿਹੜੀ ਚਲਾਕੀ ਸੀ ਨਾ, ਉਹ ਹੁਣ ਕੋਈ ਕੰਮ ਨਹੀਂ ਕਰਦੀ, ਉਹ ਛੱਡ ਕੇ ਭੱਜ ਜਾਂਦੀ ਹੈ। ਗੁਰਬਾਣੀ ਵਿੱਚ ਫਰਮਾਨ ਆਉਂਦਾ ਕਿ ਲੋਭੀ ਕਾ ਵਿਸਾ ਨਾ ਕੀਚੈ, ਜੇਕਾ ਪਾਰ ਵਸਾਏ। ਲੋਭੀ ਹੁੰਦਾ ਲਾਲਚੀ। ਸਾਡਾ ਅੰਦਰ ਜਿਹੜਾ ਲਾਲਚੀ ਮਨ ਹੈ ਨਾ, ਅਸੀਂ ਇਹਨੂੰ ਆਪਣਾ ਯਾਰ ਬਣਾ ਲਿਆ, ਆਪਣਾ ਬੇਲੀ, ਆਪਣਾ ਫਰੈਂਡ ਬਣਾ ਲਿਆ, ਆਪਣਾ ਸਖਾ,
ਆਪਣਾ ਦੋਸਤ ਬਣਾ ਲਿਆ, ਸੰਗੀ ਬਣਾ ਲਿਆ, ਹਨਾ। ਜਦੋਂ ਅਸੀਂ ਇਸ ਲਾਲਚੀ ਮਨ ਦਾ ਸੰਗ ਕਰ ਲੈਂਦੇ ਆ ਤੇ ਫਿਰ ਅਸੀਂ ਕੀ ਕਰਦੇ ਆ, ਅੰਤ ਕਾਲ ਤਿੱਥੇ ਧੂ ਹੈ ਜਿੱਥੇ ਹੱਥ ਨਾ ਪਾਏ। ਗੁਰੂ ਜੀ ਕਹਿੰਦੇ ਇਹਦਾ ਵਸਾ ਨਾ ਕਰੋ। ਜਿਹੜਾ ਤੁਹਾਡੇ ਅੰਦਰ ਲਾਲਚ ਹੈ ਨਾ, ਇਹ ਤੁਹਾਨੂੰ ਮਰਵਾਵੇਗਾ, ਤੁਹਾਨੂੰ ਖਰਾਬ ਕਰੇਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਇਹ ਵੀ ਇਹਨਾਂ ਚੀਜ਼ਾਂ ਨਾਲ ਭਰੀ ਹੋਈ ਹੈ। ਸਤਿਗੁਰੂ ਜੀ ਆਪਣੀ ਬਾਣੀ 'ਚ ਸਾਨੂੰ ਦੱਸਦੇ ਨੇ, ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਲੋਭ ਬਾਰੇ ਬੜੀ ਗੱਲ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਕਿ ਲਾਲਚ ਜਾਂ ਇਹੋ ਜਿਹੇ ਜਿਹੜੇ ਵਿਕਾਰ ਸਾਡੇ ਅੰਦਰ ਨੇ, ਜਦੋਂ ਅਸੀਂ ਇਹਨਾਂ ਨੂੰ ਸੰਗੀ ਸਾਥੀ ਬਣਾਉਂਦੇ ਆ, ਇਹ ਸਾਨੂੰ ਇੱਕ ਇਹੋ ਜਿਹੀ ਵਿਪੱਤੀ, ਇਹੋ ਜਿਹੀ ਮੁਸੀਬਤ 'ਚ ਪਾ ਦਿੰਦੇ ਨੇ ਜਿੱਥੇ ਕੋਈ ਰਾਹ ਨਹੀਂ ਲੱਭਦਾ ਬਾਅਦ ਵਿੱਚ। ਠੀਕ ਹੈ, ਇਹ ਜਾਣਨਾ। ਪਰ ਅਸੀਂ ਉਸ ਵੇਲੇ ਵੀ ਆਪਣੇ ਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ, ਸਤਿਗੁਰੂ ਜੀ ਇਹ ਜਿਹੜੇ ਸੰਗੀ ਸਾਥੀ ਮੇਰੇ ਅੰਦਰ ਵਿਕਾਰ ਨੇ ਨਾ, ਇਹ ਸਾਰੇ ਮੈਨੂੰ ਵਿਪੱਤੀ 'ਚ ਪਾ ਕੇ, ਮੁਸੀਬਤ 'ਚ ਪਾ ਕੇ ਅਖੀਰ ਭੱਜ ਜਾਂਦੇ ਨੇ। ਇਹਨਾਂ ਨੇ ਭੱਜਣਾ ਹੀ ਹੈ। ਕੋਈ ਫਿਰ ਉਸ ਵੇਲੇ ਸਾਥ ਨਹੀਂ ਨਿਭਾਉਂਦਾ। ਉਸ ਵੇਲੇ ਮੇਰੇ ਬਾਹਰਲਾ ਸਰਕਲ ਜੇ ਕਹਾਂ ਤੇ ਉਹ ਵੀ ਠੀਕ ਹੈ ਕਿ ਜਿੱਥੇ ਸੰਗੀ ਸਾਥੀ ਸਭ ਤਜ ਗਏ, ਪਰ ਇਹੋ ਜਿਹੀ ਸਿਚੁਏਸ਼ਨਸ ਲਾਈਫ ਵਿੱਚ ਬਹੁਤ ਘੱਟ ਆਉਂਦੀਆਂ ਨੇ ਕਿ ਸੰਗ ਸਖਾ ਸਭ ਤਜ ਗਏ, ਕੌਣ ਨਿਭਿਓ ਸਾਥ। ਕਹੋ ਨਾਨਕੇ ਬਿਪਤ ਮੈਂ। ਹਮੇਸ਼ਾ ਚੇਤੇ ਰੱਖਣਾ, ਸਾਡੇ ਅੰਦਰ ਦੇ ਉਹ ਜਿਹੜੇ ਬੁਰੇ ਖਿਆਲ ਜਿਨ੍ਹਾਂ ਨੂੰ ਅਸੀਂ ਸੰਗੀ ਬਣਾ ਲੈਂਦੇ ਆ, ਤਾਂ ਹੀ ਸਤਿਗੁਰੂ ਸਾਨੂੰ ਬਾਰ-ਬਾਰ ਬਾਣੀ 'ਚ ਇਹ ਗੱਲ ਸਮਝਾਉਂਦੇ ਨੇ ਕਿ ਸਾਡੇ ਅਸਲੀ ਦੋਸਤ ਵੀ ਸਾਡੇ ਅੰਦਰ ਨੇ, ਸਾਡੇ ਅਸਲੀ ਦੁਸ਼ਮਣ ਵੀ ਸਾਡੇ ਅੰਦਰ ਨੇ। ਉਹ ਦੁਸ਼ਮਣਾਂ ਨੂੰ ਦੋਸਤ ਨਾ ਬਣਾਈਏ, ਹਨਾ। ਲਾਲਚ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਲਾਲਚ, ਨਿੰਦਿਆ, ਇਹ ਸਾਡੇ ਅੰਦਰ ਹੈ ਨਾ। ਇਹ ਜਿਹੜੇ ਖਿਆਲ ਨੇ, ਇਹਨਾਂ ਨੂੰ ਮਿੱਤਰ ਨਾ ਬਣਾਈਏ। ਇਹ ਅਖੀਰ ਸਾਨੂੰ ਇਹੋ ਜਿਹੀ ਪੋਜੀਸ਼ਨ ਵਿੱਚ, ਸਿਚੁਏਸ਼ਨ 'ਚ ਪਾ ਕੇ ਛੱਡ ਜਾਂਦੇ ਨੇ ਜਿੱਥੇ ਕੋਈ ਵੀ ਸਾਡਾ ਸਹਾਰਾ ਨਹੀਂ ਬਣਦਾ। ਇਸ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰੀਏ, ਟੇਕ ਏਕ ਰਘੁਨਾਥ। ਵਾਹਿਗੁਰੂ ਦਾ ਆਸਰਾ ਲਈਏ ਜਿਹੜਾ ਸਾਡੇ ਅੰਦਰ ਹੈ। ਅੱਛਾ, ਵਾਹਿਗੁਰੂ ਕੌਣ ਹੈ? ਪਰਮਾਤਮਾ ਕੌਣ ਹੈ? ਉਹਦੇ ਬਾਰੇ ਗੁਰੂ ਨਾਨਕ ਸਾਨੂੰ ਦੱਸ ਦਿੰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਪਰਮਾਤਮਾ ਕੌਣ ਹੈ? ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਗੁਣ ਨਿਧਾਨ, ਹਨਾ। ਸਤਿਗੁਰੂ ਦੀ ਬਾਣੀ 'ਚ ਵੀ ਆਉਂਦਾ ਨਾ। ਤੋ ਜਦੋਂ ਅਸੀਂ ਗੁਣ ਨਿਧਾਨ ਵਾਹਿਗੁਰੂ ਵੱਲ ਖਿਆਲ ਕਰਾਂਗੇ ਤਾਂ ਫਿਰ ਕੀ ਹੋਏਗਾ? ਫਿਰ ਅਸੀਂ ਇਹਨਾਂ ਦਾ ਸੰਗ ਨਹੀਂ ਕਰਾਂਗੇ ਜਿਹੜੇ ਸਾਨੂੰ ਮੁਸ਼ਕਲਾਂ 'ਚ ਪਾਉਂਦੇ ਨੇ। ਅਸੀਂ ਲਾਲਚ ਦਾ ਸੰਗ ਛੱਡ ਦੇਵਾਂਗੇ, ਇਹ ਔਗਣ ਹੈ, ਤੇ ਫਿਰ ਅਸੀਂ ਚੰਗਿਆਈ ਦਾ ਸੰਗ ਕਰਾਂਗੇ। ਅਸੀਂ ਕੰਪੈਸ਼ਨ, ਦਇਆ ਵੱਲ ਆਵਾਂਗੇ, ਅਸੀਂ ਸੱਚਾਈ ਵੱਲ ਆਵਾਂਗੇ, ਪ੍ਰੇਮ ਵੱਲ ਆਵਾਂਗੇ, ਲੁੱਟਣਾ ਖੋਹਾਂ ਤੋਂ ਹਟ ਜਾਵਾਂਗੇ, ਹਨਾ। ਤੋ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਿ ਜਦੋਂ ਅਸੀਂ ਟੇਕ ਲੈਂਦੇ ਹਾਂ ਰਘੁਨਾਥ ਦੀ, ਜਦੋਂ ਅਸੀਂ ਵਾਹਿਗੁਰੂ ਦਾ ਆਸਰਾ ਲਵਾਂਗੇ, ਫਿਰ ਅਸੀਂ ਇਹਨਾਂ ਸੰਗੀਆਂ ਸਾਥੀਆਂ ਦਾ ਸਾਥ, ਜਿਹੜੇ ਉਹ ਆਪਣੇ ਆਪ ਇਹਨਾਂ ਨੂੰ ਛੱਡ ਕੇ ਚਲ ਜਾਣਾ, ਇਹਨਾਂ ਨੂੰ ਛੱਡ ਕੇ ਅਸੀਂ ਅਸਲੀ ਸੰਗੀ ਦਾ ਸਾਥ ਕਰਾਂਗੇ ਜੋ ਸਾਡੇ ਅੰਦਰ ਵਾਹਿਗੁਰੂ ਹੈ, ਜਿਹੜਾ ਗੁਣਾਂ ਦਾ ਖਜ਼ਾਨਾ ਹੈ। ਸਾਡੇ ਅੰਦਰ ਗੁਣ ਆਉਣਗੇ। ਤੋ ਇਹ ਜਿਹੜੇ ਸੰਗੀ ਸਾਥੀ ਨੇ, ਜਿਹੜੇ ਵਿਕਾਰ ਨੇ, ਇਹ ਸਾਨੂੰ ਵਿਪਤਾ ਵਿੱਚ, ਮੁਸੀਬਤ ਵਿੱਚ ਪਾ ਕੇ ਛੱਡ ਜਾਂਦੇ ਨੇ। ਕੋਈ ਚਲਾਕੀ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਸਾਡੀਆਂ ਜਿਹੜੀਆਂ ਸਿਆਣਪਾਂ, ਜਿਨ੍ਹਾਂ ਨੂੰ ਅਸੀਂ ਬੜਾ ਕੁਝ ਸਮਝ ਕੇ ਫਿਰ ਕੋਈ ਨਹੀਂ ਜੀ ਮੈਂ ਕਰ ਲਾਂਗਾ, ਮੈਂ ਨਹੀਂ ਫੜਿਆ ਜਾਵਾਂਗਾ, ਹਨਾ। ਫਿਰ ਉਹ ਜਿਹੜੀ ਸਾਡੀ ਸਿਆਣਪ, ਸਾਡੀ ਚਲਾਕੀ ਹੈ, ਸਾਨੂੰ ਵਿਪਦਾ ਵਿੱਚ ਪਾ ਦਿੰਦੀ ਹੈ, ਤੇ ਫਿਰ ਕਿਸੇ ਕੰਮ ਨਹੀਂ ਹੁੰਦੀ, ਕੋਈ ਸਾਥ ਨਹੀਂ ਨਿਭਦਾ ਉਹਦੇ ਨਾਲ ਉਸ ਵੇਲੇ ਵੀ। ਇਸ ਕਰਕੇ ਪਹਿਲਾਂ ਹੀ ਅਸੀਂ ਇਹ ਅਰਦਾਸ ਕਰਨੀ ਹੈ, ਟੇਕ ਏਕ ਰਘੁਨਾਥ। ਉਸ ਵਿਪਦਾ ਵਿੱਚ ਜੇ ਪੈ ਵੀ ਗਏ ਉਹ ਚਲਾਕੀਆਂ ਮਾਰ ਕੇ, ਸਿਆਣਪ ਜਾਂ ਵਿਕਾਰਾਂ ਕਰਕੇ, ਉਸ ਵੇਲੇ ਵੀ ਟੇਕ ਲੈਣੀ ਕਿ ਪ੍ਰਮਾਤਮਾ ਕਿਰਪਾ ਕਰੋ, ਮੈਥੋਂ ਇਹ ਗਲਤੀ ਹੋ ਗਈ, ਭੁੱਲ ਹੋ ਗਈ, ਮੈਂ ਲਾਲਚ ਵਸ ਹੋ ਕੇ ਜਾਂ ਚਲਾਕੀਆਂ ਵਸ ਹੋ ਕੇ ਕਰ ਗਿਆ, ਪਰ ਹੁਣ ਮੈਨੂੰ ਰਾਹੇ ਪਾਓ। ਠੀਕ ਹੈ। ਤੋ ਨੈਕਸਟ ਸ਼ਲੋਕ ਆਪਾਂ ਦੇਖਦੇ ਹਾਂ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜੇ ਇਹ ਜਿਹੜੇ ਅੰਦਰਲੇ ਵਿਕਾਰ ਸਾਨੂੰ ਪਰੇਸ਼ਾਨੀ ਵਿੱਚ ਪਾ ਕੇ ਚਲੇ ਜਾਂਦੇ ਨੇ, ਦੇਖੋ ਚਿੰਤਾ, ਫਿਕਰ, ਡਰ ਵੀ ਉੱਥੇ ਹੀ ਹੁੰਦਾ ਨਾ ਜਿੱਥੇ ਅਸੀਂ ਵਿਕਾਰਾਂ ਹੱਥ ਹੋ ਕੇ ਕੁਝ ਪੁੱਠਾ ਕੰਮ ਕਰ ਜਾਂਦੇ ਹਾਂ, ਜਾਂ ਚਿੰਤਾ ਪਈ ਹੋਈ ਉਹ ਵੀ ਵਿਕਾਰਾਂ ਕਰਕੇ ਹੀ ਪਈ ਹੈ, ਲਾਲਚ ਕਰਕੇ, ਮੋਹ ਕਰਕੇ, ਅਟੈਚਮੈਂਟਸ ਕਰਕੇ, ਹਨਾ। ਹੁਣ ਸਤਿਗੁਰੂ ਅੱਗੇ ਦੱਸਦੇ ਨੇ ਕਿ ਇਹ ਜਿਹੜੇ ਵਿਕਾਰਾਂ ਨਾਲ ਰਿਲੇਟਡ ਜਿੰਨਾ ਕੁਛ ਹੈ ਨਾ, ਇਹ ਤਾਂ ਸਦਾ ਰਹਿਣਾ ਨਹੀਂ। ਰਹਿਣਾ ਕੀ ਹੈ? ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰ ਮੰਤ। ਕਿਨ ਮੀਨਸ ਕਿਸੇ ਵਿਰਲੇ ਨੇ ਜਪਿਆ ਗੁਰਮੰਤ। ਗੁਰੂ ਦਾ ਮੰਤਰ ਕੀ ਹੁੰਦਾ? ਗੁਰੂ ਦਾ ਗਿਆਨ, ਜੋ ਗੁਰੂ ਨੇ ਦੱਸਿਆ। ਜਪਿਓ ਮੀਨਸ ਦ੍ਰਿੜ ਕਰ ਲਿਆ, ਫੋਕਸ ਕਰ ਲਿਆ, ਧਿਆਨ ਕਰ ਲਿਆ। ਜਦੋਂ ਕੋਈ ਅਸੀਂ ਗੁਰੂ ਦੇ ਮੰਤਰ ਨੂੰ, ਗੁਰੂ ਦੇ ਗਿਆਨ ਨੂੰ, ਗੁਰੂ ਦੀ ਦੱਸੇ ਹੋਏ ਰਾਹ ਨੂੰ ਦ੍ਰਿੜ ਕਰ ਲੈਂਦੇ ਆ, ਇੰਟਰਨਲਾਈਜ਼ ਕਰ ਲੈਂਦੇ ਆ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਫਿਰ ਕੀ ਹੁੰਦਾ ਆ? ਨਾਮ ਰਹਿਓ। ਅੱਛਾ, ਸਾਧੂ ਕਿਹਨੂੰ ਕਹਿੰਦੇ ਨੇ? ਸਾਧੂ ਕੋਈ ਵਿਸ਼ੇਸ਼ ਕੱਪੜੇ ਵਾਲਿਆਂ ਨੂੰ ਸਾਧੂ ਨਹੀਂ ਕਹਿੰਦੇ। ਸਾਧ ਹੁੰਦਾ ਆ ਜਿਹਨੇ ਖੁਦ ਨੂੰ ਸਾਧ ਲਿਆ।
ਜਿਹਦਾ ਆਪਣੇ ਆਪ ਤੇ ਕੰਟਰੋਲ ਹੈ ਹਨਾ। ਸਾਡਾ ਜਦੋਂ ਕੰਟਰੋਲ ਨਹੀਂ ਸੀ, ਅਸੀਂ ਕੀ ਹੋਇਆ, ਸੰਗ ਸਖਾ ਉਹਨਾਂ ਨੂੰ ਸੰਗੀ ਸਾਥੀ ਬਣਾ ਲਿਆ, ਲਾਲਚ ਦੇ ਅੰਡਰ ਕੰਮ ਕਰ ਗਏ, ਉਹਦੇ ਇਨਫਲੂਐਂਸ ਦੇ ਵਿੱਚ, ਜਾਂ ਝੂਠ ਦੇ ਇਨਫਲੂਐਂਸ ਵਿੱਚ, ਜਾਂ ਚਲਾਕੀਆਂ ਦੇ ਹਨਾ। ਕੰਟਰੋਲ ਜਿਹਦਾ ਆਪਣੇ ਆਪ ਤੇ ਉਹਨੂੰ ਅਸੀਂ ਕਹਿੰਦੇ ਆ ਸਾਧੂ। ਉਹ ਹੁੰਦਾ ਆ ਸਾਧ, ਜਿਹਨੇ ਖੁਦ ਨੂੰ ਸਾਧਿਆ ਆ, ਆਪਣੇ ਆਪ ਤੇ ਕੰਟਰੋਲ ਕੀਤਾ ਹੈ, ਉਹੀ ਰਹਿੰਦੇ ਨੇ। ਰਹਿਓ ਗੁਰ ਗੋਬਿੰਦ, ਉਹ ਪ੍ਰਮਾਤਮਾ ਜਿਸ ਨੂੰ ਅਸੀਂ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਜਾਣਿਆ, ਜਿਹੜਾ ਸਾਡੇ ਅੰਦਰ ਹੈ। ਨਾਮ ਰਹਿਓ, ਨਾਮ ਹੈ ਪ੍ਰਮਾਤਮਾ ਦਾ ਨਾਮ, ਉਹਦੇ ਗੁਣਾ ਕਰਕੇ ਉਹਦੇ ਨਾਮ ਰੱਖੇ। ਜਿਹੜੇ ਗੁਣ ਨੇ, ਸਭ ਗੁਣ ਤੇਰੇ, ਉਹ ਗੁਣ ਜਿਹੜੇ ਸਾਡੇ ਅੰਦਰ ਨੇ ਉਹ ਸਦਾ ਰਹਿੰਦੇ ਨੇ, ਹਰ ਜਗ੍ਹਾ ਸਾਡਾ ਸਾਥ ਦਿੰਦੇ ਆ। ਜਿਹੜੇ ਔਗਣ ਸੀ ਉਹ ਸਾਥ ਨਹੀਂ ਦਿੰਦੇ, ਕਉ ਨਾ ਨਿਭਿਓ ਸਾਥ, ਉਹ ਭੱਜ ਜਾਂਦੇ ਨੇ। ਰੱਬੀ ਨਾਮ, ਰੱਬੀ ਗੁਣ ਰਹਿੰਦੇ ਨੇ ਸਾਡੇ ਨਾਲ। ਸਾਧੂ ਰਹਿਓ, ਸਾਧੂ ਮੀਨਸ ਚੰਗਿਆਈਆਂ। ਜਿਹੜਾ ਬੰਦਾ ਬੜਾ ਚੰਗਾ ਹੋਵੇ, ਭਲਾ ਹੋਵੇ, ਗੁਣਾ ਵਾਲਾ ਹੋਵੇ, ਅਸੀਂ ਕਹਿੰਦੇ ਤਾਂ ਸਾਧ ਹੈ ਹਨਾ, ਇਹ ਤਾਂ ਚੰਗਾ ਬੜਾ ਹੈ। ਰਹਿਓ ਗੁਰ ਗੋਬਿੰਦ, ਜਦੋਂ ਅਸੀਂ ਅੰਦਰ ਵਾਹਿਗੁਰੂ ਨੂੰ ਜਾਣਿਆ, ਫਿਰ ਅਸੀਂ ਸਮਝਦੇ ਹਾਂ, ਜਦੋਂ ਗੁਰੂ ਦੇ ਮੰਤਰ ਨੂੰ ਦ੍ਰਿੜ ਕਰ ਲਿਆ, ਇਸ ਦੁਨੀਆ ਦੇ ਵਿੱਚ ਰਹਿੰਦੇ ਆ, ਜੀਵਨ ਵਿੱਚ ਰਹਿੰਦੇ ਆ, ਫਿਰ ਸਾਨੂੰ ਪਤਾ ਲੱਗਿਆ ਕਿ ਸਾਡੇ ਅੰਦਰ ਉਹ ਰੱਬੀ ਨਾਮ ਨੂੰ, ਗੁਰੂ ਦੇ ਗਿਆਨ ਨੂੰ ਦ੍ਰਿੜ ਕਰਨ ਦੇ ਨਾਲ ਜਿਹੜੇ ਗੁਣ ਆਏ ਨੇ ਨਾ ਅੰਦਰ, ਉਹ ਰਹਿਣਗੇ, ਉਹ ਮੇਰਾ ਸਾਥ ਦੇਣਗੇ ਹਰ ਜਗ੍ਹਾ। ਸਾਧੂ ਰਹਿਓ, ਚੰਗਿਆਈਆਂ, ਖੁਦ ਨੂੰ ਕੰਟਰੋਲ ਕਰਨਾ, ਇਹ ਮੇਰੇ ਨਾਲ ਰਹਿਣਗੀਆਂ ਹਮੇਸ਼ਾ। ਰਹਿਓ ਗੁਰ ਗੋਬਿੰਦ, ਤੇ ਗੁਰੂ ਦਾ ਗਿਆਨ, ਉਹ ਪ੍ਰਮਾਤਮਾ ਦੇ ਪ੍ਰਤੀ ਜਿਹੜਾ ਹੈਗਾ ਸਾਨੂੰ ਮਿਲਿਆ ਹੋਇਆ, ਇਹ ਮੇਰੇ ਨਾਲ ਹਰ ਜਗ੍ਹਾ ਸਹਾਈ ਹੋਏਗਾ। ਫਿਰ ਮੈਂ ਭਾਵੇਂ ਬਲ ਛੁਟਕਿਓ ਵਾਲੀ ਸਥਿਤੀ ਚ ਹੋਵਾਂ, ਜਿੱਥੇ ਮੈਂ ਸਟਕ ਹੋ ਗਿਆ, ਜਾਂ ਮੇਰੇ ਕੋਲ ਸਭ ਕੁਝ ਹੈਗਾ, ਜੇ ਮੈਂ ਗੁਰੂ ਦਾ ਮੰਤਰ ਦ੍ਰਿੜ ਕੀਤਾ ਆ, ਜੇ ਗੁਰੂ ਦੀ ਗੱਲ ਨੂੰ ਮੰਨਿਆ ਹੋਇਆ, ਸਮਝਿਆ ਹੋਇਆ, ਤੇ ਫਿਰ ਜਿਹੜਾ ਆ ਮੇਰੇ ਨਾਲ ਇਹ ਨਿਭੇਗਾ। ਫਿਰ ਮੈਨੂੰ ਸਮਝ ਹੋਏਗੀ, ਤੁਮ ਹੀ ਹੋਤ ਸਹਾਇ, ਕਿ ਉਹ ਮੈਨੂੰ ਸਹਾਈ ਵੀ ਹੋਵੇਗਾ ਜਦੋਂ ਮੇਰੇ ਕੋਲ ਸਭ ਕੁਝ ਹੈ ਉਦੋਂ ਵੀ। ਠੀਕ ਹੈ, ਤਾਂ ਨਾਮ ਰਹਿਓ, ਗੁਣ ਰਹਿਣਗੇ, ਸਾਧੂ ਰਹਿਓ, ਚੰਗਿਆਈਆਂ ਰਹਿਣਗੀਆਂ। ਰਹਿਓ ਗੁਰ ਗੋਬਿੰਦ, ਗੁਰੂ ਜਿਹਨੇ ਗਿਆਨ ਦਿੱਤਾ, ਉਹ ਜਿਹੜਾ ਗਿਆਨ ਸਾਡੇ ਅੰਦਰ ਗੋਬਿੰਦ ਨਾਲ ਰਿਲੇਟਡ ਹੈ, ਉਹ ਜਦੋਂ ਅੰਦਰ ਆ ਕੇ ਟਿਕਦਾ, ਟਿਕਦਾ ਕਦੋਂ ਹੈ, ਜਦੋਂ ਕਿਨ ਜਪਿਓ ਗੁਰ ਮੰਤ, ਜਦੋਂ ਗੁਰੂ ਮੰਤਰ ਨੂੰ, ਗੁਰੂ ਦੇ ਗਿਆਨ ਨੂੰ ਦ੍ਰਿੜ ਕੀਤਾ ਜਾਂਦਾ ਹੈ। ਅਖੀਰਲਾ ਸ਼ਲੋਕ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਬਾਣੀ ਦੇ ਵਿੱਚ, ਉਹ ਹੈਗਾ, ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਹੋਏ। ਇਸ ਕਰਕੇ ਮੇਰੇ ਮਨਾ ਆ ਆਪਾਂ ਕਰੀਏ ਕਿ ਰਾਮ ਨਾਮ, ਹੁਣ ਰਾਮ ਕੌਣ ਹੈ, ਇਹ ਵੀ ਅਸੀਂ ਨਾਮ ਰੱਖਿਆ ਨਾ ਪ੍ਰਮਾਤਮਾ ਦਾ। ਰਾਮ ਹੈ ਜਿਹੜਾ ਰੋਮ ਰੋਮ ਵਿੱਚ ਰਮਿਆ ਹੋਇਆ, ਰੋਮ ਰੋਮ ਵਿੱਚ ਰਮਿਆ ਮੀਨਸ ਓਮਨੀ ਪ੍ਰੈਜ਼ੈਂਟ, ਹਰ ਜਗ੍ਹਾ ਆ, ਮੇਰੇ ਅੰਦਰ ਬਾਹਰ ਸਾਰਿਆਂ ਵਿੱਚ। ਜੇ ਮੈਂ ਇਹ ਵਾਲਾ ਨਾਮ ਉਰ, ਮੈਂ ਉਰ ਹੁੰਦਾ ਦਿਲ, ਹਿਰਦਾ ਹਨਾ, ਆਪਣੇ ਚਿੱਤ ਵਿੱਚ ਵਸਾ ਲਵਾਂ, ਗਹਿਓ ਫੜਨਾ, ਵਸਾ ਲੈਣਾ। ਜੇ ਮੈਂ ਇਹ ਅਹਿਸਾਸ ਲੈ ਆਵਾਂ ਕਿ ਵਾਹਿਗੁਰੂ ਕਣ ਕਣ ਵਿੱਚ ਹੈ, ਮੇਰੇ ਅੰਦਰ ਬਾਹਰ ਸਾਰਿਆਂ ਵਿੱਚ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਜਾ ਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ। ਜੇ ਮੈਂ ਇਹ ਸਿਮਰਨ ਕਰ ਲਵਾਂ, ਜੇ ਮੈਂ ਇਹ ਚੇਤੇ ਕਰ ਲਵਾਂ, ਸਿਮਰਨ ਹੁੰਦਾ ਚੇਤਾ, ਸਮ੍ਰਿਤੀ, ਸੰਸਕ੍ਰਿਤ ਦਾ ਵਰਡ ਹੈ ਸਮ੍ਰਿਤੀ, ਉਹਦੇ ਤੋਂ ਬਣਿਆ ਸਿਮਰਨ ਜਾਂ ਸਿਮਰਤ ਇੱਥੇ ਬਣਿਆ ਹਨਾ। ਤਾਂ ਸਮ੍ਰਿਤੀ ਹੁੰਦੀ ਹੈ ਯਾਦ, ਚੇਤਾ, ਖਿਆਲ ਹਨਾ। ਜੇ ਮੇਰੇ ਮਨ ਚ ਇਹ ਖਿਆਲ, ਇਹ ਚੇਤਾ ਆ ਜਾਵੇ, ਮੈਂ ਚੇਤੇ ਰੱਖਾਂ ਕਿ ਉਹ ਤੇ ਰੋਮ ਰੋਮ ਵਿੱਚ ਰਮਿਆ, ਹਰ ਜਗ੍ਹਾ ਆ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਉਹ ਸਾਰਿਆਂ ਚ ਹੀ ਹੈ। ਤੇ ਫਿਰ ਕੀ ਹੋਏਗਾ, ਸੰਕਟ ਮਿਟੈ, ਮੇਰੇ ਸੰਕਟ ਮਿਟ ਜਾਣਗੇ। ਸੰਕਟ ਕਿਹੜੇ ਸੀ, ਲਾਲਚ ਵਿੱਚ ਆ ਕੇ ਮੈਂ ਵਿਪਤਾ ਵਿੱਚ ਪੈ ਗਿਆ, ਵਿਪੱਤੀ ਵਿੱਚ ਪੈ ਜਾਣਾ ਹੈ ਨਾ, ਉਹ ਸੰਕਟ ਮੈਂ ਕ੍ਰੀਏਟ ਕਰ ਲੈਣਾ। ਜੇ ਮੈਨੂੰ ਚੇਤੇ ਹੋਏਗਾ ਕਿ ਉਹ ਤੇ ਰੋਮ ਰੋਮ ਵਿੱਚ ਰਮਿਆ, ਮੈਂ ਕਿਸੇ ਨਾਲ ਚੀਟਿੰਗ, ਮੈਂ ਕਿਸੇ ਨਾਲ ਠੱਗੀ ਕਿਉਂ ਕਰਾਂ, ਕਿਸੇ ਨਾਲ ਝੂਠ ਕਿਉਂ ਬੋਲਾਂ, ਨਫ਼ਰਤ ਕਿਉਂ ਕਰਾਂ, ਫਿਰ ਮੈਂ ਸੰਕਟ ਵਿੱਚ ਨਹੀਂ ਪਵਾਂਗਾ। ਦਰਸ ਤੁਹਾਰੋ ਹੋਏ, ਇਹ ਵਾਹਿਗੁਰੂ ਫਿਰ ਤੇਰੇ ਦਰਸ਼ਨ ਹੋ ਜਾਂਦੇ ਨੇ। ਜਿਹੜਾ ਰੋਮ ਰੋਮ ਵਿੱਚ ਰਮਿਆ, ਉਹਦੇ ਦਰਸ਼ਨ ਕਿਵੇਂ ਹੋਣਗੇ, ਫਿਰ ਉਹਨੂੰ ਹਰ ਜਗ੍ਹਾ ਦੇਖ ਲਵਾਂਗੇ, ਸਾਰਿਆਂ ਵਿੱਚ। ਉਹਦੇ ਦਰਸ਼ਨ ਉਦੋਂ ਹੁੰਦੇ ਨੇ ਜਦੋਂ ਰਾਮ ਨਾਮ ਉਰ ਮੈਂ ਗਹਿਓ, ਜਦੋਂ ਅਸੀਂ ਆਪਣੇ ਚਿੱਤ ਵਿੱਚ ਇਹ ਜਾਣ ਲੈਂਦੇ ਆ ਕਿ ਉਹ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਠੀਕ ਹੈ, ਉਦੋਂ ਸੰਕਟ ਮਿਟਦੇ ਨੇ। ਦੇਖੋ ਸੰਕਟ ਇਹੀ ਹੈ ਕਿ ਇੱਕ ਤਾਂ ਬਾਹਰੀ ਜਿਹੜੇ ਦੁੱਖ ਸੁੱਖ ਆਏ ਤੇ ਉਹਨਾਂ ਕਰਕੇ ਅਸੀਂ ਡਰ ਗਏ, ਫਿਕਰਾਂ ਵਿੱਚ ਆ ਗਏ, ਚਿੰਤਾ ਵਿੱਚ ਪੈ ਗਏ, ਇੱਕ ਚਿੰਤਾ ਵਾਲਾ ਸੰਕਟ। ਸੰਕਟ ਉਹ ਨੇ ਜਿਹੜੇ ਵਿਕਾਰਾਂ ਕਰਕੇ ਅਸੀਂ ਸੰਕਟ ਵਿੱਚ, ਪਰੇਸ਼ਾਨੀਆਂ ਵਿੱਚ, ਪ੍ਰੋਬਲਮਸ ਵਿੱਚ ਫਸ ਜਾਂਦੇ। ਇਹ ਸੰਕਟ ਮਿਟਣਗੇ ਜਦੋਂ ਸਾਨੂੰ ਸਿਮਰਨ ਹੋਏਗਾ, ਸਮਰਨ ਹੋਏਗਾ, ਸਾਡੀ ਸਮ੍ਰਿਤੀ ਵਿੱਚ ਹੋਏਗਾ, ਸਾਨੂੰ ਚੇਤੇ ਹੋਏਗਾ, when we will live in constant remembrance of that omnipresent Lord, ਕਿ ਉਹ ਵਾਹਿਗੁਰੂ ਤਾਂ ਰੋਮ ਰੋਮ ਵਿੱਚ ਹੈ। ਅੱਛਾ, ਤੁਸੀਂ ਇਹਦੀ ਵੀ ਜਿਹੜੀ ਕਹਾਣੀ ਹੈਗੀ ਆ, ਉਹਦੇ ਚ ਆਉਂਦੀ ਹੈ ਆਪਣੇ ਸ਼੍ਰੀਮਦ ਭਾਗਵਤ ਪੁਰਾਣ ਵਿੱਚ, ਪ੍ਰਹਿਲਾਦ ਦੀ, ਕਿ ਪ੍ਰਹਿਲਾਦ ਨੇ ਦੇਖਿਆ ਕਿ ਉਸ ਤਪਦੇ ਹੋਏ ਥੰਮ ਦੇ ਉੱਤੇ ਕੀੜੀ ਚੱਲ ਰਹੀ ਹੈ,
ਅਗੇਨ ਸਿੰਬੋਲਿਕ ਉਹ ਸਟੋਰੀ ਹੈਗੀ ਸਿੰਬੋਲਿਕ ਸਟੋਰੀ ਕਿ ਉਹਨੇ ਦੇਖਿਆ ਕਿ ਤਾਂ ਕਿਹੜੀ ਚੱਲ ਰਹੀ ਹੈ ਤੇ ਮੈਨੂੰ ਕੀ ਪ੍ਰੋਬਲਮ ਹੈ, ਮੈਂ ਵੀ ਇਸ ਨੂੰ ਜੱਫੀ ਪਾ ਸਕਦਾ। ਤੋ ਲਾਈਫ ਦੇ ਵਿੱਚ ਆਉਣ ਵਾਲੇ ਜਿਹੜੇ ਸੰਕਟ ਨੇ, ਜਿਹੜੀਆਂ ਪਰੇਸ਼ਾਨੀਆਂ ਨੇ, ਉਹ ਉਸ ਵੇਲੇ ਸਾਡੇ ਤੋਂ ਟਲ ਜਾਂਦੀਆਂ। ਅਸੀਂ ਉਸ ਡਰ, ਫਿਕਰ, ਚਿੰਤਾ ਵਿੱਚੋਂ, ਜਾਂ ਜਿਹੜੇ ਵਿਕਾਰ ਨੇ ਸਭ ਤੋਂ ਵੱਡੇ ਸੰਕਟ, ਤੁਸੀਂ ਪਿੱਛੇ ਪੜ੍ਹ ਰਹੇ ਸੀ ਨਾ ਕਿ ਬੰਧਨ ਪਰੇ ਬੇੜੀਆਂ ਪੈ ਗਈਆਂ। ਸਭ ਤੋਂ ਵੱਡੇ ਬੰਧਨ ਕਿਹੜੇ ਆ ਭਲਾ? ਗੁਰਬਾਣੀ ਅਨੁਸਾਰ ਬੰਧਨ ਬਾਹਰ ਵਾਲੇ ਤੇ ਘੱਟ ਨੇ, ਸਾਡੇ ਅੰਦਰੋਂ ਬੰਧਨ ਜ਼ਿਆਦਾ ਨੇ। ਬੇੜੀਆਂ ਸਾਨੂੰ ਅੰਦਰੋਂ ਪਈਆਂ। ਨਾਨਕ ਔਗਣ ਜੇਤੜੇ 33 ਗਲੀ ਜੰਜੀਰ, ਸਾਨੂੰ ਬੇੜੀਆਂ ਪਈਆਂ ਨੇ ਔਗਣਾਂ ਦੀਆਂ, ਹਨਾ। ਤਾਂ ਸਾਡੇ ਅਸਲੀ ਸੰਕਟ ਕੀ ਨੇ? ਸਾਡੇ ਅੰਦਰ ਦੇ ਔਗਣ, ਸਾਡੀਆਂ ਚਲਾਕੀਆਂ, ਸਾਡੇ ਮਨ ਵਿੱਚ ਪਿਆ ਹੋਇਆ ਝੂਠ, ਨਿੰਦਿਆ, ਇਹ ਸਾਰੇ ਔਗਣ ਨੇ, ਹਨਾ। ਜਿੱਥੇ ਅਸੀਂ ਚਲਾਕੀਆਂ ਵਰਤ ਕੇ ਇਹ ਜਿਹੜੇ ਵਾਈਸਸ ਨੇ ਇਹਨਾਂ ਦੇ ਇਨਫਲੂਐਂਸ ਦੇ ਵਿੱਚ ਕੁਝ ਕਰਦੇ ਹਾਂ, ਉਦੋਂ ਅਸੀਂ ਸੰਕਟ ਵਿੱਚ ਪੈਂਦੇ ਹਾਂ। ਇਹ ਸੰਕਟ ਸਾਡੇ ਅੰਦਰ ਨੇ। ਜਦੋਂ ਅਸੀਂ ਉਹਨੂੰ ਰਾਮ ਨੂੰ ਜਾਣ ਲਿਆ ਕਿ ਮੇਰੇ ਅੰਦਰ ਬਾਹਰ ਕਣ ਕਣ ਵਿੱਚ ਉਹੀ ਹੈ, ਫਿਰ ਅਸੀਂ ਸੰਕਟ ਵਿੱਚ ਨਹੀਂ ਪੈਂਦੇ। ਉਹ ਸੰਕਟ ਮਿਟਣ ਲੱਗ ਜਾਂਦੇ, ਅੰਦਰੋਂ ਵਿਕਾਰ ਵੀ ਖਤਮ ਹੋਣ ਲੱਗ ਜਾਂਦੇ। ਜਦੋਂ ਵਿਕਾਰ ਮੁੱਕਣਗੇ ਅਸੀਂ ਸੰਕਟ 'ਚ ਨਹੀਂ ਪਵਾਂਗੇ, ਚਿੰਤਾ, ਫਿਕਰ, ਡਰ 'ਚ ਨਹੀਂ ਪਵਾਂਗੇ। ਦਰਸ ਤੁਹਾਰੋ ਹੋਏ। ਤੇ ਜਦੋਂ ਅਸੀਂ ਰਾਮ ਨਾਮ ਨੂੰ ਜਾਣ ਲੈਂਦੇ ਹਾਂ, ਫਿਰ ਅਸੀਂ ਉਹਦੇ ਦਰਸ਼ਨ ਕਰ ਪਾਉਂਦੇ ਹਾਂ, ਕਿਉਂਕਿ ਉਹ ਸਾਰਿਆਂ 'ਚ ਹੈ। ਤੇ ਜੇ ਸਾਰਿਆਂ 'ਚ ਨਹੀਂ ਦੇਖ ਸਕਦੇ, we can't see God in all, we can't see God at all। ਜੇ ਅਸੀਂ ਉਹਨੂੰ ਸਾਰਿਆਂ 'ਚ ਨਹੀਂ ਦੇਖਦੇ, ਫਿਰ ਅਸੀਂ ਦੇਖ ਹੀ ਨਹੀਂ ਸਕਦੇ। ਇਸ ਕਰਕੇ ਰਾਮ ਨਾਮ ਦਿੱਤਾ। ਇੱਥੇ ਤਾਂ ਹੀ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈਗੀ ਨਾ ਸ਼ਲੋਕਾਂ ਦੀ, ਇਹ ਨਾ ਬੜੇ ਢੁਕਵੇਂ ਵਰਡਸ ਗੁਰੂ ਸਾਹਿਬ ਨੇ ਲਏ। ਇੱਥੇ ਰਾਮ ਯੂਜ਼ ਕੀਤਾ, ਹਰੀ ਨਹੀਂ ਯੂਜ਼ ਕੀਤਾ, ਕਿਉਂਕਿ ਰਾਮ ਜਿਹੜਾ ਹੈ ਉਹੀ ਦਰਸ਼ਨ ਹੈ, ਉਹ ਸਾਰਿਆਂ 'ਚ ਹੀ ਹੈ, ਰੋਮ ਰੋਮ ਵਿੱਚ ਰਮਿਆ ਹੋਇਆ। ਤੇ ਇਹ ਨਾਮ ਨੇ ਸਾਡੇ ਬਣਾਏ ਹੋਏ ਪਰਮਾਤਮਾ ਦੇ ਗੁਣਾਂ ਦੇ ਆਧਾਰ ਤੇ। ਉਹਦਾ ਗੁਣ ਹੈ ਕਿ ਉਹ ਰੋਮ ਰੋਮ 'ਚ ਰਮਿਆ ਹੋਇਆ। ਜਦੋਂ ਅਸੀਂ ਉਹਦਾ ਇਸ ਗੁਣ ਨੂੰ ਜਾਣ ਲੈਂਦੇ ਹਾਂ, ਉਰ ਮੈਂ ਗਹਿਓ ਆਪਣੇ ਹਿਰਦੇ ਵਿੱਚ, ਆਪਣੇ ਦਿਮਾਗ ਵਿੱਚ ਵਸਾ ਲੈਂਦੇ ਹਾਂ, ਫਿਰ ਕੀ ਹੁੰਦਾ? ਦਰਸ ਤੁਹਾਰੋ ਹੋਏ। ਹੁਣ ਸੰਕਟ ਮਿਟ ਗਏ ਕਿ ਉਹ ਤਾਂ ਰੋਮ ਰੋਮ ਵਿੱਚ ਰਮਿਆ ਹੋਇਆ, ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਉਹ ਰੋਮ ਰੋਮ ਵਿੱਚ ਰਮਿਆ, ਮੇਰੇ ਅੰਦਰ ਬਾਹਰ ਸਾਰਿਆਂ ਵਿੱਚ ਹੈ। ਮੈਨੂੰ ਕਿਸੇ ਨਾਲ ਚੀਟ ਨਹੀਂ ਕਰਨਾ ਚਾਹੀਦਾ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਉਹਦੇ 'ਚ ਵੀ ਰਾਮ ਹੈ। ਮੈਨੂੰ ਕਿਸੇ ਨਾਲ ਠੱਗੀ ਨਹੀਂ ਕਰਨੀ ਚਾਹੀਦੀ, ਉਹਦੇ 'ਚ ਵੀ ਰਾਮ। ਮੈਨੂੰ ਕਿਸੇ ਨਾਲ ਬੁਰਾ ਨਹੀਂ ਬੋਲਣਾ ਚਾਹੀਦਾ, ਨਾਨਕ ਫਿੱਕੇ ਬੋਲੇ ਆ, ਹਨਾ। ਤੋ ਉਹ ਉਦੋਂ ਹੋਇਆ ਕਿ ਜਦੋਂ ਸਾਨੂੰ ਰਾਮ ਨਾਮ ਉਰ ਮੈਂ ਗਹਿਓ, ਰਾਮ ਵਾਲਾ ਜਿਹੜਾ ਗੁਣ ਹੈ ਨਾ, ਜਦੋਂ ਅਸੀਂ ਉਸ ਨੂੰ ਚਿੱਤ ਵਿੱਚ ਵਸਾ ਲਿਆ, ਫਿਰ ਉਸ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਸਾਰਿਆਂ ਵਿੱਚ ਹੁੰਦੇ ਨੇ, ਹਰ ਜਗ੍ਹਾ ਹੁੰਦੇ ਨੇ, ਅੰਦਰ ਬਾਹਰ ਸਾਰਿਆਂ 'ਚ। ਫਿਰ ਉਦੋਂ ਜਾ ਕੇ ਸਾਨੂੰ ਗੁਰਬਾਣੀ ਦੀ ਅਸਲ ਸਮਝ ਲੱਗਦੀ ਹੈ। ਫਿਰ ਚਿੰਤਾ ਵੀ ਮਿਟ ਗਏ, ਸਭ ਕੁਝ ਖਤਮ ਹੁੰਦਾ ਜਾਂਦਾ। ਫਿਰ ਕੀ ਹੋਏਗਾ? ਫਿਰ ਅਸੀਂ ਆ ਜਾਵਾਂਗੇ ਧੰਨਵਾਦ ਵਾਲੇ ਮੂਡ 'ਚ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਸਭ ਕੁਝ ਦਿੱਤਾ ਹੋਇਆ, ਤੂੰ ਮੇਰੇ ਆਲੇ ਦੁਆਲੇ ਹਰ ਜਗ੍ਹਾ। ਠੀਕ ਹੈ ਜੀ। ਇੱਥੇ ਸਮਾਪਤੀ ਹੈਗੀ ਹੈ। 5ਵਾਂ ਸ਼ਲੋਕ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਤੇ ਆਪਾਂ ਕੋਸ਼ਿਸ਼ ਕੀਤੀ ਇਹਦੀ ਵਿਚਾਰ ਕਰਨ ਦੀ, ਬੜੀਆਂ ਗਲਤੀਆਂ ਹੋ ਜਾਂਦੀਆਂ ਨੇ। ਤੇ ਕੋਈ ਵੀ ਅਰਥ ਜਿਹੜੇ ਹੁੰਦੇ ਨਾ ਬੇਟਾ, ਉਹ ਫਾਈਨਲ ਨਹੀਂ ਹੁੰਦੇ ਬਾਣੀ ਦੇ। ਬਾਣੀ ਬੜੀ ਗੰਭੀਰ ਹੈ। ਐਸਾ ਨਹੀਂ ਹੈ ਕਿ ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਲਿਖੇ ਗਏ ਉਹੀ ਫਾਈਨਲ, ਉਸ ਤੋਂ ਅੱਗੇ ਨਹੀਂ ਹੋ ਸਕਦੇ, ਜਾਂ ਜੋ ਮੈਂ ਕਰ ਰਿਹਾ ਜਾਂ ਇਹੀ ਫਾਈਨਲ ਹੈ ਜੋ ਆਪਾਂ ਗੱਲ ਕਰ ਰਹੇ ਹਾਂ, ਜਾਂ ਇਸ ਤੋਂ ਬਾਅਦ ਕੁਝ ਨਹੀਂ। ਇਹ ਸਾਡੀ ਸੁਰਤ ਦੇ ਅਨੁਸਾਰ, ਸਾਡੀ ਸਮਝ ਦੇ ਅਨੁਸਾਰ, ਸਾਡੀ ਜ਼ਿੰਦਗੀ ਦੇ ਵੱਖਰੇ ਵੱਖਰੇ ਜਿਹੜੇ ਸਟੇਜਸ ਨੇ, ਸਿਚੁਏਸ਼ਨਸ ਦੇ, ਉਸ ਅਨੁਸਾਰ ਇਵੋਲਵ ਹੁੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜਾਂ ਗੁਰੂ ਨਾਨਕ ਪਾਤਸ਼ਾਹ ਦੀ 9ਵੀਂ ਜੋਤ, ਜਾਂ ਜੋ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਇਸ ਵੇਲੇ 10 ਪਾਤਸ਼ਾਹਾਂ ਦੀ ਜੋਤ ਹੈਗੇ ਨੇ, ਉਹਨਾਂ ਦੀ ਕਹੀ ਹੋਈ ਗੱਲ ਬਹੁਤ ਵੱਡੀ ਹੁੰਦੀ ਹੈ। ਅਸੀਂ ਉਹਨੂੰ ਸਮਝਦੇ ਰਹਿਣਾ ਆ। ਕਦੀ ਵੀ ਇਹ ਕਲੇਮ ਨਹੀਂ ਕਰਨਾ ਕਿ ਮੈਨੂੰ ਸਭ ਕੁਝ ਆ ਗਿਆ। ਜਿੱਦਣ ਅਸੀਂ ਇਹ ਕਲੇਮ ਕਰ ਲਿਆ ਕਿ ਮੈਨੂੰ ਸਭ ਕੁਝ ਆ ਗਿਆ ਜਾਂ ਜੋ ਮੈਂ ਮੰਨਦਾ ਇਹੀ ਸਹੀ ਹੈ, ਉਦਣ ਅਸੀਂ ਬਹੁਤ ਵੱਡੀ ਭੁੱਲ ਕਰ ਜਾਵਾਂਗੇ। ਤਾਂ ਤੁਸੀਂ ਬਾਣੀ ਨੂੰ ਪੜ੍ਹਦੇ ਰਹੋ, ਸਮਝਦੇ ਰਹੋ, ਹੋਰ ਅੱਗੇ ਇਸ ਤੇ ਰਿਸਰਚ ਕਰੋ, ਹੋਰ ਸਮਝੋ। ਬਾਣੀ ਨੂੰ ਸਮਝਣ ਲਈ, ਇੱਕ ਤੁਕ ਨੂੰ ਵੀ ਸਮਝਣ ਲਈ ਸਾਨੂੰ ਪੂਰੀ ਬਾਣੀ ਪੜ੍ਹਨੀ ਚਾਹੀਦੀ ਹੈ। ਇਸ ਕਰਕੇ ਸਹਿਜ ਪਾਠ ਜ਼ਰੂਰ ਕਰੋ। ਗੁਰੂ ਭਲਾ ਕਰੇ, ਤੰਦਰੁਸਤ ਰਹੋ, ਖੁਸ਼ ਰਹੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਲੋਕਾਂ ਦੀ ਵਿਆਖਿਆ ਕੀਤੀ। ਸੋ ਵੀਰ ਜੀ ਹੁਣ ਆਪਾਂ ਹੈਂਡ ਰੇਜ਼ ਲੈ ਸਕਦੇ ਹਾਂ ਜੀ? ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਹਾਂਜੀ, ਸੋ ਸਾਡਾ ਪਹਿਲਾ ਹੈਂਡ ਰੇਜ਼ ਹੈਗਾ ਜੀ EPP ਨੰਬਰ 16277 ਸ਼ਿਵਰਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੇ ਕਦੇ ਲਾਈਫ 'ਚ ਏਦਾਂ ਹੋਵੇ, ਮਤਲਬ ਕਿ ਕੋਈ ਇਨਸਾਨ ਆ,
ਉਹਨੂੰ ਆਪਾਂ ਇੰਨੀ ਸਮਝਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਫਿਰ ਵੀ ਗਲਤੀਆਂ ਕਰੇ ਫਿਰ ਜੀ ਆਪਾਂ ਉਹਨੂੰ ਕਿੱਦਾਂ ਸਮਝਾ ਸਕਦੇ ਹਾਂ, ਜਾਂ ਫਿਰ ਆਪਾਂ ਉਹਨੂੰ ਆਪਦੀ ਲਾਈਫ ਤੋਂ ਬਾਹਰ ਕੱਢ ਦਈਏ, ਜਾਂ ਫਿਰ ਜੀ ਉਹਨੂੰ ਗੁਰਬਾਣੀ ਅਨੁਸਾਰ ਆਪਾਂ ਉਹਨੂੰ ਕਿੱਦਾਂ ਸਮਝਾ ਸਕਦੇ ਹਾਂ ਜੀ। ਬਹੁਤ ਸੋਹਣਾ ਕੁਐਸਚਨ ਹੈ ਤੁਹਾਡਾ। ਦੇਖੋ, ਕੋਈ ਬੰਦਾ ਗਲਤੀਆਂ ਕਰਦਾ ਆ, ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਸਮਝਦਾ ਆ, ਸਾਨੂੰ ਕੀ ਕਰਨਾ ਚਾਹੀਦਾ? ਉਹਨੂੰ ਛੱਡ ਦੇਣਾ ਚਾਹੀਦਾ ਆ ਜਾਂ ਉਹਨੂੰ ਸਮਝਾਉਂਦੇ ਰਹਿਣਾ ਚਾਹੀਦਾ? ਦੇਖੋ, ਦੋ ਸਿਚੁਏਸ਼ਨਸ ਨੇ। ਪਹਿਲੀ ਗੱਲ ਜਿਹੜੀ ਹਮੇਸ਼ਾ ਯਾਦ ਰੱਖਣੀ ਹੈ, ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਅਸੀਂ ਖੁਦ ਨੂੰ ਸਮਝਾਉਣਾ ਆ ਪਹਿਲਾਂ, ਠੀਕ ਹੈ। ਸੈਕੰਡਲੀ, ਜਿਸ ਨੂੰ ਅਸੀਂ ਸਮਝਾ ਰਹੇ ਹਾਂ ਕਿ ਸਾਡਾ ਦਾਇਰਾ ਹੈਗਾ ਆ ਕਿ ਅਸੀਂ ਉਹਨੂੰ ਸਮਝਾਈਏ। ਜਿੱਦਾਂ ਕਿ ਮੰਨ ਲਓ ਮੈਂ ਪੇਰੈਂਟ ਹੈਗਾ, ਮੇਰੀਆਂ ਬੇਟੀਆਂ ਨੇ, ਮੇਰੇ ਬੱਚੇ, ਮੈਂ ਉਹਨਾਂ ਨੂੰ ਸਮਝਾ ਸਕਦਾ, ਹਨਾ। ਉਹ ਮੇਰੇ ਜਿਹਨੂੰ ਕਹਿੰਦੇ ਕਿ ਇੱਕ, ਕਿਉਂਕਿ ਮੈਂ ਉਹਨਾਂ ਦਾ ਐਜ਼ ਅ ਟੀਚਰ, ਐਜ਼ ਅ ਪੇਰੈਂਟ ਕਰ ਸਕਦਾ। ਤਾਂ ਅਸੀਂ ਇਹ ਜਾਣਨਾ ਕਿ ਜਿਹਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਫਰਜ਼ ਬਣਦਾ ਵੀ ਉਹਨੂੰ ਸਮਝਾਉਣ ਦਾ। ਓਕੇ, ਜੇ ਉਹ ਨਹੀਂ ਸਮਝਦਾ, ਬਾਰ-ਬਾਰ ਉਹੀ ਗਲਤੀਆਂ ਕਰਦਾ ਆ, ਵੀ ਕਾਂਟ ਚੇਂਜ ਐਨੀਵਨ, ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ। ਆਪਾਂ ਇਹ ਦੇਖਣਾ ਆ ਕਿ ਜੇ ਤਾਂ ਸਾਡੀ ਫੈਮਿਲੀ 'ਚ ਹੈ ਐਸੇ ਰਿਲੇਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਛੱਡ ਨਹੀਂ ਸਕਦੇ, ਫਿਰ ਕੀ ਕਰਨਾ ਆ? ਅਸੀਂ ਆਪਣੇ ਆਪ ਨੂੰ ਥੋੜਾ ਕੰਟਰੋਲ ਕਰਨਾ। ਅਸੀਂ ਸਿੱਖ ਲੈਣਾ ਕਿ ਅਸੀਂ ਇਹਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਆ। ਉਚਿਤ ਦੂਰੀ ਬਣਾਏ ਰੱਖੇ, ਪੜ੍ਹਦੇ ਹੁੰਦੇ ਨਾ ਅਸੀਂ ਕਿ ਸੇਫ ਡਿਸਟੈਂਸ ਬਣਾਏ ਰੱਖੇ। ਅੱਜ ਕੱਲ੍ਹ ਕਰੋਨਾ ਕਾਲ ਵੀ ਉਹੋ ਜਿਹਾ ਡਿਸਟੈਂਸ ਬਣਾਈਏ ਕਿ ਰਿਲੇਸ਼ਨ ਵੀ ਖਰਾਬ ਨਾ ਹੋਵੇ ਤੇ ਸਾਨੂੰ ਉਹ ਜੋ ਗਲਤੀਆਂ ਕਰ ਰਿਹਾ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਾ ਹੋ। ਇਸ ਗੱਲ ਨੂੰ ਸਮਝਣਾ। ਅਸੀਂ ਕਿਸੇ ਨੂੰ ਸਮਝਾ ਕੇ ਬਦਲ ਨਹੀਂ ਸਕਦੇ ਜਦੋਂ ਤੱਕ ਕਿ ਅਗਲਾ ਤਿਆਰ ਨਹੀਂ ਹੁੰਦਾ ਬਦਲਣ ਵਾਸਤੇ। ਰਿਮੈਂਬਰ ਦਿਸ, ਗੁਰਬਾਣੀ ਸਾਨੂੰ ਸਾਰਿਆਂ ਨੂੰ ਸਮਝਾ ਰਹੀ ਹੈ, ਹਨਾ। ਗੁਰੂ ਅਮਰਦਾਸ ਨੇ ਵੀ ਬਾਬਾ ਪ੍ਰਿਥੀ ਚੰਦ ਨੂੰ ਸਮਝਾਇਆ ਸੀ, ਗੁਰੂ ਰਾਮਦਾਸ ਜੀ ਨੇ ਵੀ ਪ੍ਰਿਥੀ ਚੰਦ ਨੂੰ ਸਮਝਾਇਆ ਸੀ, ਬਾਣੀ ਸਾਰੀ ਪੜ੍ਹੀ ਹੋਈ ਸੀ ਬਾਬਾ ਪ੍ਰਿਥੀ ਚੰਦ ਨੇ। ਬਟ ਹੀ ਵਾਸ ਨਾਟ ਈਗਰ ਟੂ, ਹੀ ਵਾਸ ਨਾਟ ਰੈਡੀ ਟੂ ਚੇਂਜ ਹਿਮਸੈਲਫ। ਉਹਨੇ ਆਪਣੇ ਆਪ ਨੂੰ ਬਦਲਣਾ ਨਹੀਂ ਸਮਝਿਆ ਤੇ ਨਾ ਹੀ ਉਹ ਬਦਲੇ। ਪਰ ਜਿੱਦਾਂ ਇਹੀ ਚੀਜ਼ ਹਮੇਸ਼ਾ ਸਾਨੂੰ ਇਤਿਹਾਸ ਵੀ ਸਿਖਾਉਂਦਾ, ਬਾਣੀ ਵੀ ਸਿਖਾਉਂਦੀ ਹੈ, ਅਸੀਂ ਖੁਦ ਨੂੰ ਬਦਲਣਾ ਆ। ਇਹ ਯਾਦ ਰੱਖਣਾ ਕਿ ਲਾਈਫ ਦੇ ਵਿੱਚ ਸਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ, ਅਸੀਂ ਜਿੱਦਾਂ ਚਾਹੁੰਦੇ ਹਾਂ ਉਦਾਂ ਹੀ ਸਭ ਕੁਝ ਹੋਵੇ, ਐਸਾ ਨਹੀਂ ਹੁੰਦਾ ਆ। ਅਸੀਂ ਉਸ ਚੀਜ਼ ਨੂੰ ਦੇਖ ਕੇ ਚੱਲਣਾ ਆ। ਜੇ ਤਾਂ ਲੱਗਦਾ ਕਿ ਕੋਈ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ, ਉਸ ਤੋਂ ਜਿੰਨਾ ਦੂਰ ਹੋ ਸਕੇ ਉਨੇ ਰਹੀਏ। ਤੇ ਜੇ ਕੋਈ ਆਪਣਾ ਆ ਤੇ ਉਹ ਨਹੀਂ ਸਮਝ ਰਿਹਾ, ਉਹ ਬਾਰ-ਬਾਰ ਉਹ ਹਰਕਤਾਂ ਕਰਦਾ, ਅਸੀਂ ਉਹਨਾਂ ਕੁ ਸਮਝਾਈਏ ਜਿੰਨਾ ਅਸੀਂ ਉਹਦੇ ਨਾਲ ਕਰ ਸਕਦੇ ਹਾਂ। ਪਰ ਕੋਸ਼ਿਸ਼ ਇਹ ਕਰਨੀ ਕਿ ਇਹ ਰਿਸ਼ਤੇ ਵੀ ਖਰਾਬ ਨਾ ਹੋਣ, ਪਿਆਰ ਵੀ ਰਵੇ, ਇੱਕ ਉਚਿਤ ਡਿਸਟੈਂਸ ਬਣਾ ਲਈਏ ਕਿ ਹਾਂ ਬਈ ਇੱਥੋਂ ਤੱਕ ਮੇਰਾ ਜਿਹੜਾ ਹੈਗਾ ਨਾ ਉਹ ਲਿਮਿਟ ਹੈਗੀ ਹੈ, ਇਹਦੇ ਅੱਗੇ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ। ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਕਿਸੇ ਨੂੰ ਲਾਈਫ ਚੋਂ ਕੱਢ ਦਿੱਤਾ ਜਾਵੇ। ਠੀਕ ਹੈ, ਉਹ ਰਹਿਣ। ਬਦਲਣਾ ਕਿਸੇ ਨੂੰ ਕਿਹੜੇ ਵੇਲੇ ਬਦਲ ਜਾਣਾ ਅਸੀਂ ਨਹੀਂ ਜਾਣਦੇ, ਕਿਉਂਕਿ ਆਪਣੇ ਤੇ ਹਨਾ ਕਿਹੜੇ ਵੇਲੇ ਦਾ ਮਾਈਂਡ ਬਦਲ ਜਾਣਾ। ਸੋ ਧੰਨਵਾਦ ਵੀਰ ਜੀ। ਸੈਕੰਡ ਹੈਂਡ ਰੇਜ਼ ਆਪਾਂ ਲੈ ਰਹੇ ਹਾਂ ਅਨਮੋਲਦੀਪ ਕੌਰ, EPP ਨੰਬਰ 1618। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਮੇਰਾ ਕੋਈ ਸੀਗਾ ਵੀ ਪਨਾਹ ਦਾ ਮਤਲਬ ਕੀ ਹੁੰਦਾ ਹੈ? ਠੀਕ ਹੈ, ਹਾਂਜੀ ਹਾਂਜੀ। ਅਨਾਹਦ ਬਾਣੀ ਅਲੱਗ-ਅਲੱਗ ਟਾਈਪ 'ਚ ਇਹ ਵਰਡ ਆਉਂਦਾ। ਅਨਹਤ ਵੀ ਆਉਂਦਾ ਹੈ, ਅਨਾਹਤ ਵੀ ਆਉਂਦਾ ਹੈ, ਅਨਾਹਦ ਵੀ ਆਉਂਦਾ ਹੈ ਤੇ ਅਨਦ ਵੀ ਆਉਂਦਾ। ਜਿਹੜੇ ਜੋਗੀ ਨੇ ਨਾ ਬੇਟਾ, ਜੋਗੀ ਟ੍ਰੈਡੀਸ਼ਨ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਰੱਬ ਦੀ ਆਵਾਜ਼ ਜਿਹੜੀ ਹੈ ਨਾ ਉਹ ਅਨਾਹਦ ਹੈ, ਹਨਾ, ਅਨਾਹਤ ਹੈ। ਇਹਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਨਾਹਤ ਹੁੰਦਾ ਕਿ ਜਿੰਨੀ ਵੀ ਤੁਸੀਂ ਵੌਇਸ ਪ੍ਰੋਡਿਊਸ ਕਰਦੇ ਹੋ ਨਾ, ਸਾਊਂਡ ਪ੍ਰੋਡਿਊਸ ਕਰਦੇ ਹੋ, ਇਹ ਜਿਹੜੀਆਂ ਨੇ ਟਕਰਾ ਕੇ ਆਵਾਜ਼ ਆਉਂਦੀ ਹੈ। ਜਿੱਦਾਂ ਆਪਾਂ ਅੰਦਰੋਂ ਸਾਹ ਬਾਹਰ ਨੂੰ ਲੈਂਦੇ ਹਾਂ, ਅਸੀਂ ਉਹਨੂੰ ਮੋਲਡ ਕਰਦੇ ਨਾ, ਕਦੀ ਲਿਪਸ ਨੂੰ ਬੰਦ ਕਰਦੇ ਹਾਂ, ਕਦੀ ਸਾਡੀ ਜੀਭ ਜਿਹੜੀ ਉਹ ਟੀਥ ਨੂੰ ਲੱਗਦੀ ਹੈ, ਫਿਰ ਅਸੀਂ ਵਰਡਸ ਬਣਾਉਂਦੇ, ਮੋਡੀਫਾਈ ਕਰਦੇ ਹਾਂ, ਹਨਾ, ਜਿਹੜੀ ਏਅਰ ਬਾਹਰ ਹੁੰਦੀ ਹੈ। ਜਾਂ ਤੁਸੀਂ ਤਬਲਾ ਵਜਾਉਂਦੇ ਹੋ, ਕਿਸੇ ਚੀਜ਼ ਨੂੰ ਹਿੱਟ ਕਰਦੇ ਹੋ ਨਾ, ਜਾਂ ਹਾਰਮੋਨੀਅਮ ਵਜਾਉਂਦੇ ਹੋ ਤੇ ਉਹਦੇ ਵਿੱਚ ਵੀ ਰੁਕਦੀ ਹੈ, ਹਵਾ ਰੁਕਦੀ ਹੈ, ਹਿੱਟ ਕਰਦੀ ਹੈ। ਤਾਂ ਜਿੰਨੇ ਵੀ ਸਾਊਂਡਸ ਬਣਦੇ ਨੇ ਉਹ ਕਿਸੇ ਚੀਜ਼ ਨੂੰ ਹਿੱਟ ਕਰਕੇ ਬਣਦੇ, ਠੀਕ ਹੈ। ਪਰ ਜੋਗੀ ਇਹ ਕਹਿੰਦੇ ਨੇ ਕਿ ਜਿਹੜਾ ਰੱਬ ਦੀ ਆਵਾਜ਼ ਹੈ ਨਾ ਉਹ ਅਨਾਹਤ ਹੈ, ਉਹ ਕਿਸੇ ਨਾਲ ਹਿੱਟ ਕਰਕੇ ਨਹੀਂ ਬਣੀ ਹੋਈ। ਹੁਣ ਗੁਰਬਾਣੀ ਦੇ ਵਿੱਚ ਅਨਾਹਤ ਆਉਂਦਾ ਆ ਕਿ ਲਗਾਤਾਰ, ਹਨਾ, ਕੰਟੀਨਿਊਟੀ। ਅਨੰਦ ਸੁਣੋ ਵਡਭਾਗੀ ਹੋ, ਐਸਾ ਸੁਣੋ ਵੱਡੇ ਭਾਗਾਂ ਵਾਲੇ ਬਣੋ ਕਿ ਅੰਦਰੋਂ ਤੁਹਾਡੇ ਕੋਈ ਕਿਤੇ ਰੁਕਾਵਟ ਨਾ ਹੋਵੇ। ਅਨਾਹਤ ਮੀਨਸ ਸਮਥਿੰਗ ਜਿਹੜੇ ਵਿੱਚ ਕੋਈ ਆਬਸਟੀਕਲ ਹੈ, ਜਿਹਦੇ ਵਿੱਚ ਕੁਝ ਰੁਕਾਵਟ ਹੈ, ਉਹਨੂੰ ਕਹਿੰਦੇ ਨੇ ਉਹ ਅਨਾਹਤ ਨਹੀਂ ਹੈ, ਹਨਾ। ਅਨਾਹਤ ਜਿਸ ਕੋਈ ਰੁਕਾਵਟ ਨਹੀਂ, ਕਿਤੇ ਹਿੱਟ ਨਹੀਂ ਕਰ ਰਿਹਾ, ਜਿਹੜਾ ਕਲੀਨ ਚੱਲ ਰਿਹਾ, ਹਨਾ, ਬੇਰੋਕ ਚੱਲ ਰਿਹਾ। ਤੋ ਅਨਾਹਤ ਜਿਹੜਾ ਆ, ਜਿਹੜੇ ਜੋਗੀ ਨੇ ਉਹਨਾਂ ਦਾ ਕਨਸੈਪਟ ਕੁਝ ਹੋਰ ਹੈ। ਗੁਰਬਾਣੀ 'ਚ ਅਨਾਹਤ ਹੈਗਾ
ਗੁਰੂ ਦਾ ਗਿਆਨ, ਕਿਉਂਕਿ ਉਹਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੈਗੀ, ਉਹ ਸਾਨੂੰ ਐਨ ਸਿੱਧੇ ਰਾਹ ਤੇ ਪਾਉਂਦਾ ਹੈ। ਭਾਈ ਗੁਰਦਾਸ ਉਸੇ ਨੂੰ ਲਿਖਦੇ ਨੇ, ਗੁਰਮੁਖ ਗਾਡੀ ਰਾਹ ਚਲਾਉਂਦਾ। ਜੀਟੀ ਰੋਡ ਹੁੰਦੀ ਹੈ ਨਾ, ਉਹਦੇ ਚ ਕੋਈ ਟਰਨ ਨਹੀਂ ਨਾ ਹੁੰਦਾ, ਸਿੱਧਾ ਜਾਂਦਾ ਨਾ ਹਾਈਵੇ, ਬਸ ਉਹਨੂੰ ਤੁਸੀਂ ਅਨਾਦ ਸਮਝੋ ਕਿ ਜਿਹੜੀ ਗੱਲ ਸਿੱਧੀ ਸਪਸ਼ਟ ਹੈਗੀ ਆ, ਅਸੀਂ ਉਸ ਤਰ੍ਹਾਂ ਆਪਣੀ ਲਾਈਫ ਨੂੰ ਬਣਾਉਣਾ, ਇੱਧਰ ਉੱਧਰ ਜਿਹੜੇ ਆ ਵਿਕਾਰਾਂ ਚ ਪੈ ਕੇ ਹੋਰ ਪਾਸੇ ਨਹੀਂ ਜਾਣਾ। ਤੋ ਜਿਹਦੇ ਵਿੱਚ ਕੋਈ ਰੁਕਾਵਟ, ਕੋਈ ਆਬਸਟੈਕਲ ਨਹੀਂ ਹੈ। ਠੀਕ ਹੈ। ਸੋ ਵਾਹਿਗੁਰੂ ਜੀ, ਹੁਣ ਕੋਈ ਹੈਂਡ ਰੇਜ਼ ਨਹੀਂ ਹੈਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਗਾਉਣ ਵਾਸਤੇ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ। ਸੋ ਹੁਣ ਸਾਰੇ ਆਪਣੀ ਅਟੈਂਡੈਂਸ ਲਗਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।